ਜੀ, ਜੀ ਆਇਆਂ ਨੂੰ ਸਾਰੇ ਦੋਸਤਾਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਲਾਇਲਪੁਰ ਯੰਗ ਹਿਸਟੋਰੀਅਨ ਵੱਲੋਂ ਜਿਹੜੀ ਇੱਕ ਲੈਕਚਰ ਸੀਰੀਜ਼ ਅਸੀਂ ਸਟਾਰਟ ਕੀਤੀ ਹੋਈ ਹੈ। ਉਹਦੇ ਵਿੱਚ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਮਾਂ ਬੋਲੀ ਦੇ ਵਿੱਚ ਜਿਹੜੀ ਲੋਕਲ ਲੋਕਾਂ ਦੀ ਬੋਲੀ ਹੈ, ਆਮ ਬੋਲੀ ਹੈ, ਜਿਹੜੇ ਲੁਕਾਈ ਦੀ ਬੋਲੀ ਉਹਦੇ ਵਿੱਚ ਅਸੀਂ ਉਹਨਾਂ ਦੀ ਤਾਰੀਖ ਉਹਨਾਂ ਨੂੰ ਦੱਸ ਸਕੀਏ। ਔਰ ਸਾਡੇ ਜਿਹੜੇ ਸੀਨੀਅਰ ਹਿਸਟੋਰੀਅਨਸ ਨੇ, ਹਿਸਟਰੀ ਨਾਲ ਜੁੜੇ ਹੋਏ ਲੋਕ ਨੇ, ਉਹ ਤਾਰੀਖ ਜਿਹੜੀ ਉਹਨਾਂ ਲੋਕਾਂ ਦੀ ਉਹਨਾਂ ਨੂੰ ਉਹਨਾਂ ਦੀ ਬੋਲੀ 'ਚ ਦੱਸਣ ਦੀ ਇੱਕ ਟਰਾਈ ਕਰ ਰਹੇ ਨੇ ਤਾਂ ਕਿ ਉਹ ਵੀ ਇਹਦੇ ਨਾਲ ਜੁੜ ਸਕਣ। ਸੋ ਅੱਜ ਦਾ ਸਾਡਾ ਇੱਕ ਬਹੁਤ ਹੀ ਇੰਪੋਰਟੈਂਟ ਲੈਕਚਰ ਹੈ ਔਰ ਕਾਫੀ ਦੇਰ ਤੋਂ ਅਸੀਂ ਇਹ ਲੈਕਚਰ ਕਰਵਾਉਣਾ ਚਾਹ ਰਹੇ ਸੀ। ਮੈਂ ਸਭ ਤੋਂ ਪਹਿਲੇ ਤੇ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਦੋਸਤ ਮੈਨੂੰ ਵੇਖ ਰਹੇ ਨੇ ਉਹ ਇਹਨੂੰ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਵੀ ਜਿਹੜੇ ਦੋਸਤ ਨੇ ਉਹ ਆ ਜਾਣ ਤੇ ਫਿਰ ਅਸੀਂ ਅੱਜ ਜਿਹੜਾ ਹੈ ਬਕਾਇਦਾ ਆਪਣੇ ਲੈਕਚਰ ਦੇ ਹਵਾਲੇ ਨਾਲ ਗੱਲਬਾਤ ਕਰੀਏ। ਅੱਜ ਦਾ ਲੈਕਚਰ ਬਹੁਤ ਇੰਪੋਰਟੈਂਟ ਲੈਕਚਰ ਇਸ ਹਵਾਲੇ ਨਾਲ ਵੀ ਹੈ ਕਿ ਤਾਰੀਖ ਨੂੰ ਜਿਸ ਰੰਗ ਨਾਲ ਜਾਂ ਜਿਸ ਆਸਪੈਕਟ ਤੋਂ ਜਾਂ ਜਿਸ ਹਿੱਸੇ ਤੋਂ ਇਕੱਠਾ ਕੀਤਾ ਗਿਆ ਹੈ ਉਹ ਬਹੁਤ ਅਹਿਮ ਸੀ, ਜਿਹੜਾ ਨੈਗਲੈਕਟਡ ਸੀ। ਤੋ ਸਾਡਾ ਜਿਹੜਾ ਸਾਡਾ ਕੰਮ ਹੈ ਲਾਇਲਪੁਰ ਯੰਗ ਹਿਸਟੋਰੀਅਨ ਦਾ, ਉਹ ਵੀ ਇੱਕ ਤਰ੍ਹਾਂ ਇਹ ਗ੍ਰੇ ਏਰੀਆਜ਼ ਨੂੰ ਵੇਖਦਾ ਹੈ, ਇਹਨਾਂ ਚੀਜ਼ਾਂ ਨੂੰ ਵੇਖਦਾ ਹੈ ਕਿ ਜਿਹੜੇ ਅੱਜ ਤੱਕ ਅਨਫੋਲਡ ਨੇ, ਜਿਹੜੇ ਅੱਜ ਤੱਕ ਡਿਸੈਫਰ ਨਹੀਂ ਕੀਤੇ ਗਏ, ਡੀਕੋਡ ਨਹੀਂ ਕੀਤੇ ਗਏ, ਜਿਹੜੀਆਂ ਲਿਖਾਈਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਅਸੀਂ ਲੱਭੀਏ। ਸੋ ਅੱਜ ਦੇ ਅਸੀਂ ਲੈਕਚਰ ਦੀ ਗੱਲ ਕਰਦੇ ਹਾਂ। ਅੱਜ ਸਾਡਾ ਲੈਕਚਰ ਜਿਹੜਾ ਸਾਡੇ ਨਾਲ ਬਹੁਤ ਹੀ ਸਾਡੇ ਸੀਨੀਅਰ ਲੋਕੀ, ਖਾਸ ਕਰ ਮੈਂ ਇਹਨਾਂ ਦਾ ਜਦੋਂ ਵੀ ਕੰਮ ਵੇਖਾਂ ਮੈਂ ਇਹ ਸਮਝਦਾ ਵਾਂ ਕਿ ਇਹਨਾਂ ਨੇ ਬਹੁਤ ਵੱਡਾ ਅਹਿਸਾਨ ਵੀ ਕੀਤਾ। ਸਿਰਫ ਤਾਰੀਖ ਇਕੱਠੀ ਕੀਤੀ ਨਹੀਂ ਬਲਕਿ ਤਾਰੀਖ ਨੂੰ ਇਕੱਠਿਆਂ ਕਰਨ ਦਾ ਵੀ ਇੱਕ ਇਹਨਾਂ ਨੇ ਅਹਿਸਾਨ ਕੀਤਾ ਔਰ ਉਹ ਤਾਰੀਖਦਾਨਾਂ ਤੇ ਹੈ। ਮੈਂ ਡਾਕਟਰ ਗੁਨੀਤਾ ਭੱਲਾ ਜੀ ਹੋਰਾਂ ਦੀ ਗੱਲ ਕਰ ਰਹੇ ਹਾਂ। ਅੱਜ ਸਾਡੇ ਨਾਲ ਉਹ ਸਾਡੇ ਸਟੂਡੀਓ 'ਚ ਮੌਜੂਦ ਨੇ। ਇੱਕ ਫਿਜ਼ਿਕਸ ਦੇ ਜਿਹੜਾ ਹੈ ਬੈਕਗਰਾਉਂਡ ਤੋਂ ਆ ਕੇ ਔਰ ਉਸ ਤਾਰੀਖ ਨੂੰ ਸਾਰੀ ਨੂੰ ਇਕੱਠਾ ਕਰਨਾ, ਪੂਰਾ ਇੱਕ ਆਰਕਾਈਵ 1947 ਦਾ ਇੱਕ ਬਹੁਤ ਵੱਡਾ ਆਰਕਾਈਵ ਕ੍ਰੀਏਟ ਕਰਨਾ, ਇੰਨੇ ਲੋਕਾਂ ਦੇ ਖੁਦ ਇੰਟਰਵਿਊ ਕਰਨਾ ਔਰ ਉਹਦੇ ਨਾਲ ਨਾਲ ਲੋਕਾਂ ਨੂੰ ਜਿਹੜੀ ਹੈ ਰਜ਼ਾਕਾਰਾਨਾ ਤੌਰ ਤੇ ਵਾਲੰਟੀਅਰਸ ਨੂੰ ਨਾਲ ਮਿਲਾ ਕੇ ਇੰਨਾ ਵੱਡਾ ਉਹ ਆਰਕਾਈਵ ਇਕੱਠਾ ਕਰਨਾ। ਸ਼ਾਇਦ ਉਹ ਜਿਸ ਤਰ੍ਹਾਂ ਅਸੀਂ ਗੱਲ ਕਰਨੇ ਕਿ ਬਹੁਤ ਸਾਰੇ ਲੋਕਾਂ ਨੇ ਕੰਮ ਸ਼ੁਰੂ ਕੀਤਾ ਪਾਰਟੀਸ਼ਨ ਸਟੋਰੀਜ਼ ਨੂੰ ਇਕੱਠਾ ਕਰਦਾ, ਲੇਕਿਨ ਹੌਲੀ ਹੌਲੀ ਕੀਤਾ, ਬਹੁਤ ਘੱਟ ਬਚੇ ਉਦੋਂ ਜਦੋਂ ਤੋਂ। ਲੇਕਿਨ ਇਹਨਾਂ ਦਾ ਕੰਮ ਬੜਾ ਟਾਈਮਲੀ ਸੀ ਔਰ ਬਹੁਤ ਪਰਫੈਕਟ ਟਾਈਮ ਸੀ ਇਹਨਾਂ ਦਾ ਜਿਹਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ। ਔਰ ਖਾਸ ਕਰ ਉਹਦੀ ਮੈਥਡੋਲੋਜੀ, ਕਿਸ ਤਰ੍ਹਾਂ ਉਹਦਾ ਕੰਮ ਕਰਨਾ ਹੈ ਔਰ ਕਿਸ ਤਰ੍ਹਾਂ ਉਹਨੂੰ ਜਿਹੜਾ ਹੈ ਰਿਕਾਰਡ ਕਰਨਾ ਹੈ। ਸੋ ਉਸ ਪੂਰੇ ਪ੍ਰੋਸੈਸ ਨੂੰ ਅੱਜ ਅਸੀਂ ਉਹਨਾਂ ਦੇ ਕੋਲੋਂ ਹੀ ਸੁਣਾਂਗੇ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਸਾਂਝੀ ਕਰਾਂਗੇ ਕਿਉਂਕਿ ਉਹਨਾਂ ਜਿਹੜਾ ਉਹਦਾ ਟੌਪਿਕ ਵੀ ਬੜਾ ਇੰਟਰਸਟਿੰਗ ਹੈ ਅੱਜ। ਸੋ ਅਸੀਂ ਵੇਖਾਂਗੇ ਕਿ ਕਿੱਦਾਂ ਉਹ ਲਰਨ ਕਰੀਦਾ ਹੈ ਡਾਕੂਮੈਂਟਸ ਤੇ ਲਿਵਿੰਗ ਹਿਸਟਰੀ ਤੋਂ। ਤੇ ਅਸੀਂ ਅੱਜ ਰਿਕੁਐਸਟ ਕਰਾਂਗੇ ਜੀ ਡਾਕਟਰ ਸਾਹਿਬਾ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ 'ਚ। ਅੱਜ ਤੁਹਾਨੂੰ ਅਸੀਂ ਲਾਇਲਪੁਰ 'ਚ ਜੀ ਆਇਆਂ ਨੂੰ ਆਖਦੇ ਹਾਂ, ਵੈਸੇ ਤੇ ਤੁਸੀਂ ਲਾਹੌਰ ਦੇ ਹੋ, ਅੱਜ ਤੁਸੀਂ ਬਿਲਕੁਲ ਨਾਲ ਹੀ ਹੈ ਲਾਹੌਰ ਦੇ ਲਾਇਲਪੁਰ ਤੇ, ਅੱਜ ਤੁਸੀਂ ਉੱਥੇ ਹੋ ਸਾਡੇ ਨਾਲ। ਹਾਂਜੀ, ਥੈਂਕ ਯੂ ਵੈਰੀ ਮਚ। अस्सलाम वालेकुम, सत श्री अकाल, नमस्ते। कैसे हो? ਜੀ ਮੈਂ ਬਿਲਕੁਲ ਠੀਕ ਠਾਕ ਹਾਂ ਔਰ ਮੈਂ ਜਿਸ ਤਰ੍ਹਾਂ ਪਹਿਲੇ ਵੀ ਗੱਲ ਕਰ ਰਿਹਾ ਸਾਂ ਕਿ ਤੁਸੀਂ ਜਿਹੜਾ ਇਹ ਕੰਮ ਕੀਤਾ ਹਿਸਟਰੀ ਨੂੰ ਇਸ ਤਰ੍ਹਾਂ ਇਕੱਠਾ ਕਰਨ ਦਾ, ਤੇ ਇਹ ਜਿਹੜੇ ਸਾਡੇ ਹਿਸਟਰੀ ਦੇ ਸਟੂਡੈਂਟ ਨੇ ਉਹਨਾਂ ਵਾਸਤੇ ਤੁਸੀਂ ਇੱਕ ਅਹਿਸਾਨ ਵੀ ਕੀਤਾ ਕਿ ਇਹ ਸ਼ਾਇਦ ਮੁੱਕ ਜਾਣਾ ਸੀ ਕੰਮ, ਜਿਹੜਾ ਸਟੋਰੀਜ਼ ਨਾਲ ਹੀ ਚਲੀਆਂ ਜਾਣੀਆਂ ਸਨ ਜਿਹੜੀਆਂ ਤੁਸੀਂ ਇਕੱਠੀਆਂ ਕੀਤੀਆਂ। ਸੋ ਅਸੀਂ ਤੁਹਾਡਾ ਸਾਰੀ ਗੱਲਬਾਤ ਔਰ ਤੁਹਾਡਾ ਐਕਸਪੀਰੀਅੰਸ ਪੁੱਛਾਂਗੇ, ਮਿਲਦੇ ਹਾਂ ਤੁਹਾਡੇ ਗੱਲਬਾਤ ਤੋਂ ਬਾਅਦ ਕੁਝ ਕੁਐਸਚਨ। ਜੀ ਹੁਣ ਸਕਰੀਨ ਤੁਹਾਡੀ। ਹਾਂਜੀ, ਓਕੇ, ਥੈਂਕ ਯੂ ਵੈਰੀ ਮਚ। ਹਾਂਜੀ, ਇਹ ਗੱਲ ਤੁਸੀਂ ਠੀਕ ਕਹੀ ਹੈ। ਜੇ ਇਹ ਅਸੀਂ ਕੰਮ ਸ਼ੁਰੂ ਨਹੀਂ ਕੀਤਾ ਸੀਗਾ 10 ਸਾਲ ਪਹਿਲਾਂ, ਇਹ ਮਤਲਬ ਕਹਾਣੀ ਪੂਰੀ ਖਤਮ ਹੋ ਜਾਣੀ ਸੀਗੀ ਜਿਹੜੀ ਆਪਣੀ ਹੈਗੀ ਹੈ ਪਾਰਟੀਸ਼ਨ ਵਾਲੀ। ਇਸ ਲਈ ਅਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ। ਉਦੋਂ ਅਸੀਂ ਹੋਰ ਵੀ ਛੋਟੇ ਸੀਗੇ ਤੇ ਉਦੋਂ ਲੱਗਦਾ ਸੀਗਾ ਵੀ ਇਹ ਜਿਹੜੀ ਗੱਲ ਹੈਗੀ ਹੈ ਤੇ ਇਹ ਜਿਹੜਾ ਆਪਣਾ ਹਿਸਟਰੀ ਦਾ ਹਿੱਸਾ ਹੈਗਾ ਹੈ, ਇਹਦੇ ਬਾਰੇ ਬਹੁਤ ਜ਼ਿਆਦਾ ਕੁਐਸਚਨਸ ਆ ਜਾਂਦੇ ਸੀਗੇ ਮਨ 'ਚ ਵੀ ਕਿਉਂ ਹੋਈ ਇਹ ਗੱਲ। ਤੇ ਇਹਦੇ 'ਚ ਕੋਈ ਪੜ੍ਹਨ ਵਾਲੀਆਂ ਮਤਲਬ ਜ਼ਿਆਦਾ ਬੁੱਕਸ ਨਹੀਂ ਸੀਗੀਆਂ, ਥੋੜ੍ਹੀਆਂ ਜਿਹੀਆਂ ਸੀਗੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਹੈਗੀਆਂ ਅੱਜ ਵੀ, ਜਿਹੜੇ ਇਸ ਤੱਕ ਖੁਸ਼ਵੰਤ ਸਿੰਘ ਜੀ ਨੇ ਲਿਖੀ ਸੀ, ਤੇ ਬਹੁਤ ਸਾਰੀਆਂ ਉਰਦੂ ਲੈਂਗੁਏਜ ਵਿੱਚ ਬੁੱਕਸ ਸੀਗੀਆਂ ਤੇ ਪੰਜਾਬੀ ਲੈਂਗੁਏਜ ਵਿੱਚ ਬੁੱਕਸ ਸੀਗੀਆਂ ਜਿਹੜੀਆਂ ਐਕਚੁਅਲੀ ਮੈਂ ਪੰਜਾਬ ਵਿੱਚ ਮੈਂ ਨਹੀਂ ਗਰੋ ਅਪ ਕੀਤਾ। ਮੈਂ ਇੰਡੀਅਨ ਆਰਮੀ ਦੇ ਫੈਮਿਲੀ 'ਚ ਹੈਗੇ ਹਾਂ, ਤਾਂ ਫਿਰ ਅਸੀਂ ਪੂਰੇ ਇੰਡੀਆ 'ਚ ਮਤਲਬ ਰਹਿੰਦੇ ਸੀਗੇ। ਤੇ ਉਹਦੇ ਬਾਅਦ ਜਦੋਂ ਮੈਂ 10 ਸਾਲਾਂ ਦੀ ਸੀਗੀ ਅਸੀਂ US 'ਚ ਮੂਵ ਹੋ ਗਏ ਸੀਗੇ। ਤਾਂ ਮੇਰੀ ਜਿੰਨੀ ਵੀ ਜ਼ਿਆਦਾ ਅਪਬ੍ਰਿੰਗਿੰਗ ਹੈਗੀ ਹੈ ਉਹ ਪੰਜਾਬ ਦੇ ਬਾਹਰ ਹੋਈ ਹੈ।
ਤਾਂ ਮੇਰੀ ਕਿਊਰੀਓਸਿਟੀ ਥੋੜ੍ਹੀ ਜਿਹੀ ਜ਼ਿਆਦਾ ਸੀਗੀ, ਜਿੰਨੇ ਜਿਹੜੇ ਆਪਣੇ ਪੰਜਾਬ 'ਚ ਬੱਚੇ ਹੁੰਦੇ ਉਹਨਾਂ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਸੀਗੀ, ਬਿਕੋਜ਼ ਮੇਰੇ ਕੋਲ ਪੰਜਾਬ ਦਾ ਐਕਸੈਸ ਨਹੀਂ ਸੀਗਾ ਇੰਨੀ ਆਸਾਨੀ ਨਾਲ, ਅਤੇ ਦੂਸਰਾ ਜਿਹੜੀ ਲੈਂਗੁਏਜ ਮੈਨੂੰ ਪਤਾ ਸੀਗੀ, ਜਿਹੜੇ ਮੇਰੇ ਵਰਗੇ ਬੱਚੇ ਹੁੰਦੇ ਜਿਹੜੇ ਪੰਜਾਬ ਤੋਂ ਬਾਹਰ ਗਰੋ ਅਪ ਹੁੰਦੇ, ਉਹ ਲੈਂਗੁਏਜ ਮੇਨਲੀ ਉਹਨਾਂ ਦੀ ਹੁੰਦੀ ਹੈ ਇੰਗਲਿਸ਼, ਕਿਉਂਕਿ ਜੇ ਤੁਸੀਂ ਜ਼ਿਆਦਾ ਟਰੈਵਲ ਕਰਦੇ ਹੋ, ਜਿਵੇਂ ਤੁਸੀਂ ਆਰਮੀ 'ਚ ਹੁੰਦੇ ਹੋ ਜਾਂ ਤੁਸੀਂ ਪੰਜਾਬ ਦੇ ਬਾਹਰ ਜਾਂ ਸਾਊਥ ਏਸ਼ੀਆ ਜਿਹੜਾ ਆਪਣਾ ਸਬ ਕੰਟੀਨੈਂਟ ਹੈਗਾ ਉਹਦੇ ਬਾਹਰ ਜਾਂਦੇ ਹੋ, ਫਿਰ ਤੁਹਾਡੀ ਲੈਂਗੁਏਜ ਵੈਸੇ ਤਾਂ ਇੰਗਲਿਸ਼ ਹੀ ਹੁੰਦੀ ਹੈ। ਤਾਂ ਮੋਸਟਲੀ ਇੰਗਲਿਸ਼ ਲੈਂਗੁਏਜ ਵਿੱਚ ਜ਼ਿਆਦਾ ਪਾਰਟੀਸ਼ਨ ਦੇ ਬਾਰੇ ਲਿਖਿਆ ਨਹੀਂ ਸੀਗਾ। ਥੋੜ੍ਹੀਆਂ ਜਿਹੀਆਂ ਬੁੱਕਸ ਸੀਗੀਆਂ, ਬਹੁਤ ਮਤਲਬ ਇੰਪੋਰਟੈਂਟ ਬੁੱਕਸ ਜਿਹੜੀਆਂ ਮੈਂ ਪੜ੍ਹੀਆਂ ਸੀਗੀਆਂ ਅਤੇ ਉਹਨਾਂ ਤੋਂ ਸਿੱਖਿਆ ਸੀਗਾ, ਜਿਵੇਂ ਆਪਣੇ ਖੁਸ਼ਵੰਤ ਸਿੰਘ ਜੀ ਦੀ ਬੁੱਕ ਸੀਗੀ, ਅਤੇ ਜਿਵੇਂ ਆਪਣੇ ਪੋਇਟ ਸੀਗੇ ਫੈਜ਼ ਅਹਿਮਦ ਫੈਜ਼, ਜਿਨ੍ਹਾਂ ਦੀਆਂ ਪੋਮਸ ਤੁਸੀਂ ਇੰਗਲਿਸ਼ ਲੈਂਗੁਏਜ ਵਿੱਚ ਵੀ ਮਤਲਬ ਤੁਸੀਂ ਪੜ੍ਹ ਸਕਦੇ ਸੀ ਉਹਨਾਂ ਦੀਆਂ ਪੋਮਸ। ਅਤੇ ਇਹਨਾਂ ਗੱਲਾਂ ਤੋਂ ਮਤਲਬ ਜਿਹੜੀ ਸਾਨੂੰ ਲੱਗਦੀ ਸੀਗੀ ਵੀ ਇਹਦੇ ਵਿੱਚ ਥੋੜ੍ਹੀ ਜਿਹੀ ਘਟਾਈ ਹੈਗੀ ਆ, ਉੱਥੋਂ ਇਹ ਡਾਕੂਮੈਂਟੇਸ਼ਨ ਦੀ ਇੰਸਪੀਰੇਸ਼ਨ ਆਈ। ਤਾਂ ਮੈਨੂੰ ਤਾਂ ਮਤਲਬ ਆਈਡੀਆ ਜਦੋਂ ਪਹਿਲਾਂ ਆਇਆ ਸੀਗਾ, ਆਈ ਥਿੰਕ 15 years old, ਮਾਫੀ ਦਿਓ ਮੇਰੀ ਪੰਜਾਬੀ ਇੰਨੀ ਅੱਛੀ ਨਹੀਂ ਹੈਗੀ ਜਿੰਨੀ ਮੇਰੀ ਇੰਗਲਿਸ਼ 'ਚ ਗੱਲ ਹੋ ਸਕਦੀ ਹੈ ਆਸਾਨੀ ਨਾਲ, ਪਰ ਆਈ ਵਿਲ ਟਰਾਈ ਮਾਈ ਬੈਸਟ ਵੀ ਪੰਜਾਬੀ 'ਚ ਨੂੰ ਜਿੰਨਾ ਵੀ ਮੈਂ ਸਮਝਾ ਸਕਾਂ। ਤਾਂ ਆਈਡੀਆ ਜਿਹੜਾ ਆਇਆ ਸੀਗਾ ਪਾਰਟੀਸ਼ਨ ਆਰਕਾਈਵ ਦਾ, ਮੈਨੂੰ ਆਈ ਵਾਜ਼ 15 years old, ਉਦੋਂ ਮੈਂ ਹਾਈ ਸਕੂਲ 'ਚ ਹੁੰਦੀ ਸੀ, ਅਤੇ ਅਸੀਂ ਇੰਡੀਆ ਤੋਂ ਉਦੋਂ US ਮੂਵ ਹੋਏ ਸੀਗੇ, ਅਤੇ ਇੰਡੀਆ 'ਚ ਤਾਂ ਉਸ ਟਾਈਮ ਪਾਰਟੀਸ਼ਨ ਬਾਰੇ ਸਿਖਾਉਂਦੇ ਨਹੀਂ ਸੀਗੇ। ਦਿਸ ਇਜ਼ ਅਬਾਊਟ 20-25 years ago। ਅਤੇ ਉਹਦੇ ਬਾਅਦ ਜਦੋਂ US ਵਿੱਚ ਮੂਵ ਹੋਏ, ਉੱਥੇ ਵੀ ਹਾਈ ਸਕੂਲ ਦੇ ਸਾਡੀ ਹਿਸਟਰੀ ਬੁੱਕ 'ਚ ਬਸ ਇੱਕੋ ਲਾਈਨ ਸੀਗੀ ਵੀ ਗਾਂਧੀ ਜੀ ਨੇ ਇੱਕ ਮਾਰਚ ਕੀਤੀ, ਅਤੇ ਉਹ ਮਾਰਚ ਦੇ ਨਾਲ ਬ੍ਰਿਟਿਸ਼ਰ ਸੀਗੇ ਜਿਹੜੇ ਉਹ ਪੀਸਫੁਲੀ ਚਲੇ ਗਏ, ਕੋਈ ਬਲੱਡ ਸ਼ੈਡ ਨਹੀਂ ਸੀਗੀ, ਅਤੇ ਇੰਡੀਆ ਬਿਕੇਮ ਇੰਡੀਪੈਂਡੈਂਟ ਅਤੇ ਇੱਕ ਨਵੀਂ ਕੰਟਰੀ ਬਣ ਗਈ ਉਹਦੇ ਨਾਲ, ਪਾਕਿਸਤਾਨ। ਅਤੇ ਬਸ ਇੰਨੀ ਕੁ ਲਾਈਨ ਸੀਗੀ। ਅਤੇ ਜਦੋਂ ਮੈਂ ਆਪਦੀ ਹਿਸਟਰੀ ਟੀਚਰ ਨੂੰ ਦੱਸਿਆ ਵੀ ਮੇਰੀ ਗ੍ਰੈਂਡਮਦਰ ਨੇ ਐਕਚੁਅਲੀ ਮੈਨੂੰ ਦੱਸਿਆ ਵੀ ਇੱਥੇ ਤਾਂ ਬਹੁਤ ਮਿਲੀਅਨਸ ਆਫ ਲੋਕ ਹੋਮਲੈਸ ਹੋ ਗਏ ਸੀਗੇ, ਅਤੇ ਬਹੁਤ ਸਾਰੇ ਲੋਕਾਂ ਦੀ ਡੈਥ ਵੀ ਹੋ ਗਈ ਸੀਗੀ, ਅਤੇ ਬਹੁਤ ਮਤਲਬ ਕੇਓਟਿਕ ਟਾਈਮ ਸੀਗਾ। ਅਤੇ ਮੇਰੀ ਹਿਸਟਰੀ ਟੀਚਰ ਨੇ ਉਦੋਂ ਕਿਹਾ ਵੀ ਇਹ ਤੁਹਾਨੂੰ ਭੁਲੇਖਾ ਲੱਗਦਾ ਹੋਊਗਾ, ਕਿਉਂਕਿ ਤੁਹਾਡੀ ਗ੍ਰੈਂਡਮਦਰ ਦਾ ਭੁਲੇਖਾ ਹੋਊਗਾ, ਕਿਉਂਕਿ ਸਾਡੀ ਬੁੱਕ 'ਚ ਤਾਂ ਲਿਖਿਆ ਨਹੀਂ ਹੋਇਆ। ਫਿਰ ਮੈਨੂੰ ਉਸ ਟਾਈਮ 'ਤੇ ਲੱਗਿਆ ਵੀ ਜੇ ਕੋਈ ਗੱਲ ਆਪਣੀ ਹਿਸਟਰੀ ਬੁੱਕਸ ਵਿੱਚ ਨਹੀਂ ਪਹੁੰਚਦੀ ਤਾਂ ਇਹਦਾ ਮਤਲਬ ਉਹ ਪੂਰੀ ਹਿਸਟਰੀ ਇਰੇਸ ਹੋ ਜਾਂਦੀ ਹੈ, ਕਿਉਂਕਿ ਇੱਕ ਦੋ ਜਨਰੇਸ਼ਨਸ ਤਾਂ ਰਿਮੈਂਬਰ ਕਰ ਲੈਂਦੀਆਂ। ਮੇਰੀ ਗ੍ਰੈਂਡਮਦਰ ਨੇ ਮੈਨੂੰ ਦੱਸਿਆ ਸੀਗਾ, ਅਤੇ ਉਸ ਤੋਂ ਬਾਅਦ ਜਦੋਂ ਮੇਰੀ ਗ੍ਰੈਂਡਮਦਰ ਦਾ ਉਹ ਲਿਵਡ ਐਕਸਪੀਰੀਅੰਸ ਸੀਗਾ, ਉਹਨਾਂ ਨੇ ਆਪੇ ਬੀਤੀਆਂ ਸੀਗੀਆਂ ਉਹ ਗੱਲਾਂ। ਅਤੇ ਉਸ ਤੋਂ ਬਾਅਦ ਜੇ ਮੇਰੀ ਨੈਕਸਟ ਫਿਊ ਜਨਰੇਸ਼ਨਸ ਹੈਗੀਆਂ ਉਹ ਮੇਰੇ ਤੋਂ ਸੁਣਨਗੀਆਂ, ਅਤੇ ਜੇ ਮੇਰੇ ਤੋਂ ਸੁਣਨਗੀਆਂ ਅਤੇ ਮੇਰੀ ਉਹ ਲਿਵਡ ਐਕਸਪੀਰੀਅੰਸ ਨਹੀਂ ਹੈਗੀ, ਉਹ ਮੈਂ ਨਹੀਂ ਬੀਤੀਆਂ ਉਹ ਗੱਲਾਂ, ਅਤੇ ਇਹਦਾ ਮਤਲਬ ਉਹ ਇੰਨਾ ਸੀਰੀਅਸ ਨਹੀਂ ਉਹ ਹਿਸਟਰੀ ਮਤਲਬ ਠੀਕ ਤਰ੍ਹਾਂ ਰਹੂਗੀ, ਸੰਭਾਲੀ ਨਹੀਂ ਜਾਊਗੀ। ਅਤੇ ਆਲਸੋ ਉਹ ਥੋੜ੍ਹੀ ਜਿਹੀ ਚੇਂਜ ਹੋ ਜਾਂਦੀ ਹੈ ਫਿਰ ਹਿਸਟਰੀ, ਜੇ ਜਨਰੇਸ਼ਨਸ ਦੇ ਵਿੱਚ ਚੱਲੀ ਜਾਂਦੀ ਹੈ। ਜਿਵੇਂ ਆਪਣੀ ਬਹੁਤ ਸਾਰੀ ਮਿਥੋਲੋਜੀ ਹੈਗੀ ਹੈ ਸਾਊਥ ਏਸ਼ੀਆ ਦੀ, ਓਵਰ ਟਾਈਮ ਪ੍ਰੋਬੇਬਲੀ ਕੋਈ ਪੁਰਾਣੀ ਹਿਸਟਰੀ ਦੀ ਐਕਚੁਅਲ ਗੱਲ ਹੋਈ ਹੋਊਗੀ, ਕੋਈ ਹਿਸਟੋਰੀਕਲ ਇਵੈਂਟ ਹੋਇਆ ਹੋਊਗਾ ਮੇਬੀ 5000 years ago, ਅਤੇ ਉਹਦੀ ਜਿਹੜੀ ਗੱਲ ਹੁਣ ਤੱਕ ਚੱਲ ਕੇ ਆ ਰਹੀ ਹੈ ਉਹ ਮਿਥੋਲੋਜੀ ਬਣ ਜਾਂਦੀ ਹੈ, ਐਗਜ਼ੈਜਰੇਸ਼ਨ ਆ ਜਾਂਦੀ ਹੈ ਵਿੱਚ, ਥੋੜ੍ਹੀ ਜਿਹੀ ਚੇਂਜ ਹੋ ਜਾਂਦੀ ਹੈ ਸਟੋਰੀ। ਤਾਂ ਇਸ ਲਈ ਫਿਰ ਸਾਨੂੰ ਲੱਗਿਆ ਵੀ ਅੱਛਾ ਇਹ ਸਟੋਰੀ ਤਾਂ ਮੈਨੂੰ ਲੱਗਿਆ ਵੀ ਇਹ ਜਾ ਰਹੀ ਹੈ, ਅਤੇ ਮੈਨੂੰ ਪਤਾ ਨਹੀਂ ਸੀ ਉਸ ਟਾਈਮ 'ਤੇ ਕੀ ਕਰਨਾ। ਮੈਂ ਅਜੇ 15 year old ਨੂੰ ਕੀ ਆਉਣਾ, ਉਦੋਂ ਤਾਂ ਬਿਜ਼ੀ ਹੁੰਦੇ ਆ ਵੀ ਹੁਣ ਪੜ੍ਹਾਈ ਕਰਨੀ ਹੈ ਅਤੇ ਕਾਲਜ ਜਾਣਾ ਹੈ ਅਤੇ ਉਹ ਸਭ ਕਰਨਾ ਹੈ। ਫਿਰ ਇਹ ਗੱਲ ਮੇਰੇ ਬੈਕ ਆਫ ਮਾਈ ਮਾਈਂਡ ਵਿੱਚ ਸੀਗੀ, ਅਤੇ ਮੈਂ ਇਹਦੇ ਬਾਰੇ ਸੋਚਦੀ ਰਹੀ, ਪਤਾ ਨਹੀਂ ਸੀ ਇਹਦੇ ਬਾਰੇ ਕੀ ਕਰਨਾ। ਅਤੇ ਫਿਰ ਚਲੋ ਕਾਲਜ ਵੀ ਕਰ ਲਿਆ। ਫਿਰ ਉਹਦੇ ਬਾਅਦ ਮੈਂ ਕਾਲਜ ਐਕਚੁਅਲੀ ਮੈਥ ਐਂਡ ਫਿਜ਼ਿਕਸ ਵਿੱਚ ਕੀਤਾ, ਇਹਦੇ ਆਪਣੇ ਸੋਸ਼ਲ ਸਾਇੰਸ ਵਿੱਚ ਨਹੀਂ ਕੀਤਾ, ਅਤੇ ਹਿਸਟਰੀ 'ਚ ਵੀ ਨਹੀਂ ਕੀਤਾ। ਅਤੇ ਉਹਦੇ ਬਾਅਦ ਮੈਂ ਜਾ ਕੇ PhD ਕੀਤੀ ਹੋਈ ਹੈ ਫਿਜ਼ਿਕਸ, ਅਤੇ PhD ਦੇ ਨਾਲ ਮੈਂ ਉੱਥੇ ਗਈ ਸੀਗੀ, PhD ਦੀ ਰਿਸਰਚ ਦੇ ਲਈ ਮੈਂ ਜਾਪਾਨ ਗਈ ਸੀਗੀ, ਅਤੇ ਉੱਥੇ ਮੈਂ ਯੂਨੀਵਰਸਿਟੀ ਆਫ ਟੋਕੀਓ 'ਚ ਸੀ, ਅਤੇ ਉੱਥੋਂ ਅਸੀਂ ਥੋੜ੍ਹੀ ਜਿਹੀ ਟ੍ਰਿਪਸ ਲਾਉਂਦੇ ਹੁੰਦੇ ਸੀਗੇ, ਅਤੇ ਉੱਥੋਂ ਮੈਂ ਹੀਰੋਸ਼ੀਮਾ ਗਈ। ਅਤੇ ਹੀਰੋਸ਼ੀਮਾ ਪੀਸ ਮੈਮੋਰੀਅਲ ਮੈਨੂੰ ਲੱਗਿਆ ਵੀ ਉਹਨਾਂ ਨੇ ਜਿਵੇਂ ਆਪਣੀ ਹਿਸਟਰੀ ਸੰਭਾਲੀ ਹੋਈ ਹੈ, ਉਹ ਮੈਨੂੰ ਬਹੁਤ ਮਤਲਬ ਉਹਦੇ ਨਾਲ ਮੈਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਗਈ। ਅਤੇ ਨਾਟ ਓਨਲੀ ਇੰਪ੍ਰੈਸ ਹੋ ਗਈ, ਪਰ ਜਿਵੇਂ ਜੇ ਤੁਸੀਂ ਜਿਹੜੇ ਬੰਬ ਦੇ ਆਪਣੇ ਸਰਵਾਈਵਰ ਹੁੰਦੇ ਜਿਨ੍ਹਾਂ ਨੇ ਮਤਲਬ ਬਹੁਤ ਸਾਰੇ ਲੋਕ ਤਾਂ ਮਰ ਗਏ ਸੀਗੇ, ਜਿਹਨੂੰ US ਨੇ ਅਟੋਮਿਕ ਬੰਬ ਜਾਪਾਨ ਦੇ ਉੱਤੇ ਸਿੱਟਿਆ, ਅਤੇ ਜਿਹੜੇ ਲੋਕ ਸਰਵਾਈਵ ਕਰ ਗਏ ਉਹਨਾਂ ਦੀਆਂ ਲਾਈਵਸ ਵੀ, ਉਹਨਾਂ ਦੀ ਜ਼ਿੰਦਗੀ ਵੀ ਖਰਾਬ ਹੋ ਗਈ, ਕਿਉਂਕਿ ਉਹਨਾਂ ਨੂੰ ਜੋਬ ਨਹੀਂ ਮਿਲਦੀ ਸੀ, ਕੋਈ ਉਹਨਾਂ ਨਾਲ ਮੈਰਿਜ ਨਹੀਂ ਕਰਦਾ ਸੀਗਾ। ਅਤੇ ਇਹ ਸਭ ਮੈਨੂੰ ਪਤਾ ਲੱਗਿਆ ਜਦੋਂ ਮੈਂ ਉਹਨਾਂ ਦੀਆਂ ਓਰਲ ਹਿਸਟਰੀਜ਼
ਦੀਆਂ ਆਰਕਾਈਵ ਸੀਗੀਆਂ ਉਹ ਦੇਖੀਆਂ। ਫਿਰ ਮੈਨੂੰ ਪਤਾ ਲੱਗਿਆ ਵੀ ਜੇ ਤੁਸੀਂ ਕਿਸੇ ਦੀ ਲਿਵਡ ਹਿਸਟਰੀ ਹੁੰਦੀ ਹੈ, ਉਹਨਾਂ ਦੀਆਂ ਬੀਤੀਆਂ ਗੱਲਾਂ ਜੇ ਤੁਸੀਂ ਉਹਨਾਂ ਤੋਂ ਡਾਇਰੈਕਟਲੀ ਸੁਣਦੇ ਹੋ, ਫਿਰ ਜੇ ਉਹ ਬੰਦਾ ਨਹੀਂ ਵੀ ਹੈਗਾ ਅੱਜ ਕੱਲ੍ਹ, ਉਹਨਾਂ ਦੀਆਂ ਗੱਲਾਂ ਬਚ ਜਾਂਦੀਆਂ ਜੇ ਤੁਸੀਂ ਰਿਕਾਰਡ ਕਰਦੇ ਹੋ। ਤੇ ਜਿਹੜੀਆਂ ਅਗਲੀਆਂ ਜਨਰੇਸ਼ਨਸ ਹੁੰਦੀਆਂ, ਫਿਰ ਉਹ ਜਿਨ੍ਹਾਂ ਨੇ ਬੀਤੀ ਹੋਈ ਹੈ ਗੱਲ, ਉਹਨਾਂ ਤੋਂ ਡਾਇਰੈਕਟਲੀ ਸੁਣ ਸਕਦੀ ਹੈ। ਤੇ ਆਲਸੋ ਇਹਦੇ 'ਚ ਇਹ ਗੱਲ ਹੈਗੀ, ਫਿਰ ਕਈ ਲੋਕੀ ਕਹਿੰਦੇ ਫਿਰ ਇਹਨੂੰ ਤੁਸੀਂ ਜ਼ਿਆਦਾ ਟਰਸਟ ਨਹੀਂ ਕਰ ਸਕਦੇ ਹੋ, ਤੁਸੀਂ ਡਾਕੂਮੈਂਟਸ ਜਿਹੜੀਆਂ ਹੁੰਦੀਆਂ ਉਹ ਵਾਲੀ ਹਿਸਟਰੀ ਜ਼ਿਆਦਾ ਟਰਸਟ ਕਰੋ। ਪਰ ਹਿਸਟਰੀ 'ਚ ਇਹੋ ਜਿਹੀ ਵੀ ਹੁੰਦੀਆਂ ਗੱਲਾਂ ਵੀ ਜਿਹੜੀਆਂ ਕਿਸੇ ਨੇ ਕਦੇ ਕੋਈ ਡਾਕੂਮੈਂਟ ਬਣਾਇਆ ਹੀ ਨਹੀਂ, ਫਸਟ ਆਫ ਆਲ। ਸੈਕਿੰਡ ਥਿੰਗ ਇਹ ਹੈ ਵੀ ਜਿਹੜੇ ਆਪਣੇ ਡਾਕੂਮੈਂਟਸ ਵੀ ਹੈਗੇ ਆ ਉਹ ਵੀ ਲੋਕਾਂ ਨੇ ਬਣਾਏ ਹੈ, ਤੇ ਉਹਦੇ 'ਚ ਵੀ ਜਿਹੜੇ ਆਪਣੇ ਇਹ ਐਰਰਸ ਹੁੰਦੇ ਆ ਉਹ ਡਾਕੂਮੈਂਟਸ ਦੇ ਵਿੱਚ ਵੀ ਆ ਜਾਂਦੇ ਹੁੰਦੇ ਆ। ਤੇ ਮਤਲਬ ਹਿਸਟਰੀ ਤੁਸੀਂ ਜੇ ਕਿਸ ਤੋਂ ਵੀ ਸਿੱਖੋ, ਜੇ ਵੈਦਰ ਲਿਖੀ ਹੋਈ ਹੈ ਉਹ ਵੀ ਹਿਊਮਨਸ ਨੇ ਲਿਖੀ ਹੋਈ ਹੈ, ਜਿਹੜੀ ਬੋਲਣ ਵਾਲੀ ਹਿਸਟਰੀ ਹੁੰਦੀ ਹੈ ਉਹ ਵੀ ਲੋਕਾਂ ਨੇ ਬੋਲੀ ਹੋਈ ਹੈ। ਤਾਂ ਐਰਰ ਜਿਹੜਾ ਹਿਊਮਨ ਐਰਰ ਹੁੰਦਾ ਹੈ ਉਹ ਦੋਨੋਂ ਟਾਈਪਸ ਦੀ ਹਿਸਟਰੀ 'ਚ ਆ ਜਾਂਦਾ ਹੈ। ਫਿਰ ਇਸ ਗੱਲ ਤੋਂ ਉਸ ਟਾਈਮ ਮੈਨੂੰ ਮਤਲਬ ਬਹੁਤ ਜ਼ਿਆਦਾ ਓਬਸੈਸ਼ਨ ਹੋ ਗਿਆ ਸੀਗਾ। ਓਬਸੈਸ਼ਨ ਕਹਿ ਸਕਦੇ ਹੋ, ਇਹ ਇੰਗਲਿਸ਼ ਵਰਡ ਹੈ ਤੇ ਇਹਦਾ ਮੈਨੂੰ ਪੰਜਾਬੀ ਨਾਲ ਐਗਜ਼ੈਕਟ ਉਹ ਟ੍ਰਾਂਸਲੇਸ਼ਨ ਨਹੀਂ ਪਤਾ ਇਸ ਵੇਲੇ, ਉਹ ਮਨ 'ਚ ਨਹੀਂ ਆ ਰਹੀ। ਪਰ ਤੁਸੀਂ ਐਂ ਕਹਿ ਸਕਦੇ ਹੋ ਵੀ ਇੱਕ ਟਾਈਪ ਦਾ ਓਬਸੈਸ਼ਨ ਹੋ ਗਿਆ ਸੀਗਾ ਉਸ ਟਾਈਮ ਵੀ। ਆਪਣੇ ਇੰਨੇ ਘੱਟ ਲੋਕ ਬਚੇ ਹੋਏ ਆ, ਇਹ 10 ਸਾਲ ਪਹਿਲਾਂ ਦੀ ਗੱਲ ਹੈ, ਤੇ ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਇੱਕਦਮ। ਤੇ ਫਿਰ ਉਹਨਾਂ ਦਿਨਾਂ 'ਚ ਮੈਂ ਫਿਰ ਉਹਦੇ ਬਾਅਦ ਕੈਲੀਫੋਰਨੀਆ ਚਲੇ ਗਈ, ਉੱਥੇ ਮੇਰੀ ਜੌਬ ਲੱਗ ਗਈ। ਉੱਥੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਹੈਗੀ ਹੈ ਤੇ ਲਾਰੈਂਸ ਬਰਕਲੀ ਨੈਸ਼ਨਲ ਲੈਬ ਹੈਗੀ ਹੈ, ਤੇ ਉੱਥੇ ਮੈਂ ਰਿਸਰਚ ਕਰਦੀ ਸੀ। ਤੇ ਨਾਲ ਦੀ ਨਾਲ ਜਦੋਂ ਵੀ ਮੈਂ ਇੰਡੀਆ ਆਉਂਦੀ ਸੀਗੀ, ਮੈਂ ਉੱਥੋਂ ਆਪਦੇ ਜਿਹੜੇ ਫੈਮਿਲੀ ਸਰਕਲ ਸੀਗੇ ਉੱਥੇ ਮੈਂ ਥੋੜ੍ਹੀ ਜਿਹੀ ਵੈਰੀ ਲਾਈਟਲੀ ਰਿਕਾਰਡ ਕਰਨੀਆਂ ਸ਼ੁਰੂ ਕਰਤੀਆਂ ਸਟੋਰੀ। ਮੇਰੀ ਕੋਈ ਇਹੋ ਜਿਹੀ ਮਤਲਬ ਇੱਛਾ ਨਹੀਂ ਸੀਗੀ ਵੀ ਕੋਈ ਆਰਗੇਨਾਈਜੇਸ਼ਨ ਸਟਾਰਟ ਹੋ ਜਾਏ ਜਾਂ ਐਂ ਕੁਛ ਹੋ ਜਾਏ, ਬਸ ਇਹੀ ਸੀਗੀ ਵੀ ਮੈਂ ਪਰਸਨਲੀ ਰਿਕਾਰਡ ਕਰੂੰਗੀ ਆਪਦੇ ਵਾਸਤੇ। ਇਟ ਵਾਜ਼ਨਟ ਵੀ ਇਹ ਦੁਨੀਆ ਵਾਸਤੇ ਕਰਨੀ ਹੈ ਐਂ ਕੁਛ। ਪਰ ਹੌਲੀ ਹੌਲੀ ਕੀ ਹੋਇਆ ਵੀ 2010 ਵਿੱਚ ਜਦੋਂ ਮੈਂ ਜਾਪਾਨ 'ਚ ਸੀਗੀ, ਉਦੋਂ 2008 ਦੀ ਗੱਲ ਹੈ, ਤੇ 2010 ਵਿੱਚ ਮੈਂ ਕੈਲੀਫੋਰਨੀਆ 'ਚ ਸੀਗੀ। ਐਂਡ ਉਦੋਂ ਫਿਰ ਕੀ ਹੋਇਆ, ਇੱਕ ਮੇਰੇ ਦਾਦੀ ਜੀ ਦੇ ਜਿਹੜੇ ਲਾਸਟ ਸਰਵਾਈਵਿੰਗ ਬ੍ਰਦਰ ਸੀਗੇ ਉਸ ਜਨਰੇਸ਼ਨ ਦੇ, ਉਹ 95 ਦੇ ਸੀਗੇ। ਉਹਨਾਂ ਨੂੰ ਮੈਂ ਮਿਲਣ ਗਈ ਸੀ ਅਨੰਦਪੁਰ ਸਾਹਿਬ, ਤੇ ਉੱਥੇ ਮੇਰੇ ਕੋਲ ਕੈਮਰਾ ਨਹੀਂ ਸੀਗਾ ਉਦੋਂ, ਬਸ ਉਹਨਾਂ ਨੂੰ ਹੈਲੋ ਹਾਏ ਕਰਨ ਵਾਸਤੇ, ਜਿਵੇਂ ਹਾਲ ਚਾਲ ਵਾਸਤੇ ਗਏ ਸੀਗੇ। ਤੇ ਉਹ ਕਹਿੰਦੇ ਕੋਈ ਗੱਲ ਨਹੀਂ, ਅਗਲੀ ਵਾਰ ਜਦੋਂ ਆਉਂਗੇ ਮੈਂ ਪੂਰੀ ਸਟੋਰੀ ਦੱਸੂਗਾ ਫੈਮਿਲੀ ਦੀ, ਤੁਸੀਂ ਕੈਮਰਾ ਲੈ ਆਇਓ। ਤੇ ਮਤਲਬ ਮੇਨ ਗੱਲ ਇਹ ਸੀਗੀ ਵੀ ਉਹ ਲਾਸਟ ਸਰਵਾਈਵਰ ਸੀਗੇ ਉਸ ਏਜ ਗਰੁੱਪ 'ਚ ਸਾਡੀ ਫੈਮਿਲੀ 'ਚ। ਫਿਰ ਉਹਦੇ ਬਾਅਦ ਮੈਂ US ਆ ਗਈ, ਤੇ ਅਸੀਂ ਕਿਹਾ ਚਲੋ ਅਗਲੀ ਵਾਰ ਜਦੋਂ ਜਾਵਾਂਗੇ ਇੰਡੀਆ, ਮੈਂ ਸਾਲ 'ਚ ਇੱਕ ਵਾਰੀ ਚੱਲੀ ਜਾਂਦੀ ਹੁੰਦੀ ਸੀ, ਤੇ ਉਦੋਂ ਰਿਕਾਰਡ ਕਰ ਲਾਂਗੇ ਉਹਨਾਂ ਦੀ ਸਟੋਰੀ। ਪਰ ਗੱਲ ਇਹ ਹੋਈ ਜਦੋਂ ਮੈਂ ਇੰਡੀਆ ਪਹੁੰਚ ਗਈ ਤੇ ਉਸ ਸਮਰ ਉਹਨਾਂ ਦੀ ਡੈਥ ਹੋ ਗਈ। ਤਾਂ ਇਹਦਾ ਮਤਲਬ ਉਹਨਾਂ ਨੇ ਪੂਰੀ ਲਾਈਫ ਟਾਈਮ ਦੀ ਆਪਦੀਆਂ ਜਿੰਨੀਆਂ ਵੀ ਗੱਲਾਂ ਸੀਗੀਆਂ, ਕਿੰਨੀਆਂ ਸਾਰੀਆਂ ਜਿਹੜੀਆਂ ਮੇ ਵੀ ਸ਼ਾਇਦ ਉਹਨਾਂ ਨੇ ਆਪਦੇ ਬੱਚਿਆਂ ਨੂੰ ਵੀ ਨਾ ਦੱਸੀਆਂ ਹੋਣ, ਤੇ ਉਹ ਸਾਰੀਆਂ ਚਲੀਆਂ ਗਿਆ, ਸਾਡੀ ਪੂਰੀ ਫੈਮਿਲੀ ਦੀਆਂ ਗੱਲਾਂ ਚਲੀਆਂ ਗਿਆ। ਤੇ ਮੇਰੇ ਗ੍ਰੈਂਡਮਦਰ ਤੇ ਗ੍ਰੈਂਡਫਾਦਰ ਦੀ ਡੈਥ ਤਾਂ ਉਸ ਤੋਂ ਪਹਿਲਾਂ ਵੀ ਹੋ ਚੁੱਕੀ ਸੀ। ਐਂਡ ਸੋ ਫਿਰ ਮੈਨੂੰ ਬਹੁਤ ਜ਼ਿਆਦਾ ਉਸ ਟਾਈਮ ਬੁਰਾ ਲੱਗਿਆ, ਤੇ ਉਸੇ ਹਫਤੇ ਮੈਂ ਸੋਚਿਆ ਵੀ ਇਮੀਡੀਏਟਲੀ ਕੁਛ ਕਰਨਾ ਚਾਹੀਦਾ ਹੈ, ਤੇ ਕੁਛ ਨਾ ਕੁਛ ਕਰਨਾ ਚਾਹੀਦਾ। ਉਦੋਂ ਮੈਂ ਕੈਲੀਫੋਰਨੀਆ 'ਚ ਵੀ ਨਿਊ ਸੀਗੀ, ਮੇਰੀ ਕੋਈ ਨੈਟਵਰਕ ਨਹੀਂ ਸੀਗਾ ਉੱਥੇ, ਮੈਂ ਕਿਸੇ ਨੂੰ ਜਾਣਦੀ ਨਹੀਂ ਸੀ ਜ਼ਿਆਦਾ। ਤੇ ਫਿਰ ਅਸੀਂ ਐਂ ਕੀਤਾ ਵੀ ਮੈਂ ਚਲੀ ਗਈ, ਮੈਂ ਉਹਨਾਂ ਦਿਨਾਂ 'ਚ ਇੱਕ ਹੁੰਦੀ ਸੀਗੀ ਬੁੱਕ, ਫੋਨ ਬੁੱਕ, ਤੇ ਉਹਦੇ 'ਚ ਮੈਂ ਦੇਖਿਆ ਵੀ ਆਪਣੇ ਪੰਜਾਬੀ ਗੁਰਦੁਆਰੇ ਤੇ ਮੌਸਕਸ ਤੇ ਟੈਂਪਲਸ ਕਿੱਥੇ ਕਿੱਥੇ ਹੁੰਦੇ ਆ। ਤੇ ਕੈਲੀਫੋਰਨੀਆ 'ਚ ਐਕਚੁਅਲੀ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਉੱਥੇ ਆਪਣੀ ਡਾਇਆਸਪੋਰਾ ਕਹਿੰਦੇ ਆ, ਜਿਵੇਂ ਪੰਜਾਬੀ ਲੋਕ ਬਹੁਤ ਰਹਿੰਦੇ ਹੈਗੇ ਆ। ਤੇ ਲੱਕੀਲੀ ਫਿਰ ਮੈਂ ਆਈ ਸਟਾਰਟਡ ਟੂ ਗੋ, ਮੈਂ ਮੌਸਕਸ ਤੇ ਗੁਰਦੁਆਰਿਆਂ 'ਚ ਟੇਬਲ ਰੱਖਣਾ ਸ਼ੁਰੂ ਕਰਤਾ। ਥੈਂਕਫੁਲੀ ਕਈ ਲੋਕਾਂ ਨੇ ਸੋਚਿਆ ਵੀ ਬਹੁਤ ਅਜੀਬ ਸੀਗਾ ਇਹ ਜੋ ਮੈਂ ਕੀਤਾ, ਪਰ ਥੈਂਕਫੁਲੀ ਉੱਥੇ ਕੋਈ ਲੇਡੀਜ਼ ਸੀਗੀਆਂ, ਉਹਨਾਂ ਨੇ ਬਹੁਤ ਜ਼ਿਆਦਾ ਇਨਕਰੇਜ ਕੀਤਾ, ਤੇ ਫਿਰ ਉਹਨਾਂ ਦੇ ਨਾਲ ਮੈਂ ਲੱਗ ਕੇ ਟੇਬਲ ਲਾ ਲਏ। ਤੇ ਉੱਥੇ ਮੈਂ ਇੱਕ ਸਾਈਨ ਲਗਾਤਾ ਵੀ 1947 ਪਾਰਟੀਸ਼ਨ ਦੀਆਂ ਸਟੋਰੀਜ਼ ਹੈਗੀਆਂ, ਤੇ ਆ ਕੇ ਸਾਡੇ ਨਾਲ ਗੱਲ ਕਰੋ। ਤੇ ਮੈਂ ਲੱਗ ਗਈ, ਤੇ ਉਹਦੇ ਨਾਲ ਹੋਰ ਵੀ ਥੋੜ੍ਹੇ ਜਿਹੇ ਜਿਹੜੇ ਯੰਗ ਲੋਕ ਸੀਗੇ ਉਹ ਮੇਰੇ ਨਾਲ ਲੱਗ ਗਏ ਵਾਲੰਟੀਅਰ ਕਰਨ। ਐਂਡ ਇੱਕਦਮ ਪਹਿਲੇ ਦਿਨ 30 ਲੋਕ, ਤੇ ਪਹਿਲੇ ਦਿਨ ਮੈਂ ਗਈ ਸੀ ਗੁਰਦੁਆਰੇ ਗਈ ਸੀ, ਫਰੀਮੌਂਟ ਗੁਰਦੁਆਰਾ ਜਿਹੜਾ ਹੈਗਾ, ਤੇ 30 ਲੋਕ ਲੱਗ ਗਏ ਲਾਈਨ 'ਚ, ਤੇ ਉਹਦੇ ਵਿੱਚ ਪਾਕਿਸਤਾਨੀ ਵੀ ਸੀਗੇ। ਉਹਦਾ ਮਤਲਬ ਪਾਕਿਸਤਾਨੀ ਵੀ ਉੱਥੇ ਗੁਰਦੁਆਰੇ ਜਾਂਦੇ ਸੀ ਲੰਗਰ ਖਾਣ। ਤੇ ਉਹਨਾਂ ਨੇ ਸਾਰਿਆਂ ਨੇ ਸਾਈਨ ਅਪ ਕਰਤਾ ਵੀ ਸਾਡੇ ਕੋਲ ਸਟੋਰੀਜ਼ ਹੈਗੀਆਂ ਉਸ ਟਾਈਮ ਦੀਆਂ। ਫਿਰ ਮੈਨੂੰ ਲੱਗਿਆ ਓ ਮਾਈ ਗॉड, ਇੰਨੇ ਸਾਰੇ ਲੋਕ ਮੈਂ ਕਿਵੇਂ ਕਰੂੰਗੀ ਇਕੱਲੇ।
ਸੋ ਦੈਨ ਮੈਂ ਉਹਦੇ ਬਾਅਦ ਚਲੀ ਗਈ ਉੱਥੇ UC ਬਰਕਲੀ, ਜਿੱਥੇ ਮੈਂ ਹੁੰਦੀ ਸੀਗੀ, ਜਿੱਥੇ ਮੈਂ ਕੰਮ ਕਰਦੀ ਸੀ। ਉੱਥੇ ਮੈਂ ਜਿੰਨੇ ਵੀ ਸਟੂਡੈਂਟ ਕਲੱਬ ਸੀਗੇ ਆਪਣੇ ਸਾਊਥ ਏਸ਼ੀਅਨ, ਇੰਡੀਅਨ, ਪਾਕਿਸਤਾਨੀ, ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਮੈਨੂੰ ਇਨਵੀਟੇਸ਼ਨ ਦੇ ਦਿਓ, ਮੈਂ ਤੁਹਾਡੀ ਥੋੜ੍ਹੀ ਜਿਹੀ ਗੱਲ ਕਰਨੀ ਹੈ ਤੁਹਾਡੇ ਜਿੰਨੇ ਵੀ ਵਾਲੰਟੀਅਰਸ ਹੈਗੇ ਵੀ ਜੇ ਉਹ ਚਾਹੁੰਦੇ ਆ ਆਪਾਂ ਇਕੱਠੇ ਲੱਗ ਕੇ ਇਹ ਕੰਮ ਸ਼ੁਰੂ ਕਰ ਦਈਏ, ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਸਟੋਰੀਜ਼ ਹੈਗੀਆਂ, ਇਹ ਮੈਂ ਇਕੱਲੀ ਨਹੀਂ ਕਰ ਸਕਦੀ, ਕਿਉਂਕਿ ਪਹਿਲਾਂ ਤਾਂ ਇਹ ਮੇਰੀ ਬਸ ਆਪਦਾ ਮਤਲਬ ਥੋੜ੍ਹਾ ਜਿਹਾ ਹੌਬੀ ਵਰਗਾ ਕੰਮ ਸੀਗਾ। ਐਂਡ ਸੋ ਅਸੀਂ ਲੱਗ ਗਏ। ਫਿਰ ਉਸ ਤੋਂ ਬਾਅਦ ਐਵਰੀ ਸਿੰਗਲ ਵੀਕਐਂਡ ਬਸ ਮੈਂ ਇਹੀ ਕੰਮ ਕਰਦੀ ਸੀਗੀ। ਪੂਰਾ ਵੀਕਐਂਡ ਅਸੀਂ ਟੇਬਲ ਲਾ ਲੈਂਦੇ ਸੀ ਕਿਤੇ ਨਾ ਕਿਤੇ, ਅਤੇ ਫਿਰ ਉਹਦੇ ਬਾਅਦ ਅਸੀਂ ਡਿਫਰੈਂਟ ਲੋਕਾਂ ਨੂੰ ਪੁੱਛਦੇ ਸੀ ਵੀ ਸਾਨੂੰ ਤੁਸੀਂ ਕੈਮਰਾ ਦੇ ਦਿਓ। ਇੱਕ UC ਬਰਕਲੀ ਦਾ ਇੱਕ ਸਾਊਥ ਏਸ਼ੀਆ ਇੰਸਟੀਟਿਊਟ ਹੈਗਾ, ਉਹਨਾਂ ਨੇ ਸਾਨੂੰ ਕੈਮਰੇ ਦੇਤੇ ਸੀਗੇ ਥੋੜ੍ਹੇ ਜਿਹੇ, ਅਤੇ ਉਹਨਾਂ ਦੀ ਵੀ ਮਦਦ ਹੋ ਗਈ। ਫਿਰ ਐਂ ਕਰਕੇ ਅਸੀਂ ਬਹੁਤ ਸਾਰੇ ਲੋਕਾਂ ਦੇ ਵੀਡੀਓ ਕੈਮਰਾ ਬੋਰੋ ਕਰਤੇ, ਅਤੇ ਹੋਰ ਸਾਡੇ ਸਟੂਡੈਂਟ ਵਾਲੰਟੀਅਰ ਵੀ ਨਾਲ ਲੱਗ ਗਏ ਬਹੁਤ ਸਾਰੇ, ਅਤੇ ਗੁਰਦੁਆਰਿਆਂ 'ਚ ਅਤੇ ਮੌਸਕ 'ਚੋਂ ਦੇਖ ਕੇ ਵੀ ਜਿਹੜੇ ਯੰਗ ਲੋਕ ਦੇਖਦੇ ਸੀ ਸਾਨੂੰ ਵੀ ਅਸੀਂ ਇਹ ਕੰਮ ਕਰ ਰਹੇ, ਉਹ ਵੀ ਲੱਗ ਜਾਂਦੇ ਸੀ ਸਾਡੇ ਨਾਲ। ਤਾਂ ਪਹਿਲਾਂ ਕੋਈ ਆਰਗੇਨਾਈਜੇਸ਼ਨ ਨਹੀਂ ਸੀਗੀ, ਅਸੀਂ ਐਂ ਸ਼ੁਰੂ ਕੀਤਾ। ਅਤੇ ਲਕੀਲੀ ਉੱਥੇ ਇੱਕ ਬਹੁਤ ਵਧੀਆ ਰਿਸੋਰਸ ਹੈਗੀ ਹੈ ਸਾਡੇ ਲਈ UC ਬਰਕਲੀ 'ਚ, ਉਹਨੂੰ ਕਹਿੰਦੇ ਰੀਜਨਲ ਓਰਲ ਹਿਸਟਰੀ ਆਫਿਸ, ਐਂਡ ਉਹ ਕੰਟਰੀ 'ਚ ਵਨ ਆਫ ਦ ਟੋਪ ਵਨਸ ਹੈਗਾ, ਇੱਥੇ ਵਰਲਡ ਵਿੱਚ ਵਨ ਆਫ ਦ ਟੋਪ ਵਨਸ ਹੈਗਾ। ਅਤੇ ਉੱਥੇ ਉਹ ਬਹੁਤ ਜ਼ਿਆਦਾ ਨਾਈਸ ਸੀਗੇ, ਉਹਨਾਂ ਨੇ ਸਾਨੂੰ ਬਹੁਤ ਮਦਦ ਕੀਤੀ। ਉਹਨਾਂ ਨੇ ਸਾਨੂੰ ਦਿਖਾਇਆ ਵੀ ਪ੍ਰੋਪਰ ਸੋਫਿਸਟੀਕੇਟਿਡ ਜਿਹੜੀ ਹੁੰਦੀ ਹੈ ਆਪਣੀ ਓਰਲ ਹਿਸਟਰੀ ਇੰਟਰਵਿਊ ਕਿਵੇਂ ਕਰੀਦੀ ਹੈ, ਉਹ ਇੰਟਰਵਿਊ ਰੈਗੂਲਰ ਇੰਟਰਵਿਊ ਨਾਲੋਂ ਕਿਵੇਂ ਡਿਫਰੈਂਟ ਹੁੰਦੀ ਹੈ, ਵੀ ਜਿਹੜੀ ਤੁਸੀਂ ਕਿਸੇ ਦੀ ਲਿਵਡ ਹਿਸਟਰੀ ਹੁੰਦੀ ਹੈ ਉਹ ਕਿਵੇਂ ਮਤਲਬ ਇਨਕਰੇਜ ਕਰੀਦਾ ਵੀ ਉਹਨਾਂ ਨੂੰ ਉਹ ਗੱਲ ਕਰਨ ਦਾ, ਰੈਦਰ ਦੈਨ ਵੀ ਤੁਸੀਂ ਪੋਲੀਟਿਕਸ ਵਿੱਚ ਲੱਗ ਜਾਓ ਜਾਂ ਕੋਈ ਆਰਗੂਮੈਂਟ ਹੋ ਜਾਏ। ਤਾਂ ਅਸੀਂ ਉਹ ਸਾਰੀਆਂ ਟੈਕਨੀਕਸ ਉੱਥੋਂ ਸਿੱਖੀਆਂ, ਅਤੇ ਉਹਦੇ ਨਾਲ ਅਸੀਂ ਲੈਸਨ ਪਲਾਨ ਬਣਾ ਲਿਆ ਵੀ ਕਿਵੇਂ ਸਿਖਾਉਣੀਆਂ ਹੈ ਕਿਸੇ ਨੂੰ ਟੈਕਨੀਕਸ। ਫਿਰ ਅਸੀਂ ਹੌਲੀ ਹੌਲੀ ਇੱਕ ਵੈਬੀਨਾਰ ਸ਼ੁਰੂ ਕਰਤਾ ਉਹਨਾਂ ਦਿਨਾਂ 'ਚ। ਇਹ ਸੀਗੀ ਮਤਲਬ 2011-12 ਦੀ ਗੱਲ ਹੋਣੀ ਹੈ। ਤਾਂ ਅਸੀਂ ਕਿਹਾ ਵੀ ਅਸੀਂ ਇਕੱਲੇ ਤਾਂ ਇਹ ਕੰਮ ਕਰ ਨਹੀਂ ਸਕਦੇ, ਅਤੇ ਅਸੀਂ ਬਸ ਇੱਥੇ ਲੱਗੇ ਹੋਏ ਹਾਂ ਬੇ ਏਰੀਆ 'ਚ, ਸੈਨ ਫਰਾਂਸਿਸਕੋ 'ਚ। ਇਹ ਜਿਹੜੇ ਆਪਣੇ ਸਰਵਾਈਵਰਸ ਹੈਗੇ ਪਾਰਟੀਸ਼ਨ ਦੇ, ਵਿਟਨੈਸਿਸ ਕਹਿੰਦੇ ਰਾਦਰ, ਸਾਰੇ ਲੋਕਾਂ ਦੀ ਮਤਲਬ ਵਾਇਲੈਂਸ ਨਹੀਂ ਹੋਈ ਸੀ, ਕਈ ਲੋਕਾਂ ਨੇ ਚੂਜ਼ ਕੀਤਾ ਮੂਵ ਕਰਨ ਦਾ, ਤਾਂ ਵਿਟਨੈਸ ਕਹਿੰਦੇ ਅਸੀਂ, ਸਰਵਾਈਵਰ ਨਹੀਂ ਕਹਿੰਦੇ। ਵੈਸੇ ਉਹਨਾਂ 'ਚ ਸਰਵਾਈਵਰ ਸੀਗੇ ਵੀ। ਅਤੇ ਅਸੀਂ ਕਿਹਾ ਚਲੋ ਇਹ ਕੰਮ ਪੂਰੀ ਦੁਨੀਆ 'ਚ ਹੋਣਾ ਚਾਹੀਦਾ, ਅਤੇ ਅਸੀਂ ਜੇ ਫ੍ਰੀ ਇਹ ਵੈਬੀਨਾਰ ਲਗਾ ਦਈਏ ਅਤੇ ਸਿਖਾ ਦਈਏ ਸਾਰਿਆਂ ਲੋਕਾਂ ਨੂੰ ਕਿਵੇਂ ਕਰਨਾ ਇਹ ਕੰਮ, ਤਾਂ ਸਾਰੇ ਅਦਰ ਵੀ ਲੱਗ ਜਾਣਗੇ। ਐਂਡ ਲੱਕਲੀ ਸੋਸ਼ਲ ਮੀਡੀਆ ਹੁੰਦਾ ਸੀ ਉਹਨਾਂ ਦਿਨਾਂ 'ਚ, ਸੋਸ਼ਲ ਮੀਡੀਆ ਥੋੜ੍ਹਾ ਜਿਹਾ ਪੋਪੂਲਰ ਹੋ ਰਿਹਾ ਸੀ। ਉੱਥੇ ਅਸੀਂ ਇੱਕ ਪੇਜ ਬਣਾ ਲਿਆ, ਤੁਸੀਂ ਅਜੇ ਵੀ ਜਾ ਸਕਦੇ ਹੋ। ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਲੋਕ ਫੋਲੋ ਕਰਦੇ, 1 ਮਿਲੀਅਨ ਹੋ ਗਏ ਆਲਮੋਸਟ। ਅਤੇ ਉੱਥੇ ਅਸੀਂ ਮਤਲਬ ਇਹ ਆਪਣਾ ਐਡਵਰਟਾਈਜ਼ਮੈਂਟ ਸ਼ੁਰੂ ਕਰਤਾ ਵੀ ਅਸੀਂ ਲੋਕ ਆਹ ਕੰਮ ਕਰ ਰਹੇ ਹਾਂ, ਸਾਡੇ ਨਾਲ ਆ ਕੇ ਲੱਗ ਜਾਓ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੀ ਕਮਿਊਨਿਟੀ ਜਿੱਥੇ ਵੀ ਹੈਗੇ ਹੋ ਤੁਸੀਂ ਦੁਨੀਆ 'ਚ, ਵੀ ਤੁਹਾਡੀ ਕਮਿਊਨਿਟੀ 'ਚ ਵੀ ਇਹ ਕੰਮ ਹੋਣਾ ਚਾਹੀਦਾ। ਫਿਰ ਹੌਲੀ ਹੌਲੀ ਕੀ ਹੋਇਆ, ਬਾਈ 2011 ਸਾਡੀਆਂ ਅਸੀਂ ਸਾਰੇ ਜਿੰਨੇ ਵੀ ਵਾਲੰਟੀਅਰ ਸੀਗੇ, ਅਸੀਂ ਪਰਸਨਲ ਰਿਸੋਰਸ ਲਾ ਰਹੇ ਸੀਗੇ, ਅਤੇ ਕਿਸੇ ਨੇ ਸਾਨੂੰ ਚੈੱਕ ਦੇਤਾ ਵੀ ਤੁਹਾਡੇ ਕੋਲ ਤੁਹਾਨੂੰ ਕੈਮਰਾ ਇਕੁਇਪਮੈਂਟ ਚਾਹੀਦਾ, ਆਹ ਸਾਰਾ ਕੁਛ ਚਾਹੀਦਾ ਹੈ, ਅਤੇ ਤੁਸੀਂ ਬਾਏ ਕਰ ਲਓ। ਅਤੇ ਉਸ ਟਾਈਮ ਅਸੀਂ ਕਿਹਾ ਅਸੀਂ ਤੁਹਾਡਾ ਚੈੱਕ ਤਾਂ ਲੈ ਨਹੀਂ ਸਕਦੇ ਕਿਉਂਕਿ ਸਾਡੀ ਕੋਈ ਆਰਗੇਨਾਈਜੇਸ਼ਨ ਨਹੀਂ ਹੈਗੀ। ਫਿਰ ਅਸੀਂ ਇਸ ਟਾਈਮ ਸੋਚਿਆ ਵੀ ਚਲੋ ਓਕੇ ਕੀ ਕਰੀਏ, ਅਤੇ ਅਸੀਂ ਇੱਕ ਆਰਗੇਨਾਈਜੇਸ਼ਨ ਬਣਾ ਲਈ। 1947 ਪਾਰਟੀਸ਼ਨ ਆਰਕਾਈਵ ਦਾ ਬਰਥ ਉਸ ਟਾਈਮ ਹੀ ਆਇਆ ਹੋਇਆ ਸੀਗਾ। ਐਂਡ ਫਿਰ ਅਸੀਂ ਰਜਿਸਟਰ ਕਰ ਲਈ। ਫਿਰ 6 ਮਹੀਨੇ ਬਾਅਦ ਜਦੋਂ ਸਾਰਾ ਪੇਪਰ ਵਰਕ ਹੋ ਗਿਆ, ਫਿਰ ਉਹਨਾਂ ਵਿੱਚ ਅਸੀਂ ਚੈੱਕ ਕੈਸ਼ ਕਰ ਲਿਆ। ਫਿਰ ਹੌਲੀ ਹੌਲੀ ਜਦੋਂ ਤੁਹਾਡੀ ਆਰਗੇਨਾਈਜੇਸ਼ਨ ਬਣ ਜਾਂਦੀ ਹੈ, ਫਿਰ ਤੁਹਾਨੂੰ ਥੋੜ੍ਹਾ ਜਿਹਾ ਹੋਰ ਸੋਫਿਸਟੀਕੇਟਿਡ ਹੋਣਾ ਪੈਂਦਾ ਹੈ। ਤੁਹਾਨੂੰ ਯੂ ਹੈਵ ਟੂ ਵਰਕ ਵਿਦ ਅਟਰਨੀਜ਼, ਅਕਾਊਂਟੈਂਟਸ, ਤੁਹਾਨੂੰ ਪ੍ਰੋਪਰ ਅਕਾਊਂਟਿੰਗ ਕਰਨੀ ਪੈਂਦੀ ਹੈ। ਤੁਹਾਨੂੰ ਜਿੰਨੇ ਵੀ ਆਪਣੇ ਲੀਗਲ ਉਹ ਮਤਲਬ ਉਹ ਪ੍ਰੋਸੈਸਿਸ ਹੁੰਦੇ ਉਹ ਸਾਰੇ ਕਰਨੇ ਪੈਂਦੇ ਹੈ। ਅਤੇ ਫਿਰ ਸਾਨੂੰ ਵੀ ਉਹ ਸਾਰੀਆਂ ਚੈਲੰਜਿਸ ਹੋਈਆਂ ਸੀ, ਫਿਰ ਸਾਨੂੰ ਵੀ ਉਹ ਸਾਰਾ ਕੁਛ ਸਿੱਖਣਾ ਪਿਆ। ਅਤੇ ਹੌਲੀ ਹੌਲੀ ਜਿਹੜੇ ਐਕਸਪਰਟ ਸੀਗੇ ਇਹਨਾਂ ਫੀਲਡਸ ਵਿੱਚ ਉਹ ਆ ਗਏ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਵੀ ਇਹ ਹਿਸਟਰੀ ਬਹੁਤ ਇੰਪੋਰਟੈਂਟ ਹੈ ਇਕੱਠੀ ਕਰਨੀ। ਤਾਂ ਵੀ ਉਹ ਵੀ ਸਾਡੇ ਨਾਲ ਲੱਗ ਗਏ, ਵੀ ਉਹਨਾਂ ਨੇ ਸਾਡੀ ਮਦਦ ਕੀਤੀ ਅਤੇ ਇਹ ਆਰਗੇਨਾਈਜੇਸ਼ਨ ਬਣਾਤੀ। ਐਂਡ ਇਹ ਆਰਗੇਨਾਈਜੇਸ਼ਨ ਫਿਰ ਹੌਲੀ ਹੌਲੀ ਗਲੋਬਲ ਹੋ ਗਈ। ਜਿੰਨੇ ਵੀ ਸਾਡੇ ਪ੍ਰੋਸੈਸਿਸ ਅਤੇ ਪ੍ਰੋਸੀਜਰ ਸੀਗੇ ਉਹ ਵੀ ਅਸੀਂ ਮਤਲਬ ਫਾਈਨਲਾਈਜ਼ ਕਰ ਲਏ, ਐਂਡ ਮੇਡ ਸ਼ੋਰ ਵੀ ਉਹ ਸਾਰੇ ਲੀਗਲ ਸੀਗੇ। ਐਂਡ ਇਨ ਦਿਸ ਵੇ ਹੌਲੀ ਹੌਲੀ ਐਕਸਪਰਟਸ ਆ ਗਏ ਬਹੁਤ ਜ਼ਿਆਦਾ, ਹਿਸਟਰੀ ਦੇ ਵੀ, ਓਰਲ ਹਿਸਟਰੀ ਦੇ ਵੀ, ਲੀਗਲ ਵੀ, ਮੀਡੀਆ ਦੇ ਵੀ। ਇਕੱਠੇ ਅਸੀਂ ਲੱਗ ਕੇ ਇਹ ਜਿੰਨਾ ਵੀ ਆਪਣਾ ਪ੍ਰੋਸੈਸ ਹੈਗਾ ਇਹ ਅਸੀਂ ਉਵੇਂ ਜਿਵੇਂ ਅੱਜ ਕੱਲ੍ਹ ਮਤਲਬ ਜਿਹੜਾ ਤੁਸੀਂ ਪ੍ਰੋਸੈਸ ਦੇਖ ਰਹੇ ਹੈਗੇ ਹੋ ਉਹ ਪ੍ਰੋਸੈਸ ਬਣਾਇਆ। ਤਾਂ ਬੇਸਿਕਲੀ ਪ੍ਰੋਸੈਸ ਐਂ ਚੱਲਦਾ ਅੱਜ ਕੱਲ੍ਹ ਸਾਡੇ। ਹੁਣ ਹੈਗੇ ਆ ਬਹੁਤ ਸਾਰੇ ਡਿਫਰੈਂਟ ਟਾਈਪ ਦੇ ਵਾਲੰਟੀਅਰ ਪ੍ਰੋਗਰਾਮ ਹੈਗੇ ਆ। ਸਾਡਾ ਸਟਾਫ ਹੈਗਾ ਪੂਰਾ ਜਿਹੜਾ ਮਤਲਬ ਬਹੁਤ ਕੇਪੇਬਲ ਹੈਗਾ। ਅਤੇ ਐਕਚੁਅਲੀ ਜਿਹੜੇ ਸਾਡੇ 2 ਟਾਈਪ ਦੇ ਵਾਲੰਟੀਅਰ ਪ੍ਰੋਗਰਾਮ ਹੈਗੇ ਆ ਹੁਣ।
ਇੱਕ ਤਾਂ ਤੁਸੀਂ ਓਰਲ ਹਿਸਟਰੀ ਦਾ ਪ੍ਰੋਗਰਾਮ ਕਰ ਸਕਦੇ ਹੋ, ਤੁਸੀਂ ਸਾਡੇ ਵੈਬਸਾਈਟ ਤੇ ਜਾ ਕੇ ਸਾਈਨ ਅਪ ਕਰ ਸਕਦੇ ਹੋ। ਓਰਲ ਹਿਸਟਰੀ ਦੀ ਜਿਹੜੀ ਵਰਕਸ਼ਾਪ ਹੈਗੀ ਹੈ, ਅੱਜ 8 ਸਾਲ ਮਤਲਬ ਹੋ ਗਏ ਇਸ ਵਰਕਸ਼ਾਪ ਨੂੰ ਚੱਲਦੇ, ਤੇ ਅਜੇ ਵੀ ਉਹ ਫ੍ਰੀ ਦੀ ਚੱਲਦੀ ਹੈਗੀ ਹੈ। ਤੇ ਤੁਸੀਂ ਐਵਰੀ 2 ਵੀਕਸ ਜਾ ਕੇ ਤੁਸੀਂ ਫ੍ਰੀ ਵਰਕਸ਼ਾਪ ਲੈ ਸਕਦੇ ਹੈਗੇ ਹੋ। ਡਿਫਰੈਂਟ ਲੋਕ ਟੀਚ ਕਰਦੇ ਹੋ ਇਸ ਵਰਕਸ਼ਾਪ ਨੂੰ ਸਾਡੇ ਸਟਾਫ ਤੋਂ। ਐਂਡ ਇੱਕ ਵਾਰੀ ਤੁਸੀਂ ਵਰਕਸ਼ਾਪ ਲਾ ਲਈ, ਤੁਹਾਨੂੰ ਜਿੰਨੀਆਂ ਵੀ ਟੈਕਨੀਕਸ ਹੈਗੀਆਂ ਵੀ ਓਰਲ ਹਿਸਟਰੀ ਇੰਟਰਵਿਊ ਤੁਸੀਂ ਕਿਵੇਂ ਕਰਨੀ ਹੈ ਆਪਣੀ ਕਮਿਊਨਿਟੀ 'ਚ, ਉਹ ਤੁਸੀਂ ਟੈਕਨੀਕਸ ਫਿਰ ਯੂਜ਼ ਕਰ ਸਕਦੇ ਹੈਗੇ ਹੋ। ਅਤੇ ਮਟੀਰੀਅਲ ਜਿਹੜਾ ਅਸੀਂ ਪ੍ਰੋਵਾਈਡ ਕਰਦੇ ਹਾਂ ਉਹ ਸਾਰਾ ਯੂਜ਼ ਕਰ ਸਕਦੇ ਹੋ, ਆਪਣੀ ਕਮਿਊਨਿਟੀ 'ਚ ਡਾਕੂਮੈਂਟੇਸ਼ਨ ਕਰ ਸਕਦੇ ਹੋ। ਐਂਡ ਦੈਨ ਤੁਸੀਂ ਉਹ ਸਬਮਿਟ ਕਰ ਸਕਦੇ ਹੋ। ਅਤੇ ਅਸੀਂ ਹੁਣ ਇੱਕ ਕੋਲੈਬੋਰੇਸ਼ਨ ਬਣਾਈ ਹੈਗੀ ਆ, ਉਹਦੇ 'ਚ 6 ਯੂਨੀਵਰਸਿਟੀਜ਼ ਹੈਗੀਆਂ, ਅਤੇ ਮੇਨ ਯੂਨੀਵਰਸਿਟੀ ਜਿਹੜੀ ਸ਼ੁਰੂ ਹੁੰਦੀ ਹੈ ਸਟੈਨਫੋਰਡ ਯੂਨੀਵਰਸਿਟੀ ਨਾਲ ਸ਼ੁਰੂ ਹੋਈ ਸੀ ਕੋਲੈਬੋਰੇਸ਼ਨ। ਅਤੇ ਸਟੈਨਫੋਰਡ ਯੂਨੀਵਰਸਿਟੀ ਨੇ ਇਹ ਸਾਰੀ ਇੰਟਰਵਿਊਜ਼ ਉਹਨਾਂ ਨੇ ਐਕਸੈਸਿਬਲ ਬਣਾਉਣੀਆਂ ਹੈਗੀਆਂ। ਉਹਨਾਂ ਦੇ ਲਾਇਬ੍ਰੇਰੀ 'ਚ ਇੱਕ ਉਹਨਾਂ ਦੇ ਕੋਲ ਬਹੁਤ ਵਧੀਆ ਸੋਫਟਵੇਅਰ ਹੈਗਾ, ਅਤੇ ਉਹਨੂੰ ਕਹਿੰਦੇ ਆ ਸਟੈਨਫੋਰਡ ਡਿਜੀਟਲ ਰਿਪੋਜ਼ੀਟਰੀ। ਅਤੇ ਉਹਦੇ ਨਾਲ ਇਹ ਪੂਰੀ ਦੁਨੀਆ 'ਚ ਮਤਲਬ ਫ੍ਰੀਲੀ ਐਕਸੈਸਿਬਲ ਹੋ ਸਕਦੀਆਂ ਇੰਟਰਵਿਊਜ਼, ਐਂਡ ਇਹ ਲਾਇਬ੍ਰੇਰੀ ਸਿਸਟਮ 'ਚ ਜਾ ਸਕਦੀਆਂ ਆਟੋਮੈਟਿਕਲੀ ਪੂਰੀ ਦੁਨੀਆ 'ਚ। ਅਤੇ ਉਹਦੇ ਨਾਲ ਕੀ ਹੋ ਰਿਹਾ ਵੀ ਇਹ ਅਸੀਂ ਕੋਲੈਬੋਰੇਸ਼ਨ 5 ਯੂਨੀਵਰਸਿਟੀਜ਼ ਨਾਲ ਕੀਤੀ ਹੋਈ ਹੈ, ਇੰਡੀਆ ਅਤੇ ਪਾਕਿਸਤਾਨ 'ਚ। ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਸ, ਹਬੀਬ ਯੂਨੀਵਰਸਿਟੀ, ਐਂਡ ਆਪਣੇ ਯੂਨੀਵਰਸਿਟੀ ਆਫ ਦਿੱਲੀ, ਐਂਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ, ਐਂਡ ਆਲਸੋ ਅਸ਼ੋਕਾ ਯੂਨੀਵਰਸਿਟੀ। ਤਾਂ ਇਹ ਸਭ ਤੋਂ ਜਿਹੜਾ ਪਹਿਲਾ ਕੋਹੋਰਟ ਹੈਗਾ ਯੂਨੀਵਰਸਿਟੀਜ਼ ਦਾ, ਇਹ ਦਿਸ ਇਜ਼ ਫॉर ਟਰਾਇਲ। ਤਾਂ ਇਹਦੇ ਨਾਲ ਅਸੀਂ ਟਰਾਇਲ ਐਂਡ ਐਰਰ ਕਰ ਰਹੇ ਹਾਂ, ਬਸ ਦੇਖਣ ਵਾਸਤੇ ਐਕਸਪੈਰੀਮੈਂਟ ਹੈਗਾ ਵੀ ਕਿਵੇਂ ਚੱਲਦੀ ਹੈਗੀ ਹੈ ਇਹ ਕਲੈਕਸ਼ਨ। ਜਿਵੇਂ ਅਸੀਂ ਫਰਸਟ ਟਰਾਇਲ ਕਰ ਰਹੇ ਹਾਂ, ਐਂਡ ਇਫ ਇਹਦੇ 'ਚ ਜੋ ਵੀ ਸਾਡੀਆਂ ਲਰਨਿੰਗਸ ਹੋਣਗੀਆਂ, ਅਸੀਂ ਉਹ ਲਰਨਿੰਗਸ ਲੈ ਕੇ ਫਿਰ ਬਾਕੀ ਦੀਆਂ ਯੂਨੀਵਰਸਿਟੀ 'ਚ, ਇੰਡੀਆ, ਪਾਕਿਸਤਾਨ, ਬੰਗਲਾਦੇਸ਼ 'ਚ ਵੀ, ਅਤੇ ਬਾਕੀ ਦੁਨੀਆ 'ਚ ਵੀ ਇਹ ਕਲੈਕਸ਼ਨ ਫਿਰ ਹੌਲੀ ਲਾਇਬ੍ਰੇਰੀ ਵਿੱਚ ਲਿਜਾ ਸਕਦੇ ਹੈਗੇ ਆ। ਅਤੇ ਜਿਹੜੀ ਜਨਰਲ ਪਬਲਿਕ ਹੈਗੀ, ਜਨਰਲ ਪਬਲਿਕ ਨੂੰ ਵੀ ਐਕਸੈਸ ਹੈਗੀ ਹੈ ਇਸ ਕਲੈਕਸ਼ਨ ਦੀ ਹੋਊਗੀ। ਸਟੈਨਫੋਰਡ ਤੋਂ ਅਸੀਂ ਗ੍ਰਾਂਟਸ ਵਗੈਰਾ ਅਪਲਾਈ ਕਰ ਰਹੇ ਹੈਗੇ ਆ ਵੀ ਇਹ ਸਾਨੂੰ ਫੰਡਿੰਗ ਮਿਲ ਜਾਏ ਇਸ ਗੱਲ ਬਾਰੇ, ਵੀ ਇਹ ਅਸੀਂ ਕਲੈਕਸ਼ਨ ਜਿਹੜੀ ਹੈਗੀ ਹੈ ਇਹਨੂੰ ਫ੍ਰੀਲੀ ਅਵੇਲੇਬਲ ਕਰਾ ਦਈਏ ਇਨ ਅ ਵੈਰੀ ਸੇਫ ਮੈਨਰ। ਤੁਸੀਂ YouTube ਵਿੱਚ ਪਾ ਦੇਵਾਂਗੇ ਤਾਂ ਆਲ ਕਾਈਂਡਸ ਆਫ ਸਟਫ ਕੈਨ ਹੈਪਨ। ਅਤੇ ਅਸੀਂ ਚਾਹੁੰਦੇ ਸੀਗੇ ਵੀ ਕੋਈ ਸਫਿਸਟੀਕੇਟਿਡ ਪਲੈਟਫਾਰਮ ਹੋਏ ਜਿੱਥੇ ਸਟੋਰੀਜ਼ ਦੀ ਵੀ ਇੱਜ਼ਤ ਹੁੰਦੀ ਹੈ, ਅਤੇ ਉਹ ਸਫਿਸਟੀਕੇਟਿਡ ਪਲੈਟਫਾਰਮ ਸਾਨੂੰ ਸਟੈਨਫੋਰਡ ਦੀ ਜਿਹੜਾ ਇਹਨਾਂ ਨੇ ਡਿਵੈਲਪ ਕੀਤਾ ਹੋਇਆ ਉਹਦੇ 'ਚ ਸਾਨੂੰ ਮਿਲਿਆ। ਅਤੇ ਉਹਦੇ 'ਚ ਇਹਦੀ ਉਹ ਬਹੁਤ ਖਿਆਲ ਨਾਲ ਮਤਲਬ ਟਰੀਟ ਕਰਨਗੇ ਸਟੋਰੀਜ਼ ਨੂੰ। ਅਤੇ ਜਿਹੜੇ ਯੂਨੀਵਰਸਿਟੀਜ਼ ਨਾਲ ਅਸੀਂ ਕੰਮ ਕਰ ਰਹੇ ਹੈਗੇ ਹਾਂ, ਅਤੇ ਬਾਏ ਦ ਵੇ ਇਹ ਜਿਹੜੀਆਂ ਇੰਡੀਅਨ ਯੂਨੀਵਰਸਿਟੀਜ਼ ਇੰਡੀਆ ਦੀ ਸਾਈਡ ਤੋਂ ਹੈਗੀਆਂ, ਉਹ ਟਾਟਾ ਟਰਸਟ ਵੀ ਬਹੁਤ ਮਦਦ ਕਰ ਰਹੀ ਹੈ ਵੀ ਕਲੈਕਸ਼ਨ ਉੱਥੇ ਸੈਟਅਪ ਕਰਨ ਵਾਸਤੇ, ਐਂਡ ਉਹਨਾਂ ਦੇ ਵੀ ਨਾਮ ਮੈਨੂੰ ਲੈਣਾ ਚਾਹੀਦਾ ਹੈ। ਐਂਡ ਸੋ ਉਹ ਇੱਕ ਪ੍ਰੋਗਰਾਮ ਹੈਗਾ ਵੀ ਤੁਸੀਂ ਸਿਟੀਜ਼ਨ ਹਿਸਟੋਰੀਅਨ ਬਣ ਸਕਦੇ ਹੋ, ਅਤੇ ਤੁਹਾਡੀਆਂ ਸਟੋਰੀਜ਼ ਫਿਰ ਜਿਹੜੀਆਂ ਤੁਸੀਂ ਆਪਦੀ ਕਮਿਊਨਿਟੀ 'ਚ ਅਤੇ ਫੈਮਿਲੀ 'ਚ ਡਾਕੂਮੈਂਟ ਕਰਨਗੇ, ਉਹ ਫਿਰ ਪੂਰੀ ਮਤਲਬ ਇਟਰਨਿਟੀ ਲਈ ਉਹ ਸਟੋਰੀਜ਼ ਰਹਿ ਜਾਣਗੀਆਂ। ਐਂਡ ਸੈਕੰਡਲੀ ਸਾਡੇ ਦੂਸਰੇ ਵੀ ਵਾਲੰਟੀਅਰ ਬਹੁਤ ਸਾਰੇ ਪ੍ਰੋਗਰਾਮ ਹੈਗੇ। ਤੁਸੀਂ ਜੇ ਚਾਹੁੰਦੇ ਹੋ, ਜਿਹੜਾ ਸਾਡਾ ਪੂਰਾ ਸੋਸ਼ਲ ਮੀਡੀਆ ਹੈਗਾ ਉਹ ਪੂਰਾ ਵਾਲੰਟੀਅਰ ਰਨ ਹੈਗਾ। ਜਿਹੜੀਆਂ ਵੀ ਤੁਸੀਂ ਪੋਸਟ ਦੇਖਦੇ ਹੈਗੇ ਹੋ ਸੋਸ਼ਲ ਮੀਡੀਆ 'ਤੇ, ਉਹ ਸਾਰਾ ਐਡੀਟਿੰਗ ਦਾ ਕੰਮ ਅਤੇ ਐਵਰੀਥਿੰਗ ਇਜ਼ ਡਨ ਬਾਏ ਵਾਲੰਟੀਅਰਸ। ਪਰ ਸਾਡਾ ਵਾਲੰਟੀਅਰ ਪ੍ਰੋਗਰਾਮ ਵੀ ਬਿਕੋਜ਼ ਬਹੁਤ ਸਾਰੇ ਇੰਨੇ ਸਾਰੇ ਲੋਕ ਮਤਲਬ ਉਹਦੇ 'ਚ ਇਕੱਠੇ ਹੁੰਦੇ ਸੀਗੇ, ਤਾਂ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਿਆ। ਤਾਂ ਤੁਸੀਂ ਸੀਰੀਅਸ ਹੋਣਾ ਚਾਹੀਦਾ ਤੁਹਾਨੂੰ ਇੱਕ ਤਾਂ ਜੁਆਇਨ ਕਰਨ ਵਾਸਤੇ, ਆਪਣਾ ਵਿਰਸਾ ਸੀਰੀਅਸਲੀ ਲੈਣਾ ਚਾਹੀਦਾ ਹੈਗਾ। ਤਾਂ ਤੁਸੀਂ ਇਹ ਵੀ ਮਤਲਬ ਯੂ ਸ਼ੁਡ ਬੀ ਰੈਡੀ ਆਲਸੋ ਟੂ ਵਰਕ ਹਾਰਡ। ਐਂਡ ਤੀਸਰਾ ਇੱਕ ਹੋਰ ਪ੍ਰੋਗਰਾਮ ਮੈਨੂੰ ਦੱਸਣਾ ਚਾਹੀਦਾ ਹੈ। ਸਾਡਾ ਇੱਕ ਸਕਾਲਰਸ਼ਿਪ ਦਾ ਪ੍ਰੋਗਰਾਮ ਹੁੰਦਾ ਹੈ, ਜਿਹੜੇ ਆਪਣੇ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਜਿੱਥੇ ਮਤਲਬ ਆਪਣੇ ਇਹ ਲੋਕਾਂ ਕੋਲ ਇਕੁਇਪਮੈਂਟ ਨਹੀਂ ਹੁੰਦਾ ਸਟੋਰੀਜ਼ ਰਿਕਾਰਡ ਕਰਨ ਦਾ, ਤਾਂ ਉਹ ਵਾਲੰਟੀਅਰ ਨਹੀਂ ਕਰ ਸਕਦੇ। ਤਾਂ ਫਿਰ ਕੀ ਹੁੰਦਾ ਵੀ ਅਸੀਂ ਸਕਾਲਰਸ਼ਿਪ ਦੇ ਦਿੰਦੇ ਹਾਂ, ਅਤੇ ਇਹ ਸਾਰੇ ਸਕਾਲਰਸ਼ਿਪ ਵੀ ਜਿੰਨੇ ਵੀ ਡਿਫਰੈਂਟ ਡੋਨਰਸ ਨੇ ਫੰਡ ਕੀਤੇ ਹੋਏ ਆ ਆਪਣੀ ਕਮਿਊਨਿਟੀ 'ਚੋਂ, ਅਤੇ ਅਸੀਂ ਸਕਾਲਰਸ਼ਿਪ ਦਿੰਦੇ ਹਾਂ ਇਹਨਾਂ ਸਕਾਲਰਸ ਨੂੰ। ਫਿਰ ਇਹ ਜਾਂਦੇ ਆ ਜਿਹੜੇ ਆਪਣੇ ਬਹੁਤ ਜ਼ਿਆਦਾ ਰੂਰਲ ਏਰੀਆਜ਼ ਹੁੰਦੇ ਆ, ਜਿੱਥੇ ਇਕੁਇਪਮੈਂਟ ਨਹੀਂ ਹੁੰਦਾ ਲੋਕਾਂ ਕੋਲ ਡਾਕੂਮੈਂਟ ਕਰਨ ਦਾ, ਤਾਂ ਇਹ ਸਾਰੇ ਸਕਾਲਰਸ ਜਾਂਦੇ ਹੈਗੇ ਆ ਅਤੇ ਇਹ ਰਿਕਾਰਡ ਕਰਦੇ ਆ। ਸਾਡੇ ਜਿਹੜੇ ਟਾਪ ਮੋਸਟ ਸਕਾਲਰ ਹੈਗੇ ਜਿਹਨੇ ਸਭ ਤੋਂ ਜ਼ਿਆਦਾ ਮਤਲਬ ਓਰਲ ਹਿਸਟਰੀ ਇੰਟਰਵਿਊਜ਼ ਰਿਕਾਰਡ ਕੀਤੀਆਂ ਹੋਈਆਂ, ਉਹਨੇ ਮਤਲਬ ਬਹੁਤ ਸਾਰੇ ਸਕਾਲਰਸ਼ਿਪ ਕੀਤੇ ਸਾਡੇ ਨਾਲ। ਐਂਡ ਉਹਦਾ ਨਾਮ ਹੈਗਾ ਫਾਕਰਾ ਹਸਨ, ਐਂਡ ਐਕਚੁਅਲੀ ਸ਼ੀ ਹੈਜ਼ ਡਾਕੂਮੈਂਟਡ, ਉਹਨੇ 300 ਤੋਂ ਵੀ ਜ਼ਿਆਦਾ ਸਟੋਰੀਜ਼ ਡਾਕੂਮੈਂਟ ਕੀਤੀਆਂ ਹੋਈਆਂ, ਐਂਡ ਓਵਰ ਮੈਨੀ ਈਅਰਸ ਉਹਨੇ ਬਹੁਤ ਸਾਰੇ ਸਾਲ ਲਾ ਕੇ ਆਹ ਕੰਮ ਕੀਤਾ। ਅਤੇ ਬਹੁਤ ਇਨਕ੍ਰੈਡੀਬਲ ਮਤਲਬ ਜਿਹੜੀ ਹਿਸਟਰੀ ਹੈਗੀ ਹੈ ਆਪਣੀ, ਉਹ ਇਹਨੇ ਡਾਕੂਮੈਂਟ ਕੀਤੀ ਹੋਈ ਹੈ। ਐਂਡ ਮੈਂ ਤੁਹਾਨੂੰ ਮਤਲਬ ਇੰਨੇ ਛੋਟੇ ਟਾਈਮ 'ਚ ਤੁਹਾਨੂੰ ਦੱਸਣਾ ਸ਼ੁਰੂ ਵੀ ਨਹੀਂ ਕਰ ਸਕਦੀ ਵੀ ਕਿੱਥੋਂ ਦੱਸਾਂ ਤੁਹਾਨੂੰ ਪੂਰੀ ਸਟੋਰੀ। ਐਂਡ
basically as technique ਨਾਲ ਸਾਡੇ we have been able to document more than 9,400 family stories. ਤੇ ਤੁਸੀਂ ਦੇਖ ਲਓ one story ਇੱਕ story ਦਾ ਆਪਣਾ ਬਣ ਜਾਂਦਾ ਹੈਗਾ about 2 hours ਜਾਂ 3 hours ਦਾ video, right? ਤੇ in addition to video ਤੁਸੀਂ ਤੁਹਾਡੇ ਕੋਲ photographs ਵੀ ਹੁੰਦੇ ਹੈ, different documents ਵੀ ਹੁੰਦੇ ਹੈ, ਤਾਂ ਤੁਸੀਂ imagine ਕਰ ਸਕਦੇ ਹੋ ਵੀ ਇਹ archive ਵਿੱਚ ਡਾਟਾ ਕਿੰਨਾ ਜ਼ਿਆਦਾ ਹੋ ਗਿਆ ਜੇ ਸਾਡੇ ਕੋਲ ਮਤਲਬ ਹੁਣ ਕਮਿਊਨਿਟੀ ਨੇ ਇਕੱਠੇ ਕਰਕੇ 9,400 ਤੋਂ ਜ਼ਿਆਦਾ ਫੈਮਲੀਜ਼ ਦੀਆਂ ਸਟੋਰੀਜ਼ ਕਰ ਰਹੇ ਆ। ਤੇ ਅੱਜ ਕੱਲ੍ਹ ਆਪਣਾ ਪੈਂਡੈਮਿਕ ਹੋ ਗਿਆ ਤੇ ਪੈਂਡੈਮਿਕ 'ਚ ਅਸੀਂ ਹੁਣ ਆਨਲਾਈਨ ਓਰਲ ਹਿਸਟਰੀ ਸ਼ੁਰੂ ਕਰਤੀ, ਉਹਦੇ ਵੀ ਅਸੀਂ ਵਰਕਸ਼ਾਪ ਟੀਚ ਕਰਦੇ ਹਾਂ ਵੀ ਤੁਸੀਂ ਰਿਮੋਟਲੀ ਕਿਵੇਂ ਕਰਨੀ ਹੈ ਸਟੋਰੀਜ਼। ਓਬਵੀਅਸਲੀ ਅੱਜ ਕੱਲ੍ਹ ਤੁਹਾਨੂੰ ਤਾਂ ਪਤਾ ਹੋਊਗਾ, ਤੁਸੀਂ ਆਹ ਸਾਰਾ ਟੈਕਨੀਕਲ ਸੌਫਟਵੇਅਰ ਯੂਜ਼ ਕਰ ਰਹੇ ਹੈਗੇ ਹੋ ਇਸ ਸ਼ੋਅ ਵਾਸਤੇ, ਤਾਂ ਉਵੇਂ ਐਗਜ਼ੈਕਟਲੀ ਅਸੀਂ ਰਿਮੋਟ ਓਰਲ ਹਿਸਟਰੀਜ਼ ਉਸ ਟਾਈਪ ਦੇ ਟੈਕਨੋਲੋਜੀ ਨਾਲ ਕਰਦੇ ਹਾਂ, ਪਰ ਉਹਦੇ ਵਿੱਚ ਥੋੜ੍ਹੇ ਜਿਹੇ ਆਪਣੇ ਐਥੀਕਲ ਟੈਕਨੀਕਸ ਵੀ ਥੋੜ੍ਹੇ ਜਿਹੇ ਡਿਫਰੈਂਟ ਹੋ ਜਾਂਦੇ ਅਤੇ ਉਹ ਸਾਰਾ ਕੁਛ ਅਸੀਂ ਸਿਖਾ ਦਿੰਦੇ ਹਾਂ। ਐਂਡ ਫਿਰ ਲੋਕੀ ਆ ਕੇ ਉਹਦੇ ਨਾਲ ਮਤਲਬ ਉਹ ਟੈਕਨੀਕਸ ਯੂਜ਼ ਕਰਕੇ ਜਿਨ੍ਹਾਂ ਦੇ ਕੋਲ ਇੰਟਰਨੈਟ ਐਕਸੈਸ ਹੁੰਦਾ ਹੈ ਐਟਲੀਸਟ ਉਹਨਾਂ ਦੀਆਂ ਸਟੋਰੀਜ਼ ਤਾਂ ਰਿਕਾਰਡ ਹੋ ਜਾਂਦੀਆਂ। ਤਾਂ ਅਸੀਂ ਹੁਣ ਫਿਗਰ ਆਊਟ ਕਰ ਰਹੇ ਹੈਗੇ ਹਾਂ, ਅਸੀਂ ਸੋਚ ਰਹੇ ਹਾਂ ਵੀ ਇਹ ਜਿਹੜੇ ਆਪਣੇ ਲੋਕ ਰੂਰਲ ਏਰੀਆ ਵਿੱਚ ਹੁੰਦੇ ਜਿਨ੍ਹਾਂ ਦੇ ਕੋਲ ਇੰਟਰਨੈਟ ਐਕਸੈਸ ਨਹੀਂ ਹੁੰਦਾ ਉਹਨਾਂ ਦੀਆਂ ਸਟੋਰੀਜ਼ ਆਪਾਂ ਪੈਂਡੈਮਿਕ ਦੇ ਵਿੱਚ ਕਿਵੇਂ ਰਿਕਾਰਡ ਕਰੀਏ। ਅਤੇ ਉਹਦਾ ਥੋੜ੍ਹਾ ਜਿਹਾ ਮਤਲਬ ਚੈਲੰਜ ਆਇਆ ਹੋਇਆ, ਪਰ ਅਸੀਂ ਉਹਦੀ ਗੱਲ ਵੀ ਮਤਲਬ ਹੌਲੀ ਹੌਲੀ ਫਿਗਰ ਆਊਟ ਕਰ ਰਹੇ ਹਾਂ। ਪਰ ਵੈਸੇ ਜੇ ਮੈਂ ਹੁਣ ਸਮਰਾਈਜ਼ ਕਰਾਂ ਮੇਰੇ ਵਾਸਤੇ ਇਹ ਜਰਨੀ ਬਹੁਤ ਇਨਕ੍ਰੈਡੀਬਲ ਹੈਗੀ ਹੈ, ਕਿਉਂਕਿ ਵਨ ਥਿੰਗ ਇਜ਼ ਵੀ ਮੇਰੀ ਕਿਉਂਕਿ ਮੈਂ ਪੂਰੀ ਲਾਈਫ ਮੋਸਟਲੀ ਪੰਜਾਬ ਤੋਂ ਬਾਹਰ ਕੱਟੀ ਹੈ ਅਤੇ ਮੇਰੀ ਇਹ ਇੱਛਾ ਸੀਗੀ ਵੀ ਮੈਂ ਪੰਜਾਬ ਦੇ ਬਾਰੇ ਹੋਰ ਸਿੱਖ ਜਾਵਾਂ। ਅਤੇ ਐਂਡ ਯੂ ਨੋ ਵਿਦ ਦਿਸ ਵਰਕ ਮੈਂ ਕਿੰਨੇ ਸਾਰੇ ਵਿਲੇਜਿਸ ਵਿੱਚ ਗਈ ਹਾਂ ਪੰਜਾਬ ਵਿੱਚ, ਇੰਡੀਆ 'ਚ ਵੀ ਪਾਕਿਸਤਾਨ 'ਚ ਵੀ, ਕਿੰਨੇ ਸਾਰੇ ਸਿਟੀਜ਼ ਵਿੱਚ। ਐਕਚੁਅਲੀ ਪਾਕਿਸਤਾਨ 'ਚ ਮੈਂ ਬਸ ਵਨ ਵਿਲੇਜ ਵਿੱਚ ਗਈ ਹਾਂ, ਪਰ ਕਿੰਨੇ ਸਾਰੇ ਸਿਟੀਜ਼ ਵਿੱਚ ਗਈ ਹਾਂ, ਕਿੰਨੀ ਡਿਫਰੈਂਟ ਜਗ੍ਹਾ ਮੈਨੂੰ ਡਿਫਰੈਂਟ ਪੰਜਾਬੀ 'ਚ ਵੀ ਡਿਫਰੈਂਟ ਕਲਚਰਸ ਹੁੰਦੇ ਆ ਅਤੇ ਉਹ ਸਾਰੇ ਸਬ ਕਲਚਰਸ ਦੇ ਬਾਰੇ ਪਤਾ ਲੱਗਿਆ ਅਤੇ ਕਿੰਨੀਆਂ ਸਾਰੀਆਂ ਗੱਲਾਂ ਦੇ ਬਾਰੇ ਪਤਾ ਲੱਗਿਆ। ਇਨਫੈਕਟ ਇੱਕ ਗੱਲ ਬਹੁਤ ਇੰਟਰਸਟਿੰਗ ਹੈਗੀ ਹੈ ਅਤੇ ਇਹ ਮੈਨੂੰ ਐਕਸਪੀਰੀਅੰਸ ਲਾਹੌਰ 'ਚ ਵੀ ਹੋਇਆ ਅਤੇ ਇਹ ਮੈਨੂੰ ਐਕਸਪੀਰੀਅੰਸ ਇੰਡੀਆ 'ਚ ਵੀ ਹੋਇਆ ਵੀ ਮੈਂ ਕਈ ਲੋਕਾਂ ਨੂੰ ਮਿਲਦੀ ਸੀਗੀ ਅਤੇ ਉਹ ਮੈਨੂੰ ਪੁੱਛਦੇ ਸੀਗੇ ਵੀ ਤੁਹਾਡੇ ਐਨਸੈਸਟਰਸ ਕਿਹੜੇ ਵਿਲੇਜ ਤੋਂ ਸੀਗੇ ਅਤੇ ਉਹਨਾਂ ਦਾ ਸਰਨੇਮ ਕੀ ਸੀਗਾ। ਅਤੇ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਦੱਸ ਦਿਓ ਕਈ ਬਜ਼ੁਰਗਾਂ ਨੂੰ, ਤਾਂ ਉਹਨਾਂ ਨੂੰ ਪੂਰੀ ਤੁਹਾਡੀ ਮਤਲਬ 500-600 ਈਅਰਸ ਵਾਸਤੇ ਫੈਮਿਲੀ ਹਿਸਟਰੀ ਪਤਾ ਹੁੰਦੀ ਹੈ। ਅਤੇ ਦਿਸ ਵਾਜ਼ ਵੈਰੀ ਫੈਸੀਨੇਟਿੰਗ। ਮੈਂ ਇਹ ਕਦੇ ਕਿਸੇ ਵੈਸਟਰਨ ਕੰਟਰੀ 'ਚ ਐਕਸਪੀਰੀਅੰਸ ਨਹੀਂ ਕੀਤਾ ਇਹ। ਅਤੇ ਬਾਕੀ ਦੇ ਮਤਲਬ ਇੰਡੀਆ 'ਚ ਵੀ ਮੈਂ ਟਰੈਵਲ ਕੀਤਾ, ਇਹੋ ਜਿਹੀ ਗੱਲ ਮੈਂ ਜ਼ਿਆਦਾ ਐਕਸਪੀਰੀਅੰਸ ਨਹੀਂ ਕੀਤੀ। ਇਹ ਦਿਸ ਇਜ਼ ਵੈਰੀ ਯੂਨੀਕ ਟੂ ਪੰਜਾਬੀ ਕਲਚਰ। ਅਤੇ ਲਾਹੌਰ 'ਚ ਵੀ ਮੇਰਾ ਸੇਮ ਹੀ ਐਕਸਪੀਰੀਅੰਸ ਸੀਗਾ। ਉੱਥੇ ਵੀ ਈਵਨ ਦੋ ਮੇਰੀ ਫੈਮਿਲੀ ਮਾਈਗਰੇਟ ਕਰ ਗਈ ਸੀ ਇੰਡੀਆ 'ਚ 1947 'ਚ। ਬਾਏ ਦ ਵੇ ਉਹ ਬਾਈ ਚੋਇਸ ਨਹੀਂ ਮਾਈਗਰੇਟ ਕੀਤੇ, ਦੇ ਵਾਂਟਡ ਟੂ ਰਿਮੇਨ ਦੇਅਰ, ਪਰ ਉੱਥੋਂ ਰਾਈਟਸ ਵਗੈਰਾ ਹੋ ਗਏ ਸੀਗੇ ਅਤੇ ਸੋ ਦੇ ਹੈਡ ਟੂ ਲੀਵ देयर होम। दिस इज़ मिलियंस ऑफ लोगों की यही गल हुई सी, दे डिडंट वांट टू लीव, ते वो फोर्सफुली गए सीगे। एंड तो पाकिस्तान च मेरा यही एक्सपीरियंस सीगा। सम पीपल देयर उन्होंने मैंने पूछा सीगा भी तुसी एंसेस्टर्स के बारे दसो, जो उन्होंने सरनेम वगैरह दस्या सीगा ते उन्होंने दस्या सीगा भी किहड़े विलेज तो आए हैगे आ, ते उन्होंने मैनू आपदी पूरी फैमिली हिस्टरी दसती। ते दिस इज़ हाउ मैं अपनी फैमिली हिस्टरी सीखी। मैं फिर आके आपदे फादर ਨੂੰ ਤੇ ਅੰਕਲਸ ਨੂੰ ਵੀ ਇਹੀ ਸਿਖਾਈ ਹੈ ਫੈਮਿਲੀ ਹਿਸਟਰੀ ਜਿਹੜੀ ਮੈਂ ਸਿੱਖੀ ਹੈ ਮੇਰੇ ਟਰੈਵਲਸ ਤੋਂ ਪੰਜਾਬ ਤੋਂ। ਇਹ ਮਤਲਬ ਮੈਨੂੰ ਨਹੀਂ ਸੀ ਪਤਾ, ਸਾਡੀ ਓਨ ਫੈਮਿਲੀ 'ਚੋਂ ਇਹ ਗੱਲ ਮਤਲਬ ਪਾਰਟੀਸ਼ਨ ਵਗੈਰਾ ਕਰਕੇ ਛੁੱਟ ਗਈ ਸੀਗੀ। ਸੋ ਫॉर मी ਇਟ ਇਜ਼ ਜਸਟ ਬੀਨ ਐਨ ਇਨਕ੍ਰੈਡੀਬਲ ਐਕਸਪੀਰੀਅੰਸ। ਐਂਡ ਜਿਹੜੇ ਸਾਡੇ ਨਾਲ ਮਤਲਬ ਜਿੰਨੇ ਵੀ ਵਾਲੰਟੀਅਰਸ ਲੱਗੇ ਹੋਏ ਆ ਉਹ ਵੀ ਸਿਮਿਲਰਲੀ ਕਹਿੰਦੇ ਆ ਵੀ ਸੇਮ ਉਹਨਾਂ ਦਾ ਵੀ ਬਹੁਤ ਆਈ ਓਪਨਿੰਗ ਐਕਸਪੀਰੀਅੰਸ ਹੋ ਗਿਆ ਸੀਗਾ। ਤਾਂ ਇਸ ਵੇਲੇ ਜਿਹੜੀ ਸਾਡੀ oral history workshop ਹੈਗੀ ਹੈ that has been attended by 7,000 people and ਉਹਦੇ ਚੋਂ almost 1,000 ਹੈਗੇ, 600 ਤੋਂ ਜ਼ਿਆਦਾ ਹੈਗੇ ਜਿਨ੍ਹਾਂ ਨੇ contributions ਕੀਤੀਆਂ partition archive ਦੇ ਵਿੱਚ। ਕਿਉਂਕਿ ਦੇਖੋ ਇਹ ਕੰਮ ਜ਼ਿਆਦਾ ਈਜ਼ੀ ਨਹੀਂ ਹੁੰਦਾ। ਤੁਸੀਂ ਇੱਕ oral history ਕਰੋਗੇ ਤੁਹਾਨੂੰ minimum about 15 hours ਲੱਗ ਜਾਣਗੇ, ਕਿਉਂਕਿ ਤੁਸੀਂ ਪ੍ਰੈਪਰੇਸ਼ਨ ਕਰਨੀ ਹੈ, ਤੁਸੀਂ equipment ਤਿਆਰ ਕਰਨਾ ਹੈਗਾ ਹੈ, ਤੁਸੀਂ ਉੱਥੇ ਜਾ ਕੇ ਉਹਨਾਂ ਦੀ ਪੂਰੀ ਰਿਕਾਰਡਿੰਗ ਕਰਨੀ ਹੈ। ਅਤੇ ਫਿਰ ਤੁਸੀਂ ਉਹਦੇ ਬਾਅਦ ਜਿਹੜੇ ਆਪਣੇ ਅਸੀਂ ਕਹਿੰਦੇ ਉਹਨੂੰ ਐਬਸਟਰੈਕਟ ਕਹਿੰਦੇ ਆ, ਐਬਸਟਰੈਕਟ ਫਿਲ ਆਊਟ ਕਰਨੇ ਹੁੰਦੇ ਆ, ਜਿਹੜੇ ਸਾਡੇ ਮੈਟਾ ਡੇਟਾ ਫਾਰਮਸ ਹੁੰਦੇ ਆ ਉਹ ਸਾਰਾ ਫਿਲ ਆਊਟ ਕਰਨਾ ਹੁੰਦਾ ਹੈ। ਫਿਰ ਤੁਸੀਂ ਉਹਨੂੰ ਅਪਲੋਡ ਕਰਨੇ ਹੁੰਦੇ ਆ। ਤਾਂ ਇਟ ਇਜ਼ ਨਾਟ ਈਜ਼ੀ, ਅਤੇ ਇਟਸ ਨਾਟ ਈਜ਼ੀ, ਪਰ ਇਹ ਵਰਥ ਵਾਈਲ ਐਫਰਟ ਹੈਗਾ। ਮਤਲਬ ਇਹ ਕੰਮ ਔਖਾ ਕੰਮ ਹੈ,
ਪਰ ਇਹ ਬਹੁਤ ਇੰਪੋਰਟੈਂਟ ਕੰਮ ਹੈ। ਸਭ ਨੂੰ ਮੈਨੂੰ ਲੱਗਦਾ ਵੀ ਇੱਕ ਵਾਰੀ ਇੱਕ ਸਟੋਰੀ ਤਾਂ ਕਰਨੀ ਚਾਹੀਦੀ ਹੈ, ਫਿਰ ਤੁਹਾਨੂੰ ਉਹਦੇ ਵਨ ਸਟੋਰੀ 'ਚੋਂ ਇੰਨਾ ਆਪਣੇ ਵਿਰਸਾ ਬਾਰੇ ਪਤਾ ਲੱਗਦਾ ਹੈ ਵੀ ਤੁਸੀਂ ਉਹਦੇ ਬਾਅਦ ਥੋੜ੍ਹਾ ਜਿਹਾ, ਕਈ ਲੋਕ ਸਾਡੇ ਵਰਗੇ ਤਾਂ ਐਡਿਕਟਿਡ ਹੋ ਜਾਂਦੇ ਆ ਵੀ ਸਾਨੂੰ ਹੋਰ ਵੀ ਨੌਲੇਜ ਚਾਹੀਦੀ ਹੈ। ਐਂਡ ਸੋ ਆਈ ਥਿੰਕ ਇਹ ਬਹੁਤ ਟਰਾਂਸਫਰਮੇਸ਼ਨਲ ਐਕਸਪੀਰੀਅੰਸ ਹੁੰਦਾ ਹੈ ਲੋਕਾਂ ਵਾਸਤੇ ਜਿਹੜੀ ਇਹ ਸਟੋਰੀਜ਼ ਇਕੱਠੀਆਂ ਕਰਦੇ ਆ। ਐਂਡ ਫਿਰ ਉਹ ਐਕਸਪੀਰੀਅੰਸ ਸੋਸਾਇਟੀ ਲਈ ਵੀ ਅੱਛਾ ਹੁੰਦਾ, ਕਿਉਂਕਿ ਜਿਹੜੀਆਂ ਆਪਣੀਆਂ ਅੱਜ ਕੱਲ੍ਹ ਪੋਲੀਟਿਕਸ ਵਿੱਚ ਗੱਲਾਂ ਚੱਲਦੀਆਂ ਹੈਗੀਆਂ, ਉਹ ਤੁਹਾਨੂੰ ਪਤਾ ਹੋਊਗਾ ਵੀ ਉਹ ਬਹੁਤ ਇਨਐਕੂਰੇਟ ਹੁੰਦੀਆਂ। ਹਿਸਟਰੀ ਦੇ ਨਾਲ ਤਾਂ ਉਹ ਅਲਾਈਨ ਨਹੀਂ ਹੁੰਦੀਆਂ ਪ੍ਰੋਪਰਲੀ, ਹਿਸਟਰੀ ਨੂੰ ਤਾਂ ਉਹ ਮਿਸਰੈਪ੍ਰਜੈਂਟ ਕਰਦੇ ਆ। ਐਂਡ ਸੋ ਉਹ ਜਿਹੜੀਆਂ ਗੱਲਾਂ ਹੈਗੀਆਂ ਆਪਣੀਆਂ, ਉਹ ਫਿਰ ਜਿਹੜੇ ਡਾਕੂਮੈਂਟ ਕਰਦੇ ਸਟੋਰੀਜ਼, ਉਹਨਾਂ ਨੂੰ ਫਰਸਟ ਹੈਂਡ ਪਤਾ ਲੱਗ ਜਾਂਦੀਆਂ। ਫਿਰ ਉਹ ਆਪੇ ਕੁਐਸਚਨ ਕਰਨ ਲੱਗ ਜਾਂਦੇ ਵੀ ਇਹ ਜਿਹੜਾ ਮੈਂ ਨੈਰੇਟਿਵ, ਜਿਹੜਾ ਇਹ ਗੱਲਾਂ ਮੈਂ ਸਿੱਖੀਆਂ ਸੀਗੀਆਂ ਆਪਣੇ ਪੋਲੀਟੀਸ਼ੀਅਨਸ ਤੋਂ ਜਾਂ ਸਕੂਲ ਤੋਂ, ਇਹ ਐਕਚੁਅਲੀ ਕਰੈਕਟ ਹੈਗੀਆਂ ਕਿ ਕੋਈ ਹੋਰ ਹਿਸਟਰੀ ਸਾਡੇ ਪੜਦਾਦਿਆਂ ਨੇ ਮਤਲਬ ਬੀਤੀ ਹੋਈ ਹੈ। ਸੋ those types of things, those are some of the benefits। ਆਹ ਸਾਰੇ ਮਤਲਬ ਆਪਣੇ ਬੈਨੀਫਿਟ ਹੈਗੇ ਇਸ ਕੰਮ ਦੇ। ਐਂਡ ਜਿਹੜਾ ਪਰਸਨਲ ਗਰੋਥ ਹੁੰਦਾ ਹੈ ਅਤੇ ਜਿਹੜੀ ਕਨੈਕਸ਼ਨ ਮਿਲਦੀ ਹੈ ਆਪਾਂ ਨੂੰ ਆਪਣੇ ਵਿਰਸੇ ਨਾਲ, ਉਹ ਮਤਲਬ ਪ੍ਰਾਈਸਲੈਸ ਹੁੰਦੀ ਹੈ ਚੀਜ਼। ਓਕੇ, ਆਈ ਥਿੰਕ ਮੇਰੇ 30 ਮਿੰਟਸ ਹੁਣ ਖਤਮ ਹੋ ਗਏ, ਅਤੇ ਹੁਣ ਜੇ ਤੁਹਾਡੇ ਕੋਲ ਆਈ ਬਿਲੀਵ ਦਿਸ ਇਜ਼ ਡੂ ਆਈ ਮੈਨੂੰ ਹੋਰ ਟਾਈਮ ਹੈਗਾ ਕਿ ਦਿਸ ਇਜ਼ ਇਟ? ਜੀ ਤੁਸੀਂ ਕੋਈ ਅਗਰ ਗੱਲ ਕਰਨੀ ਹੈ ਤਾਂ ਸਾਡੇ ਕੋਲ 5 ਤੋਂ 6 ਮਿੰਟ ਹੈ ਨੇ, ਤੁਸੀਂ ਗੱਲ ਕਰ ਲਓ, ਫਿਰ ਅਸੀਂ ਬਾਅਦ ਚੋਂ ਆਪਣੀ ਕੋਈ ਕੁਐਸਚਨਸ ਵਗੈਰਾ ਕਰ ਲਾਂਗੇ ਅਗਰ ਤੁਸੀਂ ਕਰਨਾ ਚਾਹੋ। ਓਕੇ, ਚਲੋ ਫਿਰ ਤੁਸੀਂ ਕੁਐਸਚਨਸ ਕਰ ਲਓ ਹੁਣ। ਐਕਚੁਅਲੀ ਮੈਂ ਤਾਂ ਆਈ ਕੈਨ ਸਪੀਕ ਫॉर ਆਵਰਸ ਅਬਾਊਟ ਦਿਸ ਵਰਕ, ਯੂ ਨੋ। ਤਾਂ ਤੁਸੀਂ ਜੇ ਕੁਐਸਚਨਸ ਹੈਗੇ ਤਾਂ ਆਈ ਕੈਨ ਟੇਕ ਕੁਐਸਚਨਸ। ਹਾਂਜੀ, ਇੱਕ ਕੁਐਸਚਨ ਜਿਹੜਾ ਹੈ ਸਾਡੇ ਨਾਲ ਗੁਰਦਾਸ ਦਦਵਾਲ ਜੀ ਨੇ, ਉਹਨਾਂ ਨੇ ਇਹ ਕੀਤਾ, ਔਰ ਅਸੀਂ ਵੀ ਕਾਫੀ ਦੋਸਤਾਂ ਕੋ ਸੁਣਿਆ, ਕਿਉਂਕਿ ਇੱਥੇ ਚੌਧਰੀ ਮੁਹੰਮਦ ਅਸਲਮ ਸਾਹਿਬ ਨੇ, ਉਹਨਾਂ ਨੇ ਕਾਫੀ ਸਾਰੇ ਇੰਟਰਵਿਊ ਕੀਤੇ। ਲੁਧਿਆਣੇ ਕੇ ਮੁਸਲਮਾਨੋਂ ਪਰ ਕਿਆ ਗੁਜ਼ਰੀ ਦੇ ਨਾਮ ਤੋਂ ਉਹਨਾਂ ਦੀ ਇੱਕ ਬੜੀ ਮੋਟੀ ਕਿਤਾਬ ਹੈ, ਜਿਹਦੇ ਵਿੱਚ ਉਹਨਾਂ ਨੇ ਲੁਧਿਆਣਾ ਤੋਂ ਆਏ ਹੋਏ ਜਿਹੜੇ ਮੁਸਲਿਮ ਫੈਮਿਲੀ ਸਨ ਉਹਨਾਂ ਦੇ ਇੰਟਰਵਿਊ ਕੀਤੇ, ਤੇ ਉਹਨਾਂ ਨਾਲ ਵੀ ਇਹ ਹੋਇਆ। ਔਰ ਇੱਥੇ ਪੰਜਾਬੀ ਲਹਿਰ ਤੋਂ ਨਾਸਰ ਢਿੱਲੋਂ ਹੋਣੀ ਵੀ ਕਰਦੇ ਨੇ, ਉਹਨਾਂ ਨਾਲ ਵੀ ਮੈਂ ਉਹਨਾਂ ਤੋਂ ਵੀ ਇਹ ਦੋਵਾਂ ਤੋਂ ਹੀ ਪੁੱਛਿਆ ਅੱਜ, ਕਿਉਂਕਿ ਤੁਹਾਡਾ ਬਹੁਤ ਜ਼ਬਰਦਸਤ ਕੰਮ ਹੈ। ਮੈਂ ਅੱਜ ਤੁਹਾਡੇ ਤੋਂ ਵੀ ਔਰ ਗੁਰਦਾਸ ਦਦਵਾਲ ਹੋਰਾਂ ਦਾ ਵੀ ਇਹੀ ਸਵਾਲ ਸੀ ਕਿ ਜਦੋਂ ਤੁਸੀਂ ਇੰਟਰਵਿਊ ਕਰਦੇ ਸੀ ਤੇ ਰਿਲੈਕਟੈਂਟ ਕਿੰਨੇ ਸਨ ਲੋਕ ਗੱਲ ਕਰਨ 'ਚ, ਦੱਸਣ 'ਚ, ਔਰ ਉਹਦੇ ਪਿੱਛੇ ਕੀ ਫੈਕਟਰ ਤੁਹਾਨੂੰ ਨਜ਼ਰ ਆਇਆ? ਸੋ ਰਿਲੈਕਟੈਂਸ ਜਿਹੜੀ ਹੈਗੀ ਹੈ ਉਹ ਆਪਣੀ ਜ਼ਿਆਦਾ ਮੈਨੂੰ ਤਾਂ ਲੱਗਦਾ ਹੈਗਾ ਹੈ ਇੰਡੀਆ ਅਤੇ ਪਾਕਿਸਤਾਨ 'ਚ ਹੁੰਦੀ ਹੈ। ਜਦੋਂ ਲੋਕ ਬਾਹਰ ਆ ਜਾਂਦੇ ਆ, ਜਦੋਂ ਡਿਫਰੈਂਟ ਕੰਟਰੀਜ਼ ਵਿੱਚ ਹੁੰਦੇ ਆ, ਉਹਨਾਂ ਦੀ ਰਿਲੈਕਟੈਂਸ ਘੱਟ ਹੁੰਦੀ ਹੈ। ਤਾਂ ਮੇਨ ਰੀਜ਼ਨ ਆਹੀ ਹੈ ਕਿਉਂਕਿ ਪਾਰਟੀਸ਼ਨ ਜਿਹੜੀਆਂ ਮਤਲਬ ਆਪਣੇ ਕਈ ਸਟੋਰੀਜ਼ ਨੇ, ਅੱਜ ਕੱਲ੍ਹ ਵੀ ਉਹ ਪੋਲੀਟਿਕਸ ਦੇ ਨਾਲ ਮੈਚ ਅਪ ਨਹੀਂ ਹੁੰਦੀਆਂ, ਤਾਂ ਉਹਦੇ ਕਰਕੇ ਲੋਕ ਆਪਣੇ ਆਪ ਨੂੰ ਕੋਈ ਡੇਂਜਰ 'ਚ ਐਕਸਪੋਜ਼ ਨਹੀਂ ਕਰਨਾ ਚਾਹੁੰਦੇ। ਐਂਡ ਸੋ ਆਈ ਫੀਲ ਵੀ ਜਿਹੜੀਆਂ ਰਿਲੈਕਟੈਂਸ ਹੁੰਦੀ ਹੈ ਉਹ ਜ਼ਿਆਦਾ ਇੰਡੀਆ ਅਤੇ ਪਾਕਿਸਤਾਨ 'ਚ ਹੁੰਦੀ ਹੈ। ਪਰ ਅਸੀਂ ਉਸ ਚੀਜ਼ ਨੂੰ ਲੈ ਕੇ ਅਸੀਂ ਇਹਦੇ ਨਾਲ ਬਹੁਤ ਜ਼ਿਆਦਾ ਸੋਚਿਆ ਸੀਗਾ ਵੀ ਇਹਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ। ਤਾਂ ਅਸੀਂ ਲੋਕਾਂ ਨੂੰ ਆਫਰ ਕਰਦੇ ਹਾਂ ਵੀ ਤੁਹਾਡੀ ਸਟੋਰੀ ਹੋ ਸਕਦੀ ਹੈ ਵੀ ਅਸੀਂ ਪਬਲਿਕ ਐਕਸੈਸ ਨਾ ਦਈਏ, ਤਾਂ ਜੇ ਉਹ ਚਾਹੁੰਦੇ ਆ ਤਾਂ ਅਸੀਂ ਉਹਨਾਂ ਦੀ ਸਟੋਰੀ ਕੰਪਲੀਟਲੀ ਪ੍ਰਾਈਵੇਟ ਕਰ ਲੈਂਦੇ ਹਾਂ। ਐਂਡ ਬਾਈ ਪ੍ਰਾਈਵੇਟ ਓਨਲੀ ਜਿਹੜੇ ਆਪਣੇ ਰਿਸਰਚਰ ਹੁੰਦੇ ਆ, ਜਿਨ੍ਹਾਂ ਨੂੰ ਟ੍ਰੇਨਿੰਗ ਹੁੰਦੀ ਹੈ ਵੀ ਆਹ ਗੱਲਾਂ ਨੂੰ ਆਪਾਂ ਕਿਵੇਂ ਦੇਖਣਾ ਹੈਗਾ ਅਤੇ ਇਹ ਗੱਲਾਂ ਨੂੰ ਇੰਟਰਪ੍ਰੀਟੇਸ਼ਨ ਆਪਾਂ ਕਿਵੇਂ ਦੇਣੀ ਹੈਗੀ ਹੈ, ਅਤੇ ਬਸ ਉਹਨਾਂ ਨੂੰ ਇਹ ਐਕਸੈਸ ਹੁੰਦੀ ਹੈ ਉਹ ਸਟੋਰੀਜ਼। ਅਤੇ ਜਦੋਂ ਮੋਸਟ ਪੀਪਲ ਜਦੋਂ ਉਹ ਸੁਣਦੇ ਹੈਗੇ ਆ ਵੀ ਉਹਨਾਂ ਦੇ ਕੋਲ ਆਹ ਓਪਰਚੁਨਿਟੀ ਹੈਗੀ ਹੈ ਵੀ ਇਹ ਸਟੋਰੀ ਉਹਨਾਂ ਲਈ ਮਤਲਬ ਕੋਈ ਨੈਗੇਟਿਵ ਇੰਪੈਕਟ ਨਹੀਂ ਆਊਗਾ ਉਹਨਾਂ ਨੂੰ, ਅਤੇ ਪਬਲਿਕ ਨਹੀਂ ਹੋਊਗੀ ਉਹਨਾਂ ਦੀ ਸਟੋਰੀ, ਫਿਰ ਜਦੋਂ ਉਹ ਇਹ ਗੱਲ ਸੁਣਦੇ ਆ ਫਿਰ ਉਹਨਾਂ ਦੀ ਰਿਲੈਕਟੈਂਸ ਥੋੜ੍ਹੀ ਜਿਹੀ ਘੱਟ ਹੋ ਜਾਂਦੀ ਹੈ, ਅਤੇ ਫਿਰ ਉਹ ਯੂਜੂਅਲੀ ਸਾਡੇ ਕੋਲ ਆ ਜਾਂਦੇ ਹੈਗੇ ਆ ਮੋਸਟ ਆਫ ਦਾ ਟਾਈਮ। ਕਈ ਵਾਰੀ ਉਹਨਾਂ ਨੂੰ ਆਹ ਗੱਲ ਵੀ ਨਹੀਂ ਠੀਕ ਲੱਗਦੀ, ਅਤੇ ਫਿਰ ਕੋਈ ਗੱਲ ਨਹੀਂ, ਅਸੀਂ ਕਿਸੇ ਨੂੰ ਫੋਰਸ ਤਾਂ ਕਰਦੇ ਨਹੀਂ, ਅਤੇ ਜੇ ਉਹ ਚਾਹੁੰਦੇ ਹੈਗੇ ਆ ਤਾਂ ਫਿਰ ਅਸੀਂ ਉਹਨਾਂ ਦੀ ਕਰ ਲੈਂਦੇ ਹਾਂ, ਅਤੇ ਜਿੰਨਾ ਵੀ ਉਹ ਦੇਖਭਾਲ ਉਹ ਚਾਹੁੰਦੇ ਅਸੀਂ ਦਈਏ ਪ੍ਰਾਈਵੇਸੀ ਦੇ ਲਈ, ਅਸੀਂ ਉਵੇਂ ਕਰ ਲੈਂਦੇ ਹੈਗੇ ਆ। ਜੀ ਜੀ, ਠੀਕ। ਇੱਥੇ ਸਾਡੇ ਨਾਲ ਹਰਦੀਪ ਸਿੰਘ ਹੋਰਾਂ ਨੇ ਦੋ ਕੁਐਸਚਨ ਇਹਨਾਂ ਦੇ ਨੇ ਬੜੇ ਇੰਟਰਸਟਿੰਗ ਦੋਵੇਂ ਹੀ। ਖੈਰ ਮੈਨੂੰ ਇੱਕ ਹੀ ਕੁਐਸਚਨ 'ਚ ਕਰਾਂਗੇ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਇੱਕ ਤੇ ਜਿਹੜੇ ਸਰਵਾਈਵਰ ਸਨ ਜਿਹੜੇ ਤੁਹਾਨੂੰ ਮਿਲੇ ਔਰ ਉਹਨਾਂ ਨੇ ਜਿਹੜਾ ਵਾਇਲੈਂਸ 'ਚ ਹਿੱਸਾ ਲਿਆ, ਪਾਰਟੀਸਪੇਟ ਕੀਤਾ, ਤੇ ਉਹ ਅੱਜ ਮਤਲਬ ਕੋਈ ਰਿਗਰੈਟ ਹੈ ਉਹਨਾਂ ਦਾ ਜਾਂ ਉਹ ਕੀ ਸੋਚਦੇ ਨੇ? ਦੂਜਾ ਉਹਨਾਂ ਦਾ ਸਵਾਲ ਜਿਹੜਾ ਸੀ, ਉਹਨਾਂ ਨੇ ਕਿਹਾ ਕਿ ਕਿਸੇ ਬ੍ਰਿਟਿਸ਼ਰ ਨੂੰ ਤੁਸੀਂ ਮਿਲੇ ਹੋਵੋ ਤੇ ਉਹ ਬ੍ਰਿਟਿਸ਼ ਨੇ ਵੀ ਉੱਥੇ ਹੀ ਰਿਹਾ ਸੀ, ਤੇ ਉਹ ਕਦੀ ਗਿਲਟੀ ਨਹੀਂ ਫੀਲ ਕਰਦੇ ਕਿ ਅਸੀਂ ਵੀ ਇਸ ਪੂਰੇ ਰੋਲੇ ਨੂੰ ਕ੍ਰੀਏਟ ਕਰਨ ਦੇ ਵਿੱਚ ਹੀ ਆ? ਉਹ ਕਿਸ ਤਰ੍ਹਾਂ ਸੋਚਦੇ ਸੀ? ਇਹ ਦੋ ਸਵਾਲ ਹਰਦੀਪ ਸਿੰਘ
ਹੋਰਾਂ ਨੇ ਬੜੇ ਕਮਾਲ ਸਨ ਜੀ। ਮੈਂ ਤੁਹਾਡੇ ਕੋਲ ਹਾਂਜੀ, ਅਸੀਂ ਬਹੁਤ ਸਾਰੇ ਨਹੀਂ, ਅਸੀਂ ਥੋੜ੍ਹੇ ਜਿਹੇ ਲੋਕਾਂ ਨੂੰ ਮਿਲੇ ਹੋਏ ਆ ਜਿਨ੍ਹਾਂ ਨੇ ਮਤਲਬ ਵਾਇਲੈਂਸ ਵਿੱਚ ਪਾਰਟੇਕ ਕੀਤਾ ਤੇ ਸਾਨੂੰ ਦੱਸਿਆ ਵੀ। ਤਾਂ ਇਹਦੇ 'ਚ ਦੋ ਗੱਲਾਂ ਹੈਗੀਆਂ। ਕਈ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਮਿਲੇ ਹੈਗੇ ਆ, ਉਹਨਾਂ ਨੇ ਆਪਣੀ ਗਿਲਟ ਥੋੜ੍ਹੀ ਜਿਹੀ ਐਕਸਪ੍ਰੈਸ ਕੀਤੀ ਹੈ ਵੀ ਸਾਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ, ਅਸੀਂ ਤੁਹਾਨੂੰ ਤਾਂ ਹੀ ਦੱਸ ਰਹੇ ਹੈਗੇ ਆ, ਅਸੀਂ ਆਪਦੇ ਉੱਪਰੋਂ ਇਹ ਗਿਲਟ ਘਟਾਉਣੀ ਹੈਗੀ ਤੇ ਅਸੀਂ ਦੱਸਣਾ ਹੈਗਾ ਫਿਊਚਰ ਜਨਰੇਸ਼ਨ ਨੂੰ ਵੀ ਤੁਹਾਨੂੰ ਆਏਂ ਵੀ ਹੋ ਸਕਦਾ ਵੀ ਤੁਸੀਂ, ਉਹ ਬਹੁਤ ਛੋਟੇ ਹੁੰਦੇ ਸੀ ਉਸ ਟਾਈਮ, ਮਤਲਬ ਟੀਨੇਜਰ ਹੁੰਦੇ ਸੀਗੇ ਤੇ ਉਹਨਾਂ ਨੂੰ ਲੋਕਲ ਜਿਹੜੇ ਉਹਨਾਂ ਦੇ ਲੀਡਰ ਸੀਗੇ ਉਹਨਾਂ ਨੇ ਥੋੜ੍ਹਾ ਜਿਹਾ ਇਨਸਾਈਟ ਕੀਤਾ ਸੀਗਾ ਤੇ ਉਹ ਦੱਸਣਾ ਚਾਹੁੰਦੇ ਸੀ ਵੀ ਸਾਨੂੰ ਅਸੀਂ ਕਿਵੇਂ ਇਨਸਾਈਟ ਹੋ ਗਏ ਸੀਗੇ ਤੇ ਅਸੀਂ ਮੇਨਲੀ ਉਹ ਲੂਟਿੰਗ ਵਿੱਚ ਇੰਟਰਸਟਿਡ ਸੀਗੇ, ਆਪਦੇ ਆਪ ਦੀ ਉਹ ਜਿਹੜੀ ਵੈਲਥ ਹੁੰਦੀ ਹੈ ਉਹਨੂੰ ਵਧਾਉਣ ਦੇ ਇੰਟਰਸਟ ਵਿੱਚ ਸੀਗੇ। ਤੇ ਜਿਹੜੇ ਸਾਨੂੰ ਹੋਰ ਵੀ ਸਟੋਰੀਜ਼ ਪਤਾ ਲੱਗੀਆਂ ਸੈਕਿੰਡ ਹੈਂਡ ਵੀ ਆਹ ਲੋਕਾਂ ਨੇ ਵਾਇਲੈਂਸ ਕੀਤੀ ਸੀਗੀ, ਪਰ ਇਟ ਸੀਮਸ ਲਾਈਕ ਜਿਹੜੇ ਲੋਕਾਂ ਨੇ ਵਾਇਲੈਂਸ ਕੀਤੀ ਸੀਗੀ ਉਹਨਾਂ ਦੇ ਬਹੁਤ ਲੇਟਰ ਔਨ ਉਹਨਾਂ ਦੇ ਨਾਈਟਮੇਅਰਸ ਵਗੈਰਾ ਆਉਂਦੇ ਸੀਗੇ, ਉਹਨਾਂ ਨੂੰ ਮੈਂਟਲ ਹੈਲਥ ਦੀਆਂ ਬਹੁਤ ਪ੍ਰੋਬਲਮਸ ਆ ਜਾਂਦੀਆਂ ਸੀਗੀਆਂ ਤੇ ਉਹ ਜ਼ਿਆਦਾ ਮਤਲਬ ਅਸੀਂ ਹੁਣ 70 ਇਅਰਸ ਦੇ ਬਾਅਦ ਇਹ ਕੰਮ ਕਰ ਰਹੇ ਹਾਂ ਨਾ, 60 ਤੋਂ 70 ਇਅਰਸ ਬਾਅਦ, ਤੇ ਉਹ ਸਰਵਾਈਵ ਨਹੀਂ ਹੋਏ ਇੰਨੇ ਜ਼ਿਆਦਾ ਟਾਈਮ 'ਚ ਵੀ ਉਹ ਅੱਜ ਕੱਲ੍ਹ ਨਹੀਂ ਹੈਗੇ ਆਪਣੇ ਕੋਲ ਉਹ ਜਿਹੇ ਬੰਦੇ, ਕਿਉਂਕਿ ਉਹਨਾਂ ਦੀ ਹੈਲਥ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਆ ਗਈਆਂ ਸੀਗੀਆਂ ਇਹੋ ਜਿਹੇ ਮੈਮਰੀਜ਼ ਦੇ ਨਾਲ ਵੀ ਅਸੀਂ ਆਹ ਕੁਛ ਕੀਤਾ ਹੈਗਾ ਸੋਸਾਇਟੀ 'ਚ। ਤਾਂ ਅਸੀਂ ਉਹ ਦੋ ਗੱਲਾਂ ਸੁਣੀਆਂ ਵਾਇਲੈਂਸ ਦੇ ਬਾਰੇ। ਨਾਓ ਅਬਾਊਟ ਬ੍ਰਿਟਿਸ਼, ਤਾਂ ਬ੍ਰਿਟਿਸ਼ ਦੀ ਗੱਲ ਇਹ ਬਹੁਤ ਇੰਟਰਸਟਿੰਗ ਹੈਗੀ ਹੈ, ਸਾਨੂੰ ਪਤਾ ਲੱਗਾ। ਇੱਕ ਤਾਂ ਆਪਾਂ ਸੋਚਦੇ ਹਾਂ ਵੀ ਜਿੰਨੇ ਵੀ ਬ੍ਰਿਟਿਸ਼ ਸੀਗੇ ਉਹ ਸਾਰੇ ਗਿਲਟੀ ਹੈਗੇ ਆ ਇਸ ਕੰਮ ਦੇ, ਰਾਈਟ। ਐਕਚੁਅਲੀ ਬ੍ਰਿਟਿਸ਼ ਦੇ ਵਿਦਿਨ ਵੀ ਬਹੁਤ ਜ਼ਿਆਦਾ ਡਿਵੀਜ਼ਨ ਸੀਗੀਆਂ। ਤੁਸੀਂ ਇੱਕ ਗੱਲ ਆਪਾਂ ਨੂੰ ਯਾਦ ਕਰਨੀ ਚਾਹੀਦੀ ਹੈ ਵੀ ਬ੍ਰਿਟਨ ਉਸ ਟਾਈਮ ਡੈਮੋਕ੍ਰੇਸੀ ਹੁੰਦੀ ਸੀਗੀ, 50% ਉਹਦੀ ਪਾਪੂਲੇਸ਼ਨ ਇੱਕ ਸਾਈਡ ਤੇ ਵੋਟ ਕਰਦੀ ਸੀ ਤੇ ਦੂਸਰੀ 50% ਦੂਸਰੀ ਸਾਈਡ ਤੇ ਇਹ ਜਿਹੜਾ ਆਪਣਾ ਪਾਰਟੀਸ਼ਨ ਵੀ ਹੈਗਾ ਉਹਦੇ ਬਾਰੇ ਵੀ ਜਿਵੇਂ ਐਕਸੀਕਿਊਟ ਹੋਇਆ ਉਹ ਵੀ ਮਤਲਬ ਸਾਰੀ ਅਗਰੀਮੈਂਟਸ ਨਹੀਂ ਸੀਗੇ ਬ੍ਰਿਟਿਸ਼ ਉਸ ਟਾਈਮ ਦੇ, ਤਾਂ ਉਹ ਐਂਡ ਦੇ ਵਰ ਨਾਟ ਆਲ ਇਨਵੋਲਵਡ, ਰਾਈਟ। ਜਿਹੜੀ ਉਹਨਾਂ ਦੀ ਲੀਡਰਸ਼ਿਪ ਹੁੰਦੀ ਸੀ ਉਹ ਇੱਕ ਟਾਈਪ ਦੀ ਸੀਗੀ, ਜਿਹੜੇ ਉਹਨਾਂ ਦੇ ਲੋਕ ਹੁੰਦੇ ਸੀ ਉਹ ਡਿਫਰੈਂਟ ਟਾਈਪ ਦੇ ਸੀਗੇ। ਇਨਫੈਕਟ ਜਿਹੜੀਆਂ ਥਾਊਜ਼ੈਂਡਸ ਆਫ ਬ੍ਰਿਟਿਸ਼ ਫੈਮਿਲੀ ਸੀਗੀਆਂ ਇੰਡੀਆ 'ਚ ਐਟ ਅ ਟਾਈਮ ਰਾਈਟ ਬਿਫੋਰ ਪਾਰਟੀਸ਼ਨ 1947 'ਚ, ਤੇ ਜਦੋਂ ਉਹਨਾਂ ਨੇ ਜਾਣਾ ਪਿਆ, ਉਹਨਾਂ ਨੂੰ ਜਦੋਂ ਮਤਲਬ ਆਪਦਾ ਸਭ ਕੁਛ ਛੱਡ ਕੇ ਜਾਣਾ ਪਿਆ, ਉਹਨਾਂ ਦੀ ਵੀ ਮਾਈਗ੍ਰੇਸ਼ਨ ਹੋ ਗਈ ਸੀ ਉਸ ਟਾਈਮ। ਇਨਫੈਕਟ ਸਾਨੂੰ ਬਹੁਤ ਸਾਰੇ ਫੈਮਲੀਜ਼ ਮਿਲੇ ਸਪੈਸ਼ਲੀ ਲੰਡਨ 'ਚ ਜਿਹੜੀਆਂ ਕਹਿੰਦੀਆਂ ਵੀ ਸਾਨੂੰ ਕੋਈ ਨਹੀਂ ਦੇਖਦਾ ਵਿਕਟਮ ਹੁੱਡ ਦੇ ਨਾਲ, ਕਿਉਂਕਿ ਉਹਨਾਂ ਦੇ ਕੀ ਹੋਇਆ ਲੋਟ ਆਫ ਪੀਪਲ ਉਹਨਾਂ ਨੂੰ ਵੀ ਸਭ ਕੁਛ ਪਿੱਛੇ ਛੱਡ ਗਿਆ ਆਪਦਾ ਘਰ ਵਗੈਰਾ, ਕਈ ਲੋਕ ਉੱਥੇ ਮਤਲਬ 300 ਇਅਰਸ ਤੋਂ ਰਹਿੰਦੇ ਸੀਗੇ, ਆਪਦੇ ਆਪ ਨੂੰ ਇੰਡੀਅਨ ਸਮਝਦੇ ਸੀਗੇ ਪਰ ਉਹ ਵਾਈਟ ਸੀਗੇ, ਤਾਂ ਉਹਨਾਂ ਨੂੰ ਉਸ ਕਰਕੇ ਵੀ ਉਹਨਾਂ ਨੂੰ ਆਪਦਾ ਘਰ ਛੱਡ ਕੇ, ਤੇ ਕਈ ਲੋਕ ਮਤਲਬ ਪੂਰੀ ਦੁਨੀਆ ਘੁੰਮੇ ਉਹਦੇ ਬਾਅਦ, ਕਈ ਗਏ ਆਸਟ੍ਰੇਲੀਆ ਚਲੇ ਗਏ, ਫਿਰ ਉਹਦੇ ਬਾਅਦ ਉੱਥੇ ਨਹੀਂ ਜੀ ਲੱਗਿਆ, ਫਿਰ ਨਿਊਜ਼ੀਲੈਂਡ ਚਲੇ ਗਏ ਉੱਥੇ ਵੀ ਨਹੀਂ ਜੀ ਲੱਗਿਆ, ਫਿਰ ਕਈ ਅਫਰੀਕਾ ਚਲੇ ਗਏ ਉੱਥੇ ਮੁਗਾਵੇ ਆ ਗਿਆ ਉਹਨਾਂ ਨੇ ਕੱਢਤਾ। ਤੇ ਉਹਨਾਂ ਦੀ ਵੀ ਮਤਲਬ ਬਹੁਤ ਡਰਾਮੈਟਿਕ ਹਿਸਟਰੀ ਹੈਗੀ ਹੈ ਜਿਹੜੀਆਂ ਬ੍ਰਿਟਿਸ਼ ਫੈਮਲੀ ਸੀਗੀਆਂ ਜਿਨ੍ਹਾਂ ਨੂੰ ਇੰਡੀਆ ਛੱਡਣਾ ਪਿਆ। ਉਹ ਆਪਾਂ ਕਦੇ ਸੋਚਦੇ ਨਹੀਂ ਕਿਉਂਕਿ ਆਪਣੀ ਬਹੁਤ ਇੱਕ ਵਨ ਸਾਈਡਡ ਵਿਊ ਹੈਗੀ, ਆਪਾਂ ਸੋਚਦੇ ਵੀ ਸਾਰੇ ਬ੍ਰਿਟਿਸ਼ ਨੇ ਮਿਲ ਕੇ ਇਹ ਕੰਮ ਕੀਤਾ, ਇਹੋ ਜਿਹੀ ਗੱਲ ਨਹੀਂ ਸੀਗੀ। ਸਾਡੀ ਸਟੋਰੀਜ਼ ਤੋਂ ਪਤਾ ਲੱਗਦਾ ਵੀ ਇਹ ਐਕਚੁਅਲੀ ਉਹਨਾਂ ਬ੍ਰਿਟਿਸ਼ ਦੇ ਸੋਸਾਇਟੀ ਦੇ ਵਿੱਚ ਵੀ ਇਹ ਬਹੁਤ ਮਿਕਸਡ ਜਿਹਾ ਕੰਮ ਸੀਗਾ। ਜੀ ਅਸੀਂ ਗੱਲ ਕਰਦੇ ਜਦੋਂ ਓਰਲ ਹਿਸਟਰੀ ਦੇ ਹਵਾਲੇ ਨਾਲ, ਤੇ ਸਾਡੇ ਖਾਸ ਕਰ ਪੰਜਾਬ ਦੇ ਵਿੱਚ ਤੇ ਓਰਲ ਟ੍ਰੈਡੀਸ਼ਨ ਬਹੁਤ ਪੁਰਾਣੀ ਹੈ, ਔਰ ਮੈਨੂੰ ਬੜਾ ਅੱਛਾ ਲੱਗਿਆ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਕਿ ਅਸੀਂ ਕਿਸੇ ਵੀ ਬੰਦੇ ਨੂੰ ਜਦੋਂ ਪੁੱਛਦੇ ਹਾਂ ਹਿਸਟਰੀ ਦਾ ਤੇ ਉਹਨਾਂ ਤੁਸੀਂ ਬਸ ਆਪਣੇ ਫੈਮਿਲੀ ਸਰਨੇਮ ਦੱਸਦੇ ਹੋ ਤੇ ਉਹ ਤੁਹਾਡਾ ਪੂਰੀ ਲਾਈਨੇਜ ਦੱਸ ਦਿੰਦੇ ਨੇ ਕਿ ਕਿੱਥੇ ਸੀ, ਕਿਵੇਂ ਸੀ, ਕਿੱਧਰ ਗਿਆ। ਤੇ ਇਹਦਾ ਮਤਲਬ ਇੱਕ ਤੇ ਇਹ ਵੀ ਬਣਦਾ ਹੈ ਕਿ ਵੀ ਤਾਰੀਖ ਦੇ ਨਾਲ ਪੰਜਾਬ ਦਾ ਬੜਾ ਪੁਰਾਣਾ ਲੈਣਾ ਦੇਣਾ ਹੈ, ਵੀ ਲੋਕ ਪੁਰਾਣੇ ਇਸ ਚੀਜ਼ ਦੀ ਇੰਪੋਰਟੈਂਸ ਨੂੰ ਸਮਝਦੇ ਸੀ ਔਰ ਯਾਦ ਰੱਖ ਲੈਂਦੇ ਸੀ ਕਿ ਕੌਣ ਕੀ ਹੈ ਤੇ ਕਿਸ ਤਰ੍ਹਾਂ ਇਹ ਸਾਰਾ ਕੁਝ ਹੋਇਆ। ਸੋ ਤੇ ਓਰਲ ਦੀ ਇੱਕ ਬਹੁਤ ਪੁਰਾਣੀ ਟ੍ਰੈਡੀਸ਼ਨ ਸੀ, ਉਹ ਕਿੱਸਿਆਂ ਰਾਹੀਂ ਵੀ ਚੱਲਦੀ ਰਹੀ, ਉਹ ਮੁਖਤਲਿਫ ਗੀਤ ਗਾਣੇ ਜਿਵੇਂ ਵੀ ਉਹ ਸੀ। ਤੇ ਇੱਥੇ ਪੂਨਮ ਅਯੂਬ ਹੋਰਾਂ ਨੇ ਵੀ ਗੱਲ ਕੀਤੀ ਤੇ ਮੈਂ ਵੀ ਇਹ ਪੁੱਛਾਂਗਾ ਕਿ ਜਿਹੜੀ ਪੂਰੀ ਦੁਨੀਆ ਦੇ ਵਿੱਚ ਇੱਕ ਓਰਲ ਹਿਸਟਰੀ ਦੀ ਟ੍ਰੈਡੀਸ਼ਨ ਹੈ, ਉਹਦਾ ਪੰਜਾਬ ਦੇ ਨਾਲ ਕੀ ਤਲਕ ਬਣਦਾ ਹੈ? ਔਰ ਤੁਸੀਂ ਕਿਉਂਕਿ ਟੈਕਨੀਕਸ ਤੇ ਬਹੁਤ ਦੇਰ ਤੋਂ, ਕਿੰਨੇ 7 ਸਾਲ ਤੋਂ ਤੁਸੀਂ ਦੱਸਿਆ ਇੱਕ ਵਰਕਸ਼ਾਪ, ਅਸੀਂ ਵਰਕਸ਼ਾਪ ਤੇ ਲਾਦਾ ਤੋਂ ਇੱਕ ਗੱਲ ਸਵਾਲ ਕਰਾਂਗੇ। ਸੋ ਇਹਦੀ ਜਿਹੜੀ ਤੁਹਾਨੂੰ ਟੈਕਨੀਕਸ ਇੱਧਰ ਦੀਆਂ ਪੰਜਾਬ ਵਿੱਚ ਔਰ ਆਈ ਮੀਨ ਕਿ ਸਾਊਥ ਏਸ਼ੀਆ ਵੀ ਤੁਸੀਂ ਲਾ ਲਓ ਤੇ ਪੰਜਾਬ ਨੂੰ ਸਪੈਸੀਫਿਕਲੀ ਵੇਖਿਆ ਜਾਵੇ, ਸਪੈਸ਼ਲੀ ਵੇਖਿਆ ਜਾਵੇ, ਪਰ ਬਾਕੀ ਦੁਨੀਆ ਨੂੰ, ਤੇ ਤੁਸੀਂ ਕੀ ਡਿਫਰੈਂਸਿਸ ਇਹਦੇ ਚ ਵੇਖਦੇ ਹੋ?
ओके हाँ जी तो अपनी जी ओरल हिस्टरी होंगी है ये जी फील्ड होंगी है जी मतलब एकेडैमिक फील्ड हैगी ओरल हिस्टरी की ये पूरे वर्ल्ड के जोड़े एक्सपर्ट्स आए उन्होंने इकट्ठे मिल के स्टैंडर्ड्स बनाए हैगे एंड जी अपनी पंजाब की ट्रडिशनल ओरल हिस्टरी होंगी है वो मतलब आ स्टैंडर्ड्स नहीं आते क्योंकि वो ट्रडिशनल होंगी है तो असी जे असी की किया है भी so that our work becomes important and relevant also to academics and to researchers for many years to come. ਅਸੀਂ ਉਹ ਜਿਹੜੀਆਂ formal techniques ਹੈਗੀਆਂ ਅਸੀਂ mainly ਉਹ use ਕੀਤੀਆਂ but at the same time ਜਿਹੜੀਆਂ ਆਪਣੀ ਪੰਜਾਬ ਦੀਆਂ nuance cultural nuances ਹੁੰਦੇ ਹੈਗੇ ਆ ਜਾਂ ਤੁਸੀਂ ਬੰਗਾਲ ਦੀ ਗੱਲ ਕਰ ਲਓ ਜੇ ਬੰਗਾਲ ਦੇ cultural nuances ਹੁੰਦੇ ਆ ਉਹ ਜੇ ਅਸੀਂ ਲੋਕਲ oral historians ਨਾਲ ਜਾਂ ਲੋਕਲ ਲੋਕਾਂ ਨਾਲ ਵਰਕ ਕਰਦੇ ਹੈਗੇ ਆ ਉਹਨਾਂ ਨੂੰ ਉਹ ਪਤਾ ਹੁੰਦਾ ਹੈ ਨੈਚੁਰਲੀ ਪਤਾ ਹੁੰਦਾ ਆਪਾਂ ਨੂੰ ਤਾਂ ਫਿਰ ਅਸੀਂ ਨੈਚੁਰਲੀ ਉਹ ਜਿਹੜੇ ਆਪਣੇ ਪ੍ਰਿੰਸੀਪਲ ਹੈਗੇ ਮੇਨ ਪ੍ਰਿੰਸੀਪਲ oral history ਦੇ ਉਹਦੇ ਵਿੱਚ ਹੀ ਅਸੀਂ ਉਹਦੇ ਮੁਤਾਬਕ ਕੰਮ ਕਰਦੇ ਹਾਂ ਪਰ ਅਸੀਂ ਲੋਕਲ ਜਿਹੜੀਆਂ ਆਪਣੀਆਂ ਨਿਊਆਂਸ ਹੁੰਦੀਆਂ ਲੋਕਲ ਕਲਚਰ ਹੁੰਦੇ ਆ ਉਹਦੇ ਵਿੱਚ ਕੰਮ ਕਰਦੇ ਹਾਂ ਤੋ ਇਹਦੇ 'ਚ ਮਤਲਬ ਕੋਈ ਕਲੈਸ਼ ਨਹੀਂ ਹੋਣਾ ਚਾਹੀਦਾ ਜਿਹੜੀ ਆਪਣੀ ਟ੍ਰੈਡੀਸ਼ਨਲ oral history ਹੈਗੀ ਹੈ ਤੇ ਜਿਹੜੀ ਆਪਣੀ ਫਾਰਮਲ oral history ਹੈਗੀ ਹੈ ਇਹ ਦੋ ਗੱਲਾਂ 'ਚ ਮਤਲਬ ਜ਼ਿਆਦਾ ਮੈਨੂੰ ਕੋਈ ਕਲੈਸ਼ ਨਹੀਂ ਲੱਗਦਾ ਇਹ ਮੈਨੂੰ ਲੱਗਦਾ ਵੀ ਇਹ ਇੱਕ ਦੂਜੇ ਨਾਲ ਇਕੱਠੇ ਮਿਲ ਕੇ ਇਹ ਕਨਸੈਪਟਸ ਇਕੱਠੇ ਹੋ ਕੇ ਆਪਾਂ ਇਹ ਕੰਮ ਕਰ ਸਕਦੇ ਹਾਂ ਜੀ ਜਿਸ ਤਰ੍ਹਾਂ ਕਿ ਅਸੀਂ ਵੇਖਦੇ ਹਾਂ ਕਿ ਬ੍ਰਿਟਿਸ਼ ਦਾ ਇੱਥੇ ਬੜਾ ਸੀ ਕਿਰਦਾਰ ਉਸ ਪਾਰਟੀਸ਼ਨ ਦੇ ਵਿੱਚ ਤੇ ਹੋਰ ਜਗ੍ਹਾ ਤੇ ਵੀ ਇਹਨਾਂ ਨੇ ਬਹੁਤ ਸਾਰੇ ਇਲਾਕਿਆਂ ਨੂੰ ਤਕਸੀਮ ਕੀਤਾ ਇਹਨਾਂ ਨੇ ਡਿਵਾਈਡ ਕੀਤਾ ਕੀ ਤੁਸੀਂ ਇਸ ਪੂਰੀ ਓਰਲ ਹਿਸਟਰੀ ਨੂੰ ਜਾਂ ਲੋਕਾਂ ਦੀ ਇਸ ਪਾਰਟੀਸ਼ਨ ਸਟੋਰੀ ਨੂੰ ਇਕੱਠਿਆਂ ਕਰਦਿਆਂ ਹੋਇਆਂ ਬਾਕੀ ਜਿਹੜੇ ਰੀਜਨਸ ਨੇ ਉਹਨਾਂ ਦੇ ਵਿੱਚ ਵੀ ਕੁਝ ਸਟੋਰੀਜ਼ ਵੇਖੀਆਂ ਜਿਹੜੀਆਂ ਸਿਮਿਲਰ ਹੁਣ ਖਾਸ ਕਰਕੇ ਪੰਜਾਬ ਤੇ ਬਹੁਤ ਵੱਡੀ ਮਾਈਗ੍ਰੇਸ਼ਨ ਹੈ ਪੂਰੀ ਨੌਨ ਹਿਸਟਰੀ 'ਚ ਬਹੁਤ ਵੱਡੀ ਮਾਈਗ੍ਰੇਸ਼ਨ ਹੈ ਇਹਦੇ ਤੋਂ ਵੱਖ ਵੀ ਤੁਸੀਂ ਕਿਧਰੇ ਇਸ ਤਰ੍ਹਾਂ ਦੀ ਕੋਈ ਸਟੋਰੀਜ਼ ਵੇਖੀਆਂ ਨੇ ਐਕਚੁਅਲੀ ਇਸ ਟਾਈਪ ਦੀਆਂ ਜਿਹੜੀਆਂ ਆਪਣੀਆਂ ਸਟੋਰੀਜ਼ ਹੈਗੀਆਂ ਮਾਈਗ੍ਰੇਸ਼ਨ ਦੀਆਂ ਇਹ ਸਟੋਰੀਜ਼ ਜਸਟ ਮਤਲਬ ਦ ਲੈਵਲ ਦੈਟ ਵੀ ਹੈਵ ਇਨ ਪੰਜਾਬ ਆਪਣੀ ਇਹ ਸਭ ਤੋਂ ਵੱਡੀ ਮਾਈਗ੍ਰੇਸ਼ਨ ਸੀ ਪੂਰੀ ਦੁਨੀਆ 'ਚੋਂ ਇਹੋ ਜਿਹੀ ਮਾਈਗ੍ਰੇਸ਼ਨ ਇਹਦੇ ਬਾਅਦ ਨਹੀਂ ਹੋਈ ਆਪਣੀ ਜਿਹੜੀ ਹੈਗੀ ਹੈ ਇਜ਼ਰਾਈਲ ਪੈਲਸਟਾਈਨ ਦੀ ਮਾਈਗ੍ਰੇਸ਼ਨ ਅਜੇ ਵੀ ਹੌਲੀ ਹੌਲੀ ਹੋਈ ਜਾਂਦੀ ਹੈ ਪਰ ਮਤਲਬ ਜਿਵੇਂ ਪੰਜਾਬ 'ਚ ਇੱਕਦਮ ਹੋਈ ਸੀਗੀ ਉਹ ਕਿਤੇ ਨਹੀਂ ਹੋਈ ਪੂਰੀ ਦੁਨੀਆ 'ਚ ਆਏ ਆਪਣੇ ਡਿਫਰੈਂਟ ਰੈਫਿਊਜੀ ਕ੍ਰਾਈਸਿਸ ਉਹਦੇ ਬਾਅਦ ਹੋ ਹੀ ਜਾਂਦੇ ਹੈਗੇ ਆਪਣਾ ਇਜ਼ਰਾਈਲ ਪੈਲਸਟਾਈਨ ਹੈਗਾ ਆਪਣੇ ਸੁਡਾਨ 'ਚ ਵੀ ਉਹਨਾਂ ਨੇ ਜਿਵੇਂ ਉੱਥੇ ਪਾਰਟੀਸ਼ਨ ਕੀਤੀ ਹੋਈ ਹੈ ਤੇ ਰਵਾਂਡਾ 'ਚ ਵੀ ਹੋਇਆ ਹੈ ਐਂਡ ਲੇਕਿਨ ਜਿਵੇਂ ਆਪਣੇ ਪੰਜਾਬ 'ਚ ਹੋਇਆ ਹੈ ਉਹ ਕਿਤੇ ਨਹੀਂ ਹੋਇਆ ਇਸ ਟਾਈਪ ਦਾ ਮੈਨੂੰ ਲੱਗਦਾ ਹੈ ਸ਼ਾਇਦ ਉਹਦੇ ਬਾਅਦ ਬ੍ਰਿਟਿਸ਼ ਨੂੰ ਵੀ ਇਹ ਅਵੇਅਰਨੈਸ ਆ ਗਈ ਹੋਊਗੀ ਵੀ ਇਹੋ ਜਿਹੀ ਗੱਲ ਵੀ ਹੋ ਸਕਦੀ ਹੈ ਇਹੋ ਜਿਹੀ ਟ੍ਰੈਜਡੀ ਵੀ ਹੋ ਸਕਦੀ ਹੈ ਤਾਂ ਸ਼ਾਇਦ ਉਹਨਾਂ ਨੇ ਇਸ ਗੱਲ ਨੂੰ ਯੂਜ਼ ਕਰਕੇ ਥੋੜ੍ਹੇ ਜਿਹੇ ਧਿਆਨ ਨਾਲ ਬਾਕੀ ਦੇ ਪੋਲੀਟੀਕਲ ਡਿਸੀਜਨਸ ਬਣਾਏ ਸੀਗੇ ਇਹ ਸਾਨੂੰ ਅਜੇ ਪਤਾ ਨਹੀਂ ਇਹ ਮਤਲਬ ਆਨਗੋਇੰਗ ਰਿਸਰਚ ਹੈ ਮੇਨ ਗੱਲ ਸਾਡੀ ਮੇਨ ਫੋਕਸ ਅਜੇ ਪਾਰਟੀਸ਼ਨ ਦਾ ਹੈਗਾ ਹੈ ਅਤੇ ਇਹ ਇਨ ਇਟਸੈਲਫ ਇਹ ਇੰਨੀ ਵੱਡੀ ਪ੍ਰੋਬਲਮ ਹੈਗੀ ਹੈ ਤਾਂ ਅਸੀਂ ਬਸ ਬਹੁਤ ਫੋਕਸ ਨਾਲ ਇਸ 'ਤੇ ਲੱਗੇ ਹੋਏ ਹਾਂ ਜੀ ਜ਼ਾਹਿਰ ਹੈ ਤੁਹਾਡਾ ਤੇ ਬਹੁਤ ਜ਼ਿਆਦਾ ਵੱਡਾ ਕੰਮ ਹੈ ਔਰ ਇਹਨੂੰ ਇਕੱਠਾ ਕਰਨਾ ਵੀ ਇਟਸੈਲਫ ਇੱਕ ਬਹੁਤ ਵੱਡਾ ਕੰਮ ਸੀ ਅਸੀਂ ਇੱਥੇ ਕਾਫੀ ਸਾਰੇ ਪ੍ਰੋਗਰਾਮ ਅਸੀਂ ਕਰਦੇ ਔਰ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਤੇ ਪਾਰਟੀਸ਼ਨ ਦੀ ਸਟੋਰੀ ਸਾਡੇ ਲਈ ਇਸ ਤਰ੍ਹਾਂ ਵੀ ਇੰਟਰਸਟਿੰਗ ਸਨ ਕਿ ਜਿਸ ਟਾਈਮ ਕੋਈ ਤੁਸੀਂ ਇੱਕ ਬਿਲਕੁਲ ਹਿਸਟਰੀ ਦੇ ਬੈਕਗਰਾਊਂਡ ਤੋਂ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਬਾਹਰ ਹੀ ਰਹੇ ਔਰ ਉੱਥੋਂ ਇੱਕ ਤਰ੍ਹਾਂ ਤੁਹਾਨੂੰ ਇੱਕ ਸੀ ਇੰਸਪੀਰੇਸ਼ਨ ਕਿ ਮੈਂ ਜਾ ਕੇ ਹਿਸਟਰੀ ਨੂੰ ਕਲੈਕਟ ਕਰਾਂ ਮੇਰੇ ਵਾਸਤੇ ਜਿਹੜੀ ਤੁਸੀਂ ਪਹਿਲੇ ਗੱਲ ਕਰ ਰਹੇ ਸੋ ਬਹੁਤ ਹੀ ਮੇਰੇ ਵਾਸਤੇ ਬੜੀ ਇੰਪੋਰਟੈਂਟ ਸੀ ਕਿ ਕਿਸ ਤਰ੍ਹਾਂ ਤੁਸੀਂ ਆਏ ਔਰ ਫਿਰ ਉਹ ਇੱਕ ਬੰਦੇ ਦੇ ਜਾਣ ਦੇ ਨਾਲ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਤੇ ਫਿਰ ਸਾਰੀਆਂ ਸਟੋਰੀਜ਼ ਹੀ ਚਲੀਆਂ ਜਾਣਗੀਆਂ ਤੇ ਅਸੀਂ ਕਿੱਦਾਂ ਔਰ ਖਾਸ ਕਰ ਜਾਪਾਨ ਜਦੋਂ ਤੁਸੀਂ ਗਏ ਤੇ ਉੱਥੋਂ ਪਤਾ ਲੱਗਾ ਕਿ ਕੌਮਾਂ ਕਿਸ ਤਰ੍ਹਾਂ ਆਪਣਾ ਸਾਰਾ ਕੁਛ ਜਿਹੜਾ ਨਾ ਉਹ ਇਕੱਠਾ ਕਰਕੇ ਰੱਖਦੀਆਂ ਨੇ ਤੋ ਅਸੀਂ ਜਦੋਂ ਪੰਜਾਬ ਦੀ ਹਿਸਟਰੀ ਦੀ ਗੱਲ ਕਰਨੀ ਤੇ ਬਹੁਤ ਸਾਰਾ ਕੁਛ ਸਾਨੂੰ ਪਾਰਟੀਸ਼ਨ ਦੇ ਨਾਲ ਜੋੜ ਕੇ ਵੀ ਅਗਰ ਵੇਖੀਏ ਅਸੀਂ ਕਿ ਪਾਰਟੀਸ਼ਨ ਜਿਸ ਤਰ੍ਹਾਂ ਦੀ ਤੁਸੀਂ ਕਿਹਾ ਕਿ ਇਹਦੇ ਤੋਂ ਇਲਾਵਾ ਕੋਈ ਪਾਰਟੀਸ਼ਨ ਇਸ ਤਰ੍ਹਾਂ ਦੀ ਹੋਈ ਨਹੀਂ ਦੁਨੀਆ ਦੇ ਵਿੱਚ ਤੇ ਇਹਦੇ ਪਿੱਛੇ ਕੀ ਰੀਜ਼ਨ ਨਜ਼ਰ ਆਉਂਦਾ ਹੈ ਕਿ ਇੱਥੇ ਹੀ ਕਿਉਂ ਇਸ ਤਰ੍ਹਾਂ ਦੀ ਪਾਰਟੀਸ਼ਨ ਕਿ ਜਿਹੜਾ ਬੰਦਾ ਇਹਦੀ ਪਾਰਟੀਸ਼ਨ ਕਰਨ ਆਇਆ ਉਹ ਖੁਦ ਵੀ ਐਕਸਪਰਟ ਹੀ ਨਹੀਂ ਹੈ ਜਿਓਗ੍ਰਾਫੀ ਦਾ ਉਹਨੂੰ ਪਤਾ ਹੀ ਨਹੀਂ ਕਿਸ ਤਰ੍ਹਾਂ ਕਰਨੀ ਹੈ ਉਹ 5-7 ਮਿੰਟ ਵਿੱਚ ਅਪਰੂਵਲ ਵੀ ਹੋ ਜਾਂਦਾ ਪਾਰਲੀਮੈਂਟ ਤੋਂ ਔਰ ਫਿਰ ਐਡੇ ਲੋਕਾਂ ਨੂੰ ਬਿਲਕੁਲ ਹੀ ਇੱਕ ਬੰਨੇ ਦੂਜੇ ਬੰਨੇ ਔਰ ਸਾਡੇ ਤਾਂ ਇੱਥੇ ਪੰਜਾਬ ਵਿੱਚ ਆਮ ਤੌਰ ਤੇ ਲੋਕੀ ਗੱਲਾਂ ਕਰਦੇ ਨੇ ਕਿ ਪੰਜਾਬ ਦੀ ਵੰਡ ਜਿਹੜੀ ਹੈ ਪਾਣੀ ਹੋਈ ਇਹ ਇੱਕ ਬੰਨੇ ਪਾਣੀ ਹੈ ਇੱਕ ਬੰਨੇ ਜ਼ਮੀਨ ਹੈ ਇੱਕ ਬੰਨੇ ਇੱਕ ਦੇ ਮੁਕੱਦਮ ਮਕਾਮਾਤ ਰਹਿ ਗਏ ਨੇ ਦੂਜੇ ਬੰਨੇ ਦੂਜਿਆਂ ਦੇ ਮੁਕੱਦਮ
इतनी जल्दी और बनाए तो ਇਹਦੇ ਤੇ ਵੀ ਕੋਈ ਕਿਸੇ ਦਾ ਤੁਸੀਂ ਇੰਟਰਵਿਊ ਕੀਤਾ ਕੋਈ ਅਥਾਰਟੀਜ਼ ਦਾ ਕਿ ਇਹ ਕਿਉਂ ਇੰਨੀ ਜਲਦੀ ਕਰ ਰਹੇ ਸਨ? Okay, no, actually, ਉਸ time ਦਾ political ਜਿਹੜੇ ਸਿਚੁਏਸ਼ਨ ਸੀਗੇ ਉਹ ਬਹੁਤ complicated ਸੀਗੀ and mainly because ਜਿਹੜੇ ਬ੍ਰਿਟਿਸ਼ ਸੀਗੇ ਉਹ World War II ਤੋਂ ਅਜੇ ਮਤਲਬ ਖਤਮ ਹੋਈ ਸੀਗੀ World War II ਤੇ ਉਹਨਾਂ ਦੇ ਜਿਹੜੇ ਫਾਈਨੈਂਸਿਸ ਸੀਗੇ ਉਹ ਬਹੁਤ ਮਤਲਬ ਖਰਾਬ ਹੋਏ ਹੋਏ ਸੀਗੇ ਉਸ ਟਾਈਮ ਤੇ ਉਹ ਬਿਲਕੁਲ ਬੈਂਕਰਪਸੀ 'ਚ ਸੀਗੇ ਤੇ ਇੰਡੀਆ ਉਹਨਾਂ ਲਈ ਬਹੁਤ ਐਕਸਪੈਂਸਿਵ ਹੋ ਗਿਆ ਸੀਗਾ ਐਂਡ ਉਹਨਾਂ ਨੂੰ ਸਡਨਲੀ ਐਂ ਲੱਗਿਆ ਵੀ ਸਾਨੂੰ ਇੱਥੋਂ ਬਹੁਤ ਜਲਦੀ ਨਿਕਲਣਾ ਚਾਹੀਦਾ ਐਂਡ ਲੇਕਿਨ ਉਹਨਾਂ ਦੇ ਜਿਹੜੀ ਪਾਰਲੀਮੈਂਟ ਵਗੈਰਾ ਸੀਗੇ ਉੱਥੇ ਵੀ ਬਹੁਤ ਜ਼ਿਆਦਾ ਇਨਫਾਈਟਿੰਗ ਡਿਸਐਗਰੀਮੈਂਟ ਆ ਗਈ ਸੀ ਵੀ ਇਹ ਕਿਵੇਂ ਕਰਨਾ ਹੈ ਕੰਮ ਜਿਹੜੇ ਮਤਲਬ ਅਜੇ ਤੁਸੀਂ ਜੇ ਕਈ ਬੁੱਕਸ ਪੜ੍ਹੋ ਤੇ ਉੱਥੇ ਅਜੇ ਵੀ ਐਡਮਿਨਿਸਟ੍ਰੇਟਰਸ ਹੈਗੇ ਆ ਮਤਲਬ ਜਿਨ੍ਹਾਂ ਨੇ ਲਿਖਿਆ ਹੋਇਆ ਵੀ ਅਸੀਂ ਨਹੀਂ ਚਾਹੁੰਦੇ ਸੀ ਸਾਨੂੰ ਪਤਾ ਸੀਗਾ ਵੀ ਕੀ ਹੋਊਗਾ ਜਦੋਂ ਜੇ ਅਸੀਂ ਆਏ ਕੀਤੀ ਸੋ ਇਟਸ ਨਾਟ ਫੁਲੀ ਕਲੀਅਰ ਵੀ ਉਹਨਾਂ ਨੇ ਮਤਲਬ ਐਕਚੁਅਲੀ ਆਈ ਵੁਡਨਟ ਸੇ ਇਟਸ ਨਾਟ ਫੁਲੀ ਕਲੀਅਰ ਇਟਸ ਕਲੀਅਰ ਕਿਉਂ ਹੋਈ ਉਹਨਾਂ ਦੇ ਆਪਸ ਵਿੱਚ ਹੀ ਥੋੜ੍ਹੀ ਜਿਹੀ ਕੇਆਸ ਆਈ ਹੋਈ ਸੀਗੀ ਉਸ ਟਾਈਮ ਵਰਲਡ ਵਾਰ 2 ਦੇ ਬਾਅਦ ਤਾਂ ਹੀ ਉਹਨਾਂ ਨੇ ਜਿਵੇਂ ਇਹ ਐਡਮਿਨਿਸਟ੍ਰੇਸ਼ਨ ਕੀਤੀ ਹੈ ਉਹਨਾਂ ਦੇ ਆਪ ਦੇ ਕੋਲ ਮਤਲਬ ਇੰਨਾ ਪਾਵਰ ਨਹੀਂ ਸੀਗਾ ਇਹਨੂੰ ਠੀਕ ਤਰ੍ਹਾਂ ਕਰਨ ਪਰ ਐਟ ਦ ਸੇਮ ਟਾਈਮ ਉਹਨਾਂ ਦੇ ਬਲੇਮ ਉਹਨਾਂ ਤੇ ਹੋਣੀ ਚਾਹੀਦੀ ਹੈ ਮੋਸਟਲੀ ਬਿਕੋਜ਼ ਜਿਹੜੀ ਆਪਣੀ ਅੱਜ ਕੱਲ੍ਹ ਦੀ ਮਾਡਰਨ ਇੰਡੀਆ ਤੇ ਪਾਕਿਸਤਾਨ ਹੈਗੇ ਆ ਸਾਨੂੰ ਕਿੰਨੇ ਸਾਰੇ ਲੋਕ ਕਹਿੰਦੇ ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਵੀ ਅਸੀਂ ਤਾਂ ਨਹੀਂ ਵੋਟ ਦਿੱਤੀ ਇਹ ਸਭ ਕਰਨ ਲਈ ਦਿਸ ਵਾਜ਼ ਨਾਟ ਡੈਮੋਕ੍ਰੈਟਿਕ ਇਹ ਡੈਮੋਕ੍ਰੈਟਿਕ ਨਹੀਂ ਸੀਗੀ ਵੀ ਜਿਹੜੇ ਕੰਟਰੀਜ਼ ਇਹਨਾਂ ਨੇ ਬਣਾਏ ਆ ਇਹ ਬਸ ਉਹਨਾਂ ਦੀ ਮਰਜ਼ੀ ਨਾਲ ਉਹਨਾਂ ਨੇ ਆਪ ਬਣਾਏ ਤੇ ਜੇ ਤੁਸੀਂ ਇਹਨਾਂ ਦੀਆਂ ਬੁੱਕਸ ਪੜ੍ਹਦੇ ਹੋ ਉਹਨਾਂ ਨੂੰ ਡਿਜ਼ਾਇਰ ਸੀਗਾ ਵੀ ਅਸੀਂ ਇੱਕ ਬਹੁਤ ਵੱਡੀ ਲੈਗੇਸੀ ਛੱਡ ਕੇ ਜਾਈਏ ਆਪਾਂ ਨੂੰ ਪਤਾ ਸੀਗਾ ਵੀ ਪਾਰਟੀਸ਼ਨ ਤੋਂ ਪਹਿਲਾਂ ਕਿੰਨੇ ਸਾਰੇ ਕਿੰਗਡਮਸ ਹੁੰਦੇ ਸੀਗੇ ਰਾਈਟ ਸਾਊਥ ਏਸ਼ੀਆ 'ਚ ਤੇ ਪਰ ਬ੍ਰਿਟਿਸ਼ ਚਾਹੁੰਦੇ ਸੀਗੇ ਵੀ ਅਸੀਂ ਟੇਕ ਓਵਰ ਕਰ ਲਈਏ ਤੇ ਲੈਗੇਸੀ ਐਸੀ ਛੱਡੀਏ ਵੀ ਅਸੀਂ ਇਹ ਪੂਰੇ ਜਿੰਨੀ ਵੀ ਧਰਤੀ ਸੀਗੀ ਅਸੀਂ ਉਹਦੇ ਮਾਲਕ ਸੀਗੇ ਤੇ ਅੱਜ ਕੱਲ੍ਹ ਦੀ ਲੈਗੇਸੀ ਉਹੀ ਹੈ ਨਾ ਆਪਾਂ ਨੂੰ ਐਂ ਲੱਗਦਾ ਵੀ ਉਹੀ ਸੀਗੇ ਮਾਲਕ ਇੰਨੀ ਵੱਡੀ ਧਰਤੀ ਦੇ ਪਰ ਐਕਚੁਅਲੀ ਇਟਸ ਨਾਟ ਟਰੂ ਐਂਡ ਮਾਡਰਨ ਇੰਡੀਆ ਇਜ਼ ਇੰਡੀਆ ਆਫਟਰ 47 ਤੋਂ ਲੱਗ ਕੇ ਮਾਡਰਨ ਇੰਡੀਆ ਬਣਿਆ ਤੇ ਮਾਡਰਨ ਪਾਕਿਸਤਾਨ ਵੀ 47 ਤੋਂ ਲੱਗ ਕੇ ਹੀ ਬਣਿਆ ਤੇ ਉਸ ਤੋਂ ਪਹਿਲਾਂ ਬਹੁਤ ਮਤਲਬ ਡਿਫਰੈਂਟ ਐਂਟੀਟੀਜ਼ ਹੁੰਦੀਆਂ ਸੀਗੀਆਂ ਇਸੀ ਧਰਤੀ ਤੇ ਉਹ ਸਭ ਆਪਾਂ ਨੂੰ ਯਾਦ ਕਰਨਾ ਚਾਹੀਦਾ ਹੈ ਪਰ ਐਸ ਫਾਰ ਐਜ਼ ਦ ਬ੍ਰਿਟਿਸ਼ ਗੋਜ਼ ਇਟ ਵਾਜ਼ ਬੇਸਿਕਲੀ ਉਹਨਾਂ ਦੇ ਆਪਸ ਵਿੱਚ ਹੀ ਇਹੀ ਕੇਆਸ ਆਈ ਹੋਈ ਸੀਗੀ ਤੇ ਉਹਦੇ ਕਰਕੇ ਇਹ ਕੰਮ ਖਰਾਬ ਹੋਇਆ ਐਂਡ ਆਈ ਥਿੰਕ ਜਿਹੜੇ ਆਪਣੇ ਨਵੇਂ ਲੀਡਰ ਸੀਗੇ ਉਸ ਟਾਈਮ ਇੰਡੀਆ ਤੇ ਪਾਕਿਸਤਾਨ ਦੇ ਦੇ ਦੈਮਸੈਲਵਸ ਡਿਡ ਨਾਟ ਨੋ ਉਹਨਾਂ ਦੇ ਕੋਲ ਸਕਿੱਲਸ ਨਹੀਂ ਸੀਗੀਆਂ ਉਹਨਾਂ ਨੇ ਇਹ ਫਰਸਟ ਟਾਈਮ ਲੱਗੇ ਹੋਏ ਸੀ ਲੀਡਰਸ਼ਿਪ ਤੇ ਐਂਡ ਇਹ ਕੋਈ ਡੈਮੋਕ੍ਰੈਟਿਕਲੀ ਇਲੈਕਟਡ ਲੀਡਰਸ ਤਾਂ ਨਹੀਂ ਸੀਗੇ ਇਹ ਮਤਲਬ ਅਪੁਆਇੰਟਡ ਲੀਡਰਸ ਸੀਗੇ ਪ੍ਰੀਟੀ ਮੱਚ ਉਹਨਾਂ ਦੀ ਪਾਰਟੀਜ਼ ਨੂੰ ਇਹ ਬ੍ਰਿਟਿਸ਼ ਨੇ ਮਤਲਬ ਇਨ ਅ ਵੇ ਤੋਹਫਾ ਦਿੱਤਾ ਸੀਗਾ ਵੀ ਓਕੇ ਦਿਸ ਇਜ਼ ਯੋਰ ਲੈਂਡ ਤੇ ਆਪਣੀ ਪਾਰਟੀਜ਼ ਵਿੱਚ ਇਲੈਕਟਡ ਸੀਗੇ ਬਟ ਨੈਸ਼ਨਲੀ ਇਲੈਕਟਡ ਲੀਡਰਸ ਨਹੀਂ ਸੀਗੇ ਤੇ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਕਿਵੇਂ ਹੈਂਡਲ ਕਰਨੀ ਹੈ ਤਾਂ ਜੇ ਤੁਸੀਂ ਪਾਰਟੀਸ਼ਨ ਵਾਇਲੈਂਸ ਜਿਹੜੀ 47 ਚ ਹੋਈ ਮਤਲਬ 46 ਸ਼ੁਰੂ ਹੋ ਗਈ ਸੀ ਜੇ ਤੁਸੀਂ ਪੰਜਾਬ ਦੀ ਵਾਇਲੈਂਸ ਨੇ ਦੇਖਦੇ ਹੋ 47 ਦੇ ਸੈਪਟੈਂਬਰ ਅਗਸਤ ਸੈਪਟੈਂਬਰ 'ਚ ਤੇ ਉਹ ਜਦੋਂ ਤੁਸੀਂ ਦੇਖਦੇ ਹੋ ਜਦੋਂ ਬ੍ਰਿਟਿਸ਼ ਨੇ ਟਰੂਪਸ ਭੇਜਦੇ ਸੀਗੇ ਆਪਣੇ ਜਿਹੜੇ ਗੋਰਖਾ ਟਰੂਪ ਸੀਗੇ ਜਾਂ ਮਦਰਾਸ ਟਰੂਪ ਸੀਗੇ ਇੱਕਦਮ ਖਤਮ ਹੋ ਗਏ ਸੀ ਵਾਇਲੈਂਸ ਜੀ ਹਾਂਜੀ ਅਸੀਂ ਪਾਰਟੀਸ਼ਨ ਦੀ ਜਦੋਂ ਸਟੋਰੀਜ਼ ਇਕੱਠੀਆਂ ਕਰਨੇ ਇੱਥੇ ਵੀ ਸਵਾਲ ਸਾਹਿਬਾ ਹੋਰਾਂ ਨੇ ਵੀ ਕੀਤਾ ਔਰ ਹੋਰ ਵੀ ਦੋਸਤਾਂ ਨੇ ਕੀਤਾ ਮੈਂ ਉਹਨਾਂ ਦੀ ਇੱਕ ਤਰ੍ਹਾਂ ਦਾ ਕੁਐਸਚਨ ਬਣਾ ਲਾਂਗਾ ਤਾਂ ਕਿ ਉਹ ਪੂਰਾ ਹੀ ਉਹਦੇ 'ਚ ਕਵਰ ਹੋ ਜਾਏ ਕਿ ਜਿਸ ਤਰ੍ਹਾਂ ਅਸੀਂ ਸਟੋਰੀਜ਼ ਇਕੱਠੀਆਂ ਕਰਨੇ ਤੇ ਸਾਨੂੰ ਬਹੁਤ ਸਾਰੀਆਂ ਸਟੋਰੀਜ਼ ਇਸ ਤਰ੍ਹਾਂ ਮਿਲਦੀਆਂ ਨੇ ਕਿ ਜਿਹੜੀਆਂ ਸਾਡੇ ਸਾਹਮਣੇ ਹੀ ਉਹ ਕ੍ਰੀਏਟ ਕਰ ਰਹੇ ਹੁੰਦੇ ਨੇ ਔਰ ਉਹਦੇ 'ਚ ਕੁਝ ਪੋਲੀਟੀਕਲ ਐਸਪੈਕਟ ਵੀ ਪਾ ਦਿੰਦੇ ਨੇ ਜਾਂ ਕੁਝ ਸਟੋਰੀਜ਼ ਬਿਲਕੁਲ ਉਹਨਾਂ ਦਾ ਉਹ ਆਪਣੇ ਐਕਸਪੀਰੀਅੰਸ ਦੱਸਦੇ ਨੇ ਜਾਂ ਉਹਨਾਂ ਦੇ ਨਾਲ ਜੁੜਿਆ ਹੋਇਆ ਐਕਸਪੀਰੀਅੰਸ ਇੱਕ ਕੁਐਸਚਨ ਦੂਸਰਾ ਕੁਐਸਚਨ ਜਿਹੜਾ ਹੈ ਉਹ ਇਹ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਓਰੀਜਨਲ ਸਟੋਰੀਜ਼ ਨੂੰ ਔਰ ਇਹਨਾਂ ਨੂੰ ਮਿਕਸ ਕਿਸ ਤਰ੍ਹਾਂ ਅਲੱਗ ਤੁਹਾਡੀ ਕੀ ਟੈਕਨੀਕ ਨੇ ਕਿ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਵੇਖਦੇ ਹੋ ਇਹ ਸਟੋਰੀ ਕਿਸ ਤਰ੍ਹਾਂ ਕਰਕੇ ਠੀਕ ਹੈ ਜਾਂ ਨਹੀਂ ਠੀਕ ਹੈ ਇਹਦੇ ਵਿੱਚ ਕੀ ਮਿਕਸ ਹੈ ਇੱਕ ਕੁਐਸਚਨ ਦੂਸਰਾ ਕੁਐਸਚਨ ਜਿਹੜਾ ਹੈ ਉਹ ਸਾਡੇ ਵਾਸਤੇ ਬੀਇੰਗ ਹਿਸਟਰੀ ਸਟੂਡੈਂਟ ਸਾਡੇ ਵਾਸਤੇ ਬੜਾ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਇਹ ਸਟੋਰੀਜ਼ ਇਕੱਠੀਆਂ ਕਰਨ ਜਾਂਦੇ ਇਕੱਠੀਆਂ ਜਿਨ੍ਹਾਂ ਨੇ ਕੀਤੀਆਂ ਉਹਨਾਂ ਦੀਆਂ ਵੇਖਣੇ ਸਟੋਰੀਜ਼ ਤੇ ਮੋਸਟਲੀ ਉਹ ਮੈਨੂੰ ਲੱਗਦਾ ਕਿ ਜਿੱਦਾਂ ਬਾਲਾਂ ਦੀ ਤਾਰੀਖ ਹੁੰਦੀ ਹੈ ਕਿ ਕੋਈ ਬੱਚੇ ਨੇ ਉਹ 10 ਸਾਲ ਦੇ ਸੀ 8 ਸਾਲ ਦੇ ਸੀ ਉਸ ਵੇਲੇ 12 ਸਾਲ ਦੇ ਸੀ ਤੇ ਉਹ ਉੱਥੋਂ ਇੱਧਰ ਆ ਗਏ ਉਹਨਾਂ ਨੂੰ ਉਹਨਾਂ ਪੋਲੀਟੀਕਲੀ ਉਹ ਉਸ ਚੀਜ਼ ਨਾਲ ਇੰਨਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਉੱਤੇ ਕੀ ਚੱਲ ਰਿਹਾ
ਲਾਈਕ ਅਸੀਂ ਅਗਰ ਸ਼ਹਿਰਾਂ ਦੀ ਜਾਂ ਪਿੰਡਾਂ ਦੀ ਜਾਂ ਉਸ ਵੇਲੇ ਪੰਜਾਬ ਦੀ ਗੱਲ ਕਰੀਏ ਤੇ ਬਾਲ ਤੇ ਸਾਰੇ ਇਕੱਠੇ ਹੀ ਖੇਡਦੇ ਸਨ। ਉਹਨਾਂ ਦੀਆਂ ਉਹ ਕਿਸ ਤਰ੍ਹਾਂ ਸੋਚਦੇ ਸਨ ਸੋਸਾਇਟੀ ਨੂੰ, ਇੱਕ ਤੇ ਬਿਲਕੁਲ ਫਰਕ ਹੈ। ਤੇ ਔਰ ਉਹ ਪੋਲੀਟੀਕਲੀ ਕਿਸ ਤਰ੍ਹਾਂ ਉਸ ਵਕਤ ਉੱਪਰ ਸੀ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਇਹ ਜਿਹੜੀ ਪਾਰਟੀਸ਼ਨ ਸਟੋਰੀਜ਼ ਨੇ ਇਹਨਾਂ ਦੇ ਵਿੱਚ ਜਿਹੜਾ ਏਜ ਫੈਕਟਰ ਹੈ ਉਹਨੂੰ ਅਗਰ ਵੇਖੀਏ ਤੇ ਲੱਗਦਾ ਨਹੀਂ ਕਿ ਜ਼ਿਆਦਾ ਅਸੀਂ ਬਾਲਾਂ ਦੀ ਤਾਰੀਖ ਇਕੱਠੀ ਕਰਨੀ ਹੈ ਕਿ ਬੱਚੇ ਕੀ ਦੱਸਦੇ ਸਨ? ਹਾਂਜੀ, ਤਾਂ ਫਰਸਟ ਕੁਐਸਚਨ ਤੁਹਾਡਾ ਸਾਡੀ ਸਟੋਰੀਜ਼ ਦੇ ਬਾਰੇ ਸੀਗਾ। ਅਸੀਂ ਬੇਸਿਕਲੀ ਅਸੀਂ ਜਜਮੈਂਟ ਨਹੀਂ ਲੈਂਦੇ। ਜਿਹੜੀ ਵੀ ਸਟੋਰੀ ਆਰਕਾਈਵ 'ਚ ਆਉਂਦੀ ਹੈ ਅਸੀਂ ਉਸ 'ਤੇ ਕੋਈ ਜਜਮੈਂਟ ਨਹੀਂ ਪਾਉਂਦੇ ਆਪਦੀ। ਉਹ ਜਿਵੇਂ ਵੀ ਹੁੰਦੀ ਹੈ ਉਵੇਂ ਹੀ ਪ੍ਰੀਜ਼ਰਵ ਹੋ ਜਾਂਦੀ ਹੈ। ਅਸੀਂ ਆਏ ਨਹੀਂ ਕਹਿੰਦੇ ਵੀ ਇਹ ਵਾਲੀ ਸਟੋਰੀ ਠੀਕ ਹੈ, ਇਹ ਨਹੀਂ ਠੀਕ ਹੈਗੀ ਹੈ। ਅਤੇ ਇਹਨਾਂ ਦੇ ਬਸ ਜਿਹੜੇ ਆਪਦੇ ਐਕਸਪੀਰੀਅੰਸ ਹੁੰਦੇ ਆ, ਲਿਵਡ ਐਕਸਪੀਰੀਅੰਸ, ਅਸੀਂ ਉਹਨੂੰ ਹੀ ਇਕੱਠੀ ਕਰਦੇ ਹਾਂ। ਅਤੇ ਸਾਡੀ ਓਰਲ ਹਿਸਟਰੀ ਜਿਹੜਾ ਪ੍ਰੋਸੈਸ ਹੈਗਾ ਉਹਦੇ 'ਚ ਇਕੱਠੀ ਕਰਦੇ। ਅਤੇ ਉਹਨਾਂ ਦੀਆਂ ਜਿਹੜੀਆਂ ਆਪਦੀਆਂ ਸੋਚਾਂ ਸੀਗੀਆਂ ਅਤੇ ਜਿਹੜੀਆਂ ਉਹਨਾਂ ਦੇ ਆਪਦੀਆਂ ਮਤਲਬ ਜੋ ਉਹਨਾਂ ਨੇ ਅੱਖੀਂ ਦੇਖਿਆ ਅਤੇ ਜੋ ਉਹਨਾਂ ਨੇ ਮਤਲਬ ਆਪੇ ਸੁਣਿਆ ਵੀ ਉਸ ਟਾਈਮ ਦਾ ਕੀ ਹੋ ਰਿਹਾ ਸੀਗਾ, ਅਤੇ ਅਸੀਂ ਉਹਨਾਂ ਦੀਆਂ ਪਰਸਨਲ ਹਿਸਟਰੀਜ਼ ਕਲੈਕਟ ਕਰਦੇ ਹਾਂ। ਅਤੇ ਅਸੀਂ ਉਸ 'ਤੇ ਆਪਦੀ ਜਜਮੈਂਟ ਨਹੀਂ ਪਾਉਂਦੇ। ਜੋ ਵੀ ਉਹ ਕਹਿੰਦੇ ਦੈਟ ਇਜ਼ ਓਕੇ। ਐਂਡ ਇਨ ਟਰਮਸ ਆਫ ਯੋਰ ਸੈਕਿੰਡ ਕੁਐਸਚਨ, ਐਕਚੁਅਲੀ ਸਾਡੀ ਆਰਕਾਈਵ ਵਿੱਚ ਬਹੁਤ ਸਾਰੇ ਲੋਕ ਹੈਗੇ ਜਿਹੜੇ 100 ਸਾਲ ਤੋਂ ਵੀ ਉੱਪਰ ਹੈਗੀ ਉਹਨਾਂ ਦੀ ਉਮਰ, ਅਤੇ ਬਹੁਤ ਅਡਲਟਸ ਹੈਗੇ ਮਤਲਬ ਜਿਹੜੇ 30 ਸਾਲਾਂ ਦੇ ਹੁੰਦੇ ਸੀ, 40 ਸਾਲਾਂ ਦੇ ਹੁੰਦੇ ਸੀਗੇ ਉਸ ਟਾਈਮ 'ਤੇ। ਤਾਂ ਆਏ ਨਹੀਂ ਵੀ ਅਸੀਂ ਬਸ ਇਕੱਲੇ ਬੱਚਿਆਂ ਦੀਆਂ ਸਟੋਰੀਜ਼ ਇਕੱਠੀਆਂ ਕਰ ਰਹੇ। ਹਾਂਜੀ, ਇਹ ਗੱਲ ਹੈਗੀ ਹੈ ਵੀ ਜਿਵੇਂ ਤੁਸੀਂ ਹੁਣ ਆਪਣਾ ਟਾਈਮ ਅੱਗੇ ਲੰਘੀ ਜਾ ਰਿਹਾ ਹੈਗਾ ਅਤੇ ਹੁਣ ਆਪਾਂ 73 ਈਅਰਸ ਹੋ ਗਏ ਪਾਰਟੀਸ਼ਨ ਨੂੰ ਹੋਣ ਲਈ, ਪਾਰਟੀਸ਼ਨ ਤੋਂ ਸਿੰਸ ਪਾਰਟੀਸ਼ਨ। ਐਂਡ ਸੋ ਅੱਜ ਕੱਲ੍ਹ ਜਿਹੜੀਆਂ ਸਟੋਰੀਜ਼ ਹੈਗੀਆਂ, ਹਾਂਜੀ, ਉਹ ਜ਼ਿਆਦਾ ਮਤਲਬ ਟੀਨੇਜਰਸ ਹੁੰਦੇ ਸੀਗੇ ਜਾਂ ਬੱਚੇ ਹੁੰਦੇ ਸੀਗੇ। ਪਰ ਇੰਟਰਸਟਿੰਗਲੀ ਜਿਹੜੀਆਂ ਸਾਡੀ ਅਡਲਟਸ ਦੀਆਂ ਸਟੋਰੀਜ਼ ਹੈਗੀਆਂ ਉਹ ਵੀ ਜ਼ਿਆਦਾ ਡਿਫਰੈਂਟ ਨਹੀਂ ਹੈਗੀਆਂ ਬੱਚਿਆਂ ਤੋਂ, ਐਕਸੈਪਟ ਇੱਕ ਡਿਫਰੈਂਸ ਆ ਜਾਂਦਾ। ਜਿਹੜੇ ਬੱਚੇ ਹੈਗੇ ਆ ਸਪੈਸ਼ਲੀ ਜੇ ਉਹ 5 ਸਾਲਾਂ ਦੇ ਹੁੰਦੇ ਸੀ ਜਾਂ ਬਹੁਤ ਛੋਟੇ ਹੁੰਦੇ ਸੀਗੇ, ਉਹ ਮਤਲਬ ਜਿਹੜੀ ਉਹਨਾਂ ਦੀ ਨੈਕਸਟ ਜਨਰੇਸ਼ਨ ਹੁੰਦੀ ਹੈ ਨਾ ਪਾਰਟੀਸ਼ਨ ਤੋਂ ਬਾਅਦ, ਉਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਬਿਲੀਫਸ ਹੋ ਜਾਂਦੀਆਂ ਇੰਡੀਆ ਅਤੇ ਪਾਕਿਸਤਾਨ ਦੇ ਬਾਰੇ, ਉਹਨਾਂ ਦੇ ਕੋਲ ਉਹ ਬਿਲੀਫਸ ਜ਼ਿਆਦਾ ਹੈਗੀਆਂ। ਅਤੇ ਜਿਹੜੇ ਆਪਣੇ ਓਰੀਜਨਲ ਮਤਲਬ ਅਡਲਟ ਸੀਗੇ ਉਸ ਟਾਈਮ 'ਤੇ ਪਾਰਟੀਸ਼ਨ ਦੇ, ਉਹ ਸਾਨੂੰ ਮਤਲਬ ਬਹੁਤ ਕਲੀਅਰਲੀ ਦੱਸਦੇ ਆ ਵੀ ਜਿਹੜੇ ਮਤਲਬ ਇਹ ਸਾਰੇ ਪੋਲੀਟਿਕਸ ਵਗੈਰਾ ਆ ਗਏ ਸੀਗੇ ਇਹ 46 ਤੋਂ ਪਹਿਲਾਂ ਤਾਂ ਹੁੰਦੇ ਨਹੀਂ ਸੀਗੇ। ਅਤੇ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਇੰਡੀਆ ਅਤੇ ਪਾਕਿਸਤਾਨ ਹੈ ਕੀ ਹੈ। ਮੋਸਟ ਪੀਪਲ ਬਸ ਪੰਜਾਬ 'ਚ ਰਹਿੰਦੇ ਸੀ ਅਤੇ ਆਪਦੇ ਆਪ ਨੂੰ ਪੰਜਾਬੀ ਸਮਝਦੇ ਸੀਗੇ, ਕਿਤੇ ਹੋਰ ਰਹਿੰਦੇ ਸੀ ਅਤੇ ਉਹਨਾਂ ਦੀ ਲੋਕਲ ਉਹ ਆਈਡੈਂਟਿਟੀ ਹੁੰਦੀ ਸੀਗੀ। ਐਂਡ ਸੋ ਉਹਨਾਂ ਤੋਂ ਪਤਾ ਲੱਗਦਾ ਵੀ ਉਹਨਾਂ ਦਿਨਾਂ 'ਚ ਇਹ ਮਤਲਬ ਜ਼ਿਆਦਾ ਪ੍ਰੋਫੈਸ਼ਨ ਜ਼ਿਆਦਾ ਇੰਪੋਰਟੈਂਟ ਹੁੰਦਾ ਸੀਗਾ ਲੋਕਾਂ ਦਾ ਦੈਨ ਰਿਲੀਜਨ ਨੂੰ ਇੰਨਾ ਜ਼ਿਆਦਾ ਨਹੀਂ ਦੇਖਦੇ ਸੀ। ਕਈ ਕਮਿਊਨਿਟੀਜ਼ ਵਿੱਚ ਹੁੰਦਾ ਸੀਗਾ, ਯੈਸ, ਉੱਥੇ ਰਿਲੀਜੀਅਸ ਸੈਗਰੀਗੇਸ਼ਨ ਹੁੰਦੀ ਸੀਗੀ, ਪਰ ਮੋਸਟ ਕਮਿਊਨਿਟੀਜ਼ ਵਿੱਚ ਇੰਨਾ ਜ਼ਿਆਦਾ ਇੰਪੋਰਟੈਂਸ ਨਹੀਂ ਸੀ ਦਿੰਦੇ ਰਿਲੀਜੀਅਸ ਡਿਫਰੈਂਸ ਨੂੰ। ਜੀ, ਸਾਡੇ ਨਾਲ ਪ੍ਰੋਫੈਸਰ ਅਮਨਦੀਪ ਬਾਲ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ। ਉਹਨਾਂ ਦਾ ਵੀ ਇੱਕ ਕੁਐਸਚਨ ਹੈ ਔਰ ਅਸੀਂ ਵੀ ਇਸ ਕੁਐਸਚਨ 'ਚ ਥੋੜ੍ਹੀ ਜਿਹੀ ਅਮੈਂਡਮੈਂਟ ਕਰਾਂਗੇ ਕਿ ਜਿਸ ਤਰ੍ਹਾਂ ਬਹੁਤ ਸਾਰੇ ਆਰਗੇਨਾਈਜੇਸ਼ਨ ਜਾਂ ਇੰਡੀਵਿਜੂਅਲ ਆਪਣੇ ਤੌਰ 'ਤੇ ਸਟੋਰੀਜ਼ ਇਕੱਠੀਆਂ ਕਰ ਰਹੇ ਨੇ, ਕਿਆ ਉਹ ਤੁਹਾਡੇ ਆਰਕਾਈਵ ਦਾ ਹਿੱਸਾ ਬਣ ਸਕਦੇ ਨੇ ਜਾਂ ਉਹਨਾਂ ਦੀ ਕੋਈ ਤੁਸੀਂ ਤਰੀਕਾਕਾਰ ਹੈ ਵੀ ਕਿ ਕੋਈ ਇੰਡੀਵਿਜੂਅਲ ਵੀ ਤੁਹਾਡੇ ਨਾਲ ਮਿਲਣਾ ਚਾਹਵੇ? ਹਾਂਜੀ, ਐਗਜ਼ੈਕਟਲੀ। ਤਾਂ ਸਾਡੇ ਆਰਕਾਈਵ ਦੇ ਨਾਲ ਐਕਚੁਅਲੀ ਓਵਰ 600 ਪੀਪਲ ਨੇ ਐਜ਼ ਯੂ ਨੋ ਸਬਮਿਸ਼ਨਸ ਕੀਤੀਆਂ, ਅਤੇ ਉਹਦੇ 'ਚੋਂ ਕਈ ਲੋਕਾਂ ਨੇ ਮਤਲਬ ਸਾਡੇ ਬਿਫੋਰ ਦੇ ਨਿਊ ਅਬਾਊਟ ਅਸ, ਸਾਡੇ ਤੋਂ ਮਤਲਬ ਜੇ ਉਹਨਾਂ ਨੇ 10 ਸਾਲ ਪਹਿਲਾਂ ਰਿਕਾਰਡ ਕੀਤੀਆਂ ਹੋਣ ਸਟੋਰੀਜ਼, ਉਹ ਵੀ ਅੱਜ ਕੱਲ੍ਹ ਡੋਨੇਸ਼ਨਸ ਕਰ ਰਹੇ, ਡੋਨੇਟ ਕਰ ਸਕਦੇ ਹੈ ਬਹੁਤ ਆਸਾਨੀ ਨਾਲ। ਐਂਡ ਦੈਨ ਵੀ ਕੈਨ ਪੁੱਟ ਇਟ, ਜਿਹੜੇ ਵੀ ਪਲੈਟਫਾਰਮਸ ਅਸੀਂ ਪ੍ਰੈਜ਼ਰਵੇਸ਼ਨ ਕਰ ਰਹੇ ਹਾਂ ਉਹਨਾਂ ਦੀ ਸਟੋਰੀਜ਼ ਨੂੰ ਵੀ ਪ੍ਰੈਜ਼ਰਵ ਕਰਾਂਗੇ ਐਂਡ ਨਾਮ ਹਮੇਸ਼ਾ ਉਹਨਾਂ ਦਾ ਹੀ ਹੋਊਗਾ ਉਸ ਸਟੋਰੀਜ਼ 'ਤੇ। ਸੋ ਦੈਟ ਸੋਰਟ ਆਫ ਥਿੰਗ। ਅਤੇ ਜਿਹੜੇ ਵੀ ਆਥਰ ਹੁੰਦੇ ਆ ਜਿਨ੍ਹਾਂ ਨੇ ਸਟੋਰੀ ਕੀਤੀਆਂ ਉਹਨਾਂ ਦਾ ਨਾਮ ਹਮੇਸ਼ਾ ਉਹਨਾਂ ਦੀ ਸਟੋਰੀਜ਼ ਨਾਲ ਹੀ ਅਟੈਚ ਰਹਿੰਦਾ ਹੈ। ਜੀ, ਤੇ ਹੁਣ ਇੱਕ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਕਿ ਤੁਸੀਂ ਫਿਜ਼ਿਕਸ ਦੇ ਵਿੱਚ PhD ਕਰਕੇ ਤੇ ਤੁਸੀਂ ਹਿਸਟਰੀ 'ਚ ਆਏ, ਤੇ ਹੁਣ ਤੁਸੀਂ ਵਾਪਸ ਫਿਜ਼ਿਕਸ ਵੱਲ ਜਾਓਗੇ ਜਾਂ ਹਜੇ ਹਿਸਟਰੀ 'ਚ ਹੀ ਰਹੋਗੇ? ਹਿਸਟਰੀ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਤੁਹਾਡਾ ਇੰਟਰੈਕਸ਼ਨ ਰਿਹਾ? ਕਿਉਂਕਿ ਬਹੁਤ ਸਾਰੇ ਸਾਇੰਸ ਦੇ ਲੋਕਾਂ ਦਾ ਹਿਸਟਰੀ 'ਚ ਆਉਣ ਦੇ ਬੜੇ ਡਿਫਰੈਂਟ ਐਕਸਪੀਰੀਅੰਸ ਨੇ। ਲਾਈਕ ਮੈਂ ਇੱਥੇ ਡਾਕਟਰ ਦਲਵੀਰ ਪੰਨੂ ਹੋਰਾਂ ਦੀ ਗੱਲ ਕਰਾਂਗਾ, ਉਹ ਇੱਕ ਡੈਂਟਿਸਟ ਤੋਂ ਇੱਕ ਵਾਰੀ ਇੱਧਰ ਆਏ ਤੇ ਫਿਰ ਉਹ ਅਜੇ ਤੱਕ ਇੱਧਰ ਹੀ ਨੇ। ਸੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ? ਐਕਚੁਅਲੀ ਇੰਟਰਸਟਿੰਗ ਤੁਸੀਂ ਦਲਵੀਰ ਪੰਨੂ ਜੀ ਦੀ ਗੱਲ ਕੀਤੀ ਹੈ। ਉਹਨਾਂ ਦੇ ਅਸੀਂ ਗ੍ਰੈਂਡਮਦਰ ਦੀ ਸਟੋਰੀ ਰਿਕਾਰਡ ਕੀਤੀ ਸੀ 2010 'ਚ, ਉੱਥੋਂ ਉਹਨਾਂ ਦੀ ਇੰਸਪੀਰੇਸ਼ਨ ਆਈ ਸੀ, ਮੈਨੂੰ ਦੱਸਦੇ ਹੁੰਦੇ ਆ ਜਿਹੜਾ ਕੰਮ ਅੱਜ ਕੱਲ੍ਹ ਕਰ ਰਹੇ। ਐਕਚੁਅਲੀ ਆਈ ਥਿੰਕ ਉਹ ਹੀ ਇਜ਼ ਸਟਿਲ ਅ ਡਾਕਟਰ, ਆਈ ਡੋਂਟ ਥਿੰਕ ਹੀ ਇਜ਼ ਲੈਫਟ ਹਿਜ਼ ਡਾਕਟਰ ਨਹੀਂ, ਪ੍ਰੋਫੈਸ਼ਨ। ਬਿਲਕੁਲ ਉਹ ਡਾਕਟਰ ਹੀ ਨੇ, ਲੇਕਿਨ ਉਹ ਹੁਣ ਤਾਰੀਖ ਦੀ ਇੱਕ
उन्होंने अपने हैरीटेज से बियॉन्ड बार्डर उन्होंने एक बड़ी अच्छी किताब उन्होंने छापी है। हाँ जी हाँ जी, वो हैरीटेज तो फिर वो अजकल उन्होंने मजीद रेफरेंस करन दे विच ने और अगला पार्ट भी शायद उन्होंने जल्दी आ जाएगा और वो तारीख दी बहुत सारिया किताबां हुण पढ़ते रहंदे ने और मुख्तलिफ ते वो गलबात भी करते रहंदे ने। सो उन्हों का एकदम इंटरस्ट जिहड़ा ना वो हिस्टरी वाल मूव होया और मैं उस तरह तुहाडा पुछ रहा कि तुसी किस तरह इस एक्सपीरियंस होंदे। एक्चुअली आई थिंक ये जो आप समझते हैं भी जे तुसी फिजिक्स करते हो थोड़ा हिस्टरी नहीं होना चाहिए। आई डोंट बिलीव दैट। आई थिंक दैट जे तुसी वैल राउंडेड हैगे हो थोड़ा सारिया चीज़ां इंटरस्ट होना चाहिए। एटलीस्ट मेरी फंक्शनिंग तो आई हैगी है। नाउ मैं कदे किसी काम नू विच विचाले नहीं छड्डदी। जे मैं उस तो थक भी जावां मैं कदे विच विचाले नहीं छड्डदी। तो ईवन इफ मेरा हुण जे फिजिक्स विच इंटरस्ट आ गया तो मैं कदे इस काम नू विच विचाले छड्ड के फिजिक्स तक जाना नहीं। ये काम तो अजे भी असी विच विचाले हैगे हैं तो असी इहनू पूरी तरीके नाल अच्छी तरह मतलब करांगे फाइनलाइज इस प्रोजेक्ट नू ओरल हिस्टरी प्रोजेक्ट नू। पर आर्काइव तो हमेशा ਲਈ ਰਹੂਗੀ। एंड सो आई थिंक मैं मतलब इन्नी फ्यूचर च दूर नहीं सोचती भी मैं अच्छा एक दिन फिजिक्स चली जाऊँगी। नो एक्चुअली आई एम मोर फोकस्ड ऑन द वर्क जो मैं प्रोजेक्ट खत्म करना है जो मैं प्रोजेक्ट प्रॉपरली करना है मेरा फोकस उस चीज़ पे हैगा। जी जी ਤੁਹਾਡਾ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਸਾਡੇ ਨਾਲ ਆਏ ਤੁਹਾਡੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ। ਮੈਂ ਆਖਰ ਤੇ ਇੱਕ ਗੱਲ ਕਰਾਂਗਾ ਕਿਉਂਕਿ ਅਸੀਂ ਜਿੰਨੇ ਵੀ ਸਾਡੇ ਨਾਲ ਸੀਨੀਅਰ ਹਿਸਟੋਰੀਅਨਸ ਆਉਂਦੇ ਨੇ ਉਹਨਾਂ ਕੋਲੋਂ ਅਸੀਂ ਇਹ ਲਾਜ਼ਮੀ ਗੱਲ ਕਰਨੇ ਆ ਔਰ ਅੱਜ ਅਸੀਂ ਇੱਕ ਇੰਡੀਪੈਂਡੈਂਟ ਰਿਸਰਚਰ ਔਰ ਇੱਕ ਬਿਲਕੁਲ ਡਿਫਰੈਂਟ ਸਾਈਡ ਤੋਂ ਆ ਕੇ ਉਹਨਾਂ ਨੇ ਹਿਸਟਰੀ ਦਾ ਕੰਮ ਕੀਤਾ ਔਰ ਉਹਦੀ ਟੈਕਨੀਕਸ ਦੇ ਉੱਪਰ ਵਰਕਸ਼ਾਪ ਤੁਸੀਂ ਕਰਵਾ ਰਹੇ ਹੋ ਔਰ ਇੰਨਾ ਵੱਡਾ ਕੰਮ ਕੀਤਾ। की तारीख पढ़ते हैं ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੀ ਤਾਰੀਖ ਇੱਥੇ ਲਿਖੀ ਗਈ ਹੈ ਉਹਦੇ ਵਿੱਚ ਜਿਹੜੀਆਂ ਟਰਮਸ ਅਸੀਂ ਯੂਜ਼ ਕੀਤੀਆਂ ਇਰਾ ਵਾਈਜ਼ ਜਿਹੜਾ ਇਹਨੂੰ ਡਿਵਾਈਡ ਕੀਤਾ ਕਿ ਇਹ ਸਿੱਖ ਪੀਰੀਅਡ ਹੈ ਇਹ ਮੁਸਲਿਮ ਪੀਰੀਅਡ ਹੈ ਇਹ ਹਿੰਦੂ ਪੀਰੀਅਡ ਹੈ ਪਰ ਇੱਕਦਮ ਅੱਗੇ ਬ੍ਰਿਟਿਸ਼ ਪੀਰੀਅਡ ਆ ਜਾਂਦਾ ਹੈ ਉਹ ਕ੍ਰਿਸਚੀਅਨ ਪੀਰੀਅਡ ਨਹੀਂ ਬਣਦਾ। ਸੋ ਇਸ ਨੂੰ ਕਦੀ ਤੁਸੀਂ ਫੀਲ ਕਰੋ ਜਾਂ ਇਹ ਟਰਮਸ ਜਿਹੜੀਆਂ ਨੇ ਜਾਂ ਤੇ ਜਿਓਗ੍ਰਾਫੀਕਲ ਹੋਣ ਤੇ ਜਾਂ ਫਿਰ ਇੱਕੋ ਤਰ੍ਹਾਂ ਦੀ ਸਾਰਿਆਂ ਤੇ ਇਹ ਮੈਥੋਡੋਲੋਜੀ ਲੱਗਣੀ ਚਾਹੀਦੀ ਹੈ ਕਿ ਅਸੀਂ ਹੀ ਮਤਲਬ ਇਸ ਦੇ ਨਾਲ ਡਿਵਾਈਡ ਹੁੰਦੇ ਰਵਾਂਗੇ ਜਾਂ ਉਹ ਆਪਣੇ ਤੇ ਵੀ ਲਾਣ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਅਸੀਂ ਤੁਹਾਡੇ ਕੋਲ ਵੀ ਤੁਹਾਡਾ ਓਪੀਨੀਅਨ ਲਵਾਂਗੇ। ਬਹੁਤ ਤੁਸੀਂ ਇੰਟਰਸਟਿੰਗ ਗੱਲ ਕੀਤੀ ਹੈ ਇਹ। ਸੋ ਐਕਚੁਅਲੀ ਇਹਦੇ ਵਿੱਚ ਬਹੁਤ ਇੱਕ ਸਿੰਪਲ ਜੀ ਚੀਜ਼ ਆ ਜਾਂਦੀ ਹੈ ਜਿਹੜੀ ਆਪਣੀ ਬ੍ਰਿਟਨ ਹੈਗੀ ਹੈ ਬ੍ਰਿਟਿਸ਼ ਗਵਰਨਮੈਂਟ ਉਹਨਾਂ ਦੇ ਬਹੁਤ ਇੱਕ ਸਟ੍ਰਿਕਟ ਇਹ ਵੈਲਿਊ ਹੈਗੀ ਵੀ ਸੈਪਰੇਸ਼ਨ ਆਫ ਚਰਚ ਐਂਡ ਸਟੇਟ। ਤਾਂ ਉਹ ਜਿਹੜੀ ਆਪਣੀ ਸਟੇਟ ਨੂੰ ਸੈਕੂਲਰ ਸਮਝਦੇ ਆ ਤੇ ਉਹਨਾਂ ਦੀ ਸੈਪਰੇਸ਼ਨ ਹੋ ਜਾਂਦੀ ਰਿਲੀਜਨ ਤੋਂ। ਤੇ ਸਾਊਥ ਏਸ਼ੀਆ 'ਚ ਆਪਣੀ ਬਿਗੇਸਟ ਪ੍ਰੋਬਲਮ ਇਹੀ ਹੈਗੀ ਹੈ ਵੀ ਆਪਾਂ ਸੈਪਰੇਸ਼ਨ ਨਹੀਂ ਕੀਤੀ ਹੋਈ ਪੋਲੀਟਿਕਸ ਤੇ ਰਿਲੀਜਨ ਦੀ। ਇਨਫੈਕਟ ਆਪਾਂ ਇੰਨੀ ਜ਼ਬਰਦਸਤ ਮੈਰਿਜ ਕੀਤੀ ਹੋਈ ਹੈ ਜ਼ਬਰਦਸਤ ਮੈਰਿਜ ਕੀਤੀ ਹੈ ਦੋਨੋਂ ਰਿਲੀਜਨ ਤੇ ਪੋਲੀਟਿਕਸ ਵਿੱਚ ਤਾਂ ਹੀ ਆਪਣੀ ਇੰਨੀਆਂ ਪ੍ਰੋਬਲਮਸ ਹੋ ਰਹੀਆਂ ਹੈਗੀਆਂ। ਐਂਡ ਤਾਂ ਹੀ ਤੁਸੀਂ ਆਹ ਦੇਖ ਰਹੇ ਹੋ ਹੈਗੇ ਹੋ ਜਿਹੜੀ ਬ੍ਰਿਟਿਸ਼ ਪੀਰੀਅਡ ਹੈਗਾ ਇਹ ਕਿਸੇ ਰਿਲੀਜਨ ਨਾਲ ਨਹੀਂ ਲੱਗਦਾ। ਸੋ ਉਹ ਤਾਰੀਖ ਲਿਖਣ ਵੇਲੇ ਉਹਨਾਂ ਨੇ ਆਪਣੇ ਆਪ ਨੂੰ ਤੇ ਫਿਰ ਬ੍ਰਿਟਿਸ਼ ਲਿਖ ਲਿਆ ਤੇ ਜਿਹੜੇ ਇੱਥੇ ਸਦੀਆਂ ਤੋਂ ਇਕੱਠੇ ਪੰਜਾਬੀ ਵਸਦੇ ਸਨ ਜਾਂ ਤੁਸੀਂ ਕਹਿ ਲਓ ਕਿ ਲੋਕੀ ਸਨ ਉਹਨਾਂ ਨੂੰ ਉਹਨਾਂ ਨੇ ਵੱਖੋ ਵੱਖ ਨਾਂ ਦੇ ਕੇ ਜਿਹੜੇ ਪਹਿਲੇ ਉਸ ਤਰ੍ਹਾਂ ਮੌਜੂਦ ਹੀ ਨਹੀਂ ਸਨ ਸੋ ਉਹ ਡਿਵਾਈਡ ਵੀ ਕੀਤਾ ਤੇ ਉਹ ਫਿਰ ਬਾਅਦ ਚੋਂ ਟਰਮਸ ਇਸ ਤਰ੍ਹਾਂ ਦੀਆਂ ਬਣਾ ਦਿੱਤੀਆਂ। ਮਸਲਨ ਬਹੁਤ ਸਾਰੀਆਂ ਟਰਮਸ ਨੇ ਜਿਸ ਤਰ੍ਹਾਂ ਕਮਿਊਨਲਿਜ਼ਮ ਦੀ ਗੱਲ ਕਰੋ ਰੈਡੀਕਲ ਗੱਲ ਕਰੋ ਇਸ ਤਰ੍ਹਾਂ ਦੇ ਜਿਹੜੇ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ ਰੈਵੋਲੂਸ਼ਨਰੀ ਟੈਰਰਿਸਟ ਲਫ਼ਜ਼ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਕੀਤੇ ਕਿ ਜਿਨ੍ਹਾਂ ਨੇ ਇੱਥੇ ਇਨਕਲਾਬ ਦੀ ਗੱਲ ਕੀਤੀ ਜਾਂ ਇਹਨਾਂ ਚੀਜ਼ਾਂ ਨੂੰ ਵੇਖਣ ਦੀ ਉਹਨਾਂ ਦੇ ਲਫ਼ਜ਼ ਇਸ ਤਰ੍ਹਾਂ ਦੇ ਬਣਾਏ ਔਰ ਉਹਨੂੰ ਇੱਕ ਤਰ੍ਹਾਂ ਮੈਂ ਕਹਿੰਦਾ ਕਿ ਡਿਫੇਮ ਕਰ ਦਿੱਤਾ ਸਾਰੀ ਉਸ ਗੱਲ ਨੂੰ। ਹੁਣ ਵੀ ਜਿਸ ਤਰ੍ਹਾਂ ਅਸੀਂ ਤਾਰੀਖ ਲਿਖਦੇ ਹਾਂ ਤੇ ਅਸੀਂ ਮਜਬੂਰ ਹਾਂ ਕਿ ਜਿਹੜੇ ਇਹ ਟਰਮਸ ਜਿਹੜੀਆਂ ਨੇ ਸਾਡੇ ਤੇ ਇੰਪੋਜ਼ ਕੀਤੀਆਂ ਗਈਆਂ ਕਿ ਮੈਂ ਉਹਨੂੰ ਨਹੀਂ ਲਿਖਣਾ ਚਾਹੁੰਦਾ ਕਿ ਉਹ ਐਂਗਲੋ ਸਿੱਖ ਵਾਰ ਸੀ ਉਹ ਐਂਗਲੋ ਪੰਜਾਬ ਵਾਰ ਸੀ ਮੈਂ ਉਹਨੂੰ ਲਿਖਾਂਗਾ ਤੇ ਉਹਦੇ 'ਚ ਪ੍ਰੋਬਲਮ ਹੈ ਔਰ ਉਹ ਪ੍ਰੋਬਲਮ ਕਿਉਂ ਕ੍ਰੀਏਟ ਕੀਤੀ ਗਈ ਔਰ ਇਹ ਗਲਤ ਹੈ ਜੋ ਉਹਨਾਂ ਨੇ ਮਤਲਬ ਕਿ ਲਿਖਿਆ ਹੋਇਆ ਮੁਸਲਿਮ ਪੀਰੀਅਡ ਹੈ ਉਹ ਕਿਸ ਤਰ੍ਹਾਂ ਸਾਰਾ ਮੁਸਲਿਮ ਪੀਰੀਅਡ ਸੀ ਜਾਂ ਸਿੱਖ ਪੀਰੀਅਡ ਨੂੰ ਕਿਸ ਤਰ੍ਹਾਂ ਸਿੱਖ ਪੀਰੀਅਡ ਕਿਹਾ ਜਾਂਦਾ ਹੈ ਕਿਆ ਉਹਨਾਂ ਵੀ ਕਿਹਾ ਸੀ ਜਾਂ ਨਹੀਂ। ਸੋ ਇਹਨਾਂ ਟਰਮਸ ਦੇ ਹਵਾਲੇ ਨਾਲ ਵੀ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ ਕੰਮ। ਤੁਹਾਡਾ ਵੀ ਸਾਥ ਤੁਹਾਡਾ ਵੀ ਸਾਥ ਸਾਡੇ ਨਾਲ ਰਹੇਗਾ ਔਰ ਅਸੀਂ ਇਹ ਚਾਹਾਂਗੇ ਕਿ ਪਲੀਜ਼ ਤੁਸੀਂ ਨਾ ਇਹ ਜਿਹੜੀ ਵਰਕਸ਼ਾਪ ਕਰਦੇ ਹੋ ਸਾਡੇ ਇੱਥੇ ਸੁਣਨ ਵਾਲਿਆਂ ਵਾਸਤੇ ਬੜੀ ਇੰਪੋਰਟੈਂਟ ਹੈ ਸਾਡੇ ਨਾਲ ਕਿਉਂਕਿ ਬਹੁਤ ਜ਼ਿਆਦਾ ਹਿਸਟਰੀ ਦੇ ਔਰ ਸਾਡੇ ਸੋਸ਼ਲ ਸਾਇੰਸਿਸ ਦੇ ਸਟੂਡੈਂਟ ਨੇ ਖਾਸ ਕਰ ਹਿਸਟਰੀ ਦੇ ਨਾਲ ਜੁੜੇ ਹੋਏ ਪੰਜਾਬ ਦੀ ਹਿਸਟਰੀ ਨਾਲ ਜੁੜੇ ਹੋਏ ਲੋਕ ਕਾਫੀ ਜ਼ਿਆਦਾ ਨੇ
ਜਿਹੜੇ ਇਸ ਤਰ੍ਹਾਂ ਪਾਰਟੀਸ਼ਨ ਦੇ ਹਵਾਲੇ ਨਾਲ ਆਪਣੇ ਕੋਈ ਆਰਕਾਈਵ ਬਣਾਉਣਾ ਚਾਹ ਰਹੇ ਨੇ ਜਾਂ ਇੰਟਰਵਿਊ ਕੰਡਕਟ ਕਰਨਾ ਚਾਹ ਰਹੇ ਨੇ, तो ਉਹਨਾਂ ਵਾਸਤੇ ਤੁਸੀਂ ਅਗਰ ਕੁਝ ਸਾਨੂੰ ਜਿਹੜੇ ਲਿੰਕਸ ਵਗੈਰਾ ਅਗਰ ਸ਼ੇਅਰ ਕਰ ਦੇਣਾ ਹੈ ਤੇ ਉਹ ਲੋਕ ਉਹਨੂੰ ਜੁਆਇਨ ਕਰ ਸਕਣ। ਔਰ ਆਖਰ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਥੈਂਕ ਯੂ ਕਿ ਤੁਸੀਂ ਅੱਜ ਟਾਈਮ ਕੱਢਿਆ ਸੀ। ਕਾਫੀ ਦੇਰ ਤੋਂ ਆਪਸ ਚ ਟਾਈ ਅਪ ਕਰਦੇ ਸਾਂ ਤੇ ਫਿਰ ਉਹ ਹੁੰਦਿਆਂ 2 ਮਹੀਨੇ ਬਾਅਦ ਆਖਰਕਾਰ ਅਸੀਂ ਅੱਜ ਇਕੱਠੇ ਹੋ ਗਏ। ਇਹ ਤੁਸੀਂ ਬਹੁਤ ਅੱਛਾ ਸ਼ੋ ਕਰ ਰਹੇ ਹੋ, ਥੈਂਕ ਯੂ ਵੈਰੀ ਮਚ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਫॉर ਹੈਵਿੰਗ ਮੀ। ਥੈਂਕ ਯੂ ਜੀ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਅੱਜ ਜੁੜੇ ਸਨ। ਗੱਲ ਇਹ ਵੇ ਕਿ ਅੱਜ ਸਾਡੇ ਹੁਣ ਤੋਂ ਜਿਹੜੇ ਪ੍ਰੋਗਰਾਮ ਚੱਲਣੇ ਤਕਰੀਬਨ ਕੰਜ਼ੈਕਟਿਵ ਹੀ ਚੱਲਣਗੇ, ਬਿਕੋਜ਼ ਅੱਗੋਂ ਸਾਡੇ ਈਦ ਆ ਜਾਣੀ ਹੈ ਤੇ ਈਦ ਤੋਂ ਪਹਿਲੇ ਜਿਹੜੀਆਂ ਡੇਟਸ ਨੇ ਉਹਨਾਂ ਸਾਰੀਆਂ ਡੇਟਸ ਦੇ ਮੁਤਾਬਕ ਅਸੀਂ ਇਹ ਚੀਜ਼ਾਂ ਇਕੱਠੀਆਂ ਕਰਾਂਗੇ। ਗੱਲ ਕਰਨ ਦਾ ਮਕਸਦ ਹੈ ਕਿ ਅੱਜ ਵੀ ਸਾਡੇ ਨਾਲ ਡਾਕਟਰ ਗੁਨੀਤਾ ਬੱਲਾ ਜੀ ਸਨ ਕਿ ਬਹੁਤ ਸਾਰੇ ਲੋਕਾਂ ਨੇ ਲਿਖਿਆ ਕਿ ਅਸੀਂ ਪੰਜਾਬੀ ਚ ਉਹਨਾਂ ਦਾ ਲੈਕਚਰ ਸੁਣ ਰਹੇ ਹਾਂ, ਬਹੁਤ ਅੱਛਾ ਲੱਗ ਰਿਹਾ, ਸਾਡੀ ਇੱਦਾਂ ਹਿਸਟਰੀ ਇਕੱਠੀ ਹੋ ਰਹੀ ਹੈ ਤੇ ਇਸ ਤੋਂ ਪਹਿਲੇ ਅਸੀਂ ਨਹੀਂ ਸੁਣਿਆ ਸੀ। ਮੈਂ ਆਪਣੇ ਸਕਾਲਰਸ ਨਾਲ ਵੀ ਔਰ ਦੋਸਤਾਂ ਨਾਲ ਵੀ ਇਹ ਗੱਲ ਸਾਂਝੀ ਕਰ ਜਾਵਾਂ ਕਿ ਇਸ ਪਲੇਟਫਾਰਮ ਤੇ ਬਹੁਤ ਹੀ ਡਿਫਰੈਂਟ ਆਡੀਅנס ਹੈ, ਬਹੁਤ ਹੀ ਮੁxtਲਿਫ ਹੈ ਔਰ ਬਹੁਤ ਸੰਜੀਦਾ ਹੈ ਕਿ ਯਾਨੀ ਇੱਕ ਕ੍ਰੈਡਿਟ ਮੇਰੇ ਇਸ ਪਲੇਟਫਾਰਮ ਦੀ ਆਡੀਅנס ਨੂੰ ਵੀ ਜਾਂਦਾ ਹੈ ਕਿ ਬਹੁਤ ਸੰਜੀਦਾ ਹੈ, ਬਹੁਤ ਅੱਛੇ ਤਰੀਕੇ ਨਾਲ ਸਾਰੀ ਗੱਲ ਸੁਣਦੇ ਨੇ ਔਰ ਉਹਦੇ ਤੇ ਕੁਐਸਚਨ ਔਰ ਅਗਰ ਸਾਡੇ ਸਕਾਲਰ ਜਿਹੜੇ ਨੇ ਉਹ ਆਪਣੀ ਇਸ ਟਾਕ ਨੂੰ ਫੇਸਬੁੱਕ ਥਾਣੀ ਵੇਖਣਗੇ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਕਿੰਨੀ ਜ਼ਿਆਦਾ ਉਹਦੇ ਉੱਪਰ ਡਿਸਕਸ਼ਨ ਹੈ ਔਰ ਉਹ ਇਨਪੁਟ ਬਹੁਤ ਕੀਮਤੀ ਹੈ। ਮੇਰੇ ਵਾਸਤੇ ਬਹੁਤ ਕੀਮਤੀ, ਸਾਡੇ ਕਲੱਬ ਵਾਸਤੇ ਬਹੁਤ ਕੀਮਤੀ ਹੈ ਔਰ ਉਸ ਵਾਸਤੇ ਮੈਂ ਆਪਣੀ ਆਡੀਅנס ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਉਹਦੇ ਨਾਲ ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਸਾਂ ਉਹ ਇਹ ਸੀ ਕਿ ਜਿਹੜੇ ਲੋਕ ਇੱਥੇ ਬੈਠੇ ਹੋਏ ਨੇ, ਮਸਲਨ ਕੱਲ ਅੰਸ਼ੂ ਮਲਹੋਤਰਾ ਜੀ ਦੀ ਜਿਹੜੀ ਟਾਕ ਸੀ ਉਹ ਇੱਥੇ ਦੇ ਆਡੀਅנס ਵਾਸਤੇ ਬਹੁਤ ਨਵੀਂ ਸੀ। ਬੇਸ਼ੱਕ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬ ਤੋਂ ਬਹੁਤ ਕਮਾਲ ਉਹਨਾਂ ਦਾ ਕੰਮ ਹੈ, ਲੇਕਿਨ ਜਿਹੜੀ ਇੱਕ ਤਰ੍ਹਾਂ ਦੀ ਆਡੀਅנס ਜਿਨ੍ਹਾਂ ਦੀ ਉਹ ਗੱਲ ਹੈ ਉਹ ਨਹੀਂ ਉਹਨੂੰ ਪੜ੍ਹ ਸਕਦੇ, ਉਹ ਉਹਨੂੰ ਸੁਣ ਵੀ ਨਹੀਂ ਸਕਦੇ। ਇਹ ਇੱਕ ਹੋਰ ਤਰ੍ਹਾਂ ਦਾ ਜ਼ੁਲਮ ਵੀ ਹੈ ਕਿ ਜਿਨ੍ਹਾਂ ਦੀ ਉਹ ਗੱਲ ਹੈ ਉਹਨੂੰ ਨਹੀਂ ਸੁਣ ਸਕਦੇ ਕਿ ਸਾਡੇ ਤੇ ਕਿਹੜੀਆਂ ਕਿਤਾਬਾਂ ਲਿਖੀਆਂ, ਕਿ ਕਿੱਦਾਂ ਉਹ ਕਿਤਾਬਾਂ ਨੇ ਲੱਭਣੀਆਂ ਕਿੱਥੋਂ ਨੇ ਔਰ ਉਹਨਾਂ ਨੂੰ ਪੜ੍ਹਨਾ ਕਿੱਦਾਂ ਹੈ। ਪਰ ਜਦੋਂ ਇੱਕ ਸਕਾਲਰ ਆ ਕੇ ਉਹਨਾਂ ਨਾਲ ਗੱਲ ਕਰਦਾ ਕਿ ਜੀ ਉਹ ਫਲਾਂ ਯੂਨੀਵਰਸਿਟੀ ਤੋਂ ਪੜ੍ਹਿਆ, ਫਲਾਂ ਡਾਕਟਰ ਹੈ, ਉਹਨੇ ਉਹਨਾਂ ਉੱਤੇ ਕੰਮ ਕੀਤਾ ਤੇ ਉਹ ਸੁਣਦੇ ਜ਼ਰੂਰ ਨੇ ਆ ਕੇ। ਉਹ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਤੇ ਉਹ ਤੇ ਪੰਜਾਬੀ ਵਿੱਚ ਹੀ ਗੱਲ ਕਰਨਗੇ ਤੇ ਉਹ ਫਿਰ ਬਹੁਤ ਖੁੱਲੇ ਦਿਲ ਨਾਲ ਆਉਂਦੇ ਨੇ ਔਰ ਬੇਪਨਾਹ ਲਿਖਦੇ ਵੀ ਨੇ ਕਿ ਜੀ ਅਸੀਂ ਇਹ ਗੱਲ ਸੁਣੀ, ਸਾਨੂੰ ਇਹ ਸਾਡੇ ਕੋਲ ਵੀ ਸੀ, ਇਹ ਚੰਗਾ ਲੱਗਾ। ਸੋ ਇਸ ਤਰ੍ਹਾਂ ਵੀ ਅਸੀਂ ਆਪਣੇ ਪਲੇਟਫਾਰਮ ਨੂੰ ਜਿਹੜਾ ਇੱਕ ਤਰ੍ਹਾਂ ਆਰਗੇਨਾਈਜ਼ ਕੀਤਾ ਕਿ ਸਾਡੇ ਨਾਲ ਬਹੁਤ ਸਾਰੇ ਲੋਕ 70% ਜਿਹੜੇ ਲੋਕ ਨੇ ਉਹ ਜੁੜਨ, ਜਿਹੜੇ ਉਹ ਨੈਗਲੈਕਟਡ ਨੇ ਉਹ ਨਹੀਂ ਜਾਣ ਸਕੇ, ਪਰ ਉਹਨਾਂ ਦੀ ਹੱਡ ਬੀਤੀ ਹੈ, ਉਹਨਾਂ ਥਣੀ ਲੰਘਿਆ ਹੈ, ਸਾਰਾ ਕੁਝ ਗੁਜ਼ਰਿਆ, ਉਹ ਵੀ ਜੁੜਨ ਆਪਣੀ ਇਸ ਤਾਰੀਖ ਦੇ ਨਾਲ। ਅਸੀਂ ਇੱਕ ਆਪਣੀ ਮਾਂ ਬੋਲੀ ਦੇ ਵਿੱਚ ਇੱਕ ਵੱਡਾ ਆਰਕਾਈਵ ਬਣਾਉਣ ਦਾ ਯਾਰ ਕੀਤਾ ਹੋਇਆ ਔਰ ਅਸੀਂ ਇਹਨੂੰ ਪੂਰੀ ਜਾਨ ਨਾਲ ਪੂਰੇ ਦਿਲ ਨਾਲ ਲੱਗੇ ਹੋਏ ਆ। ਪੂਰੀ ਦੋਸਤਾਂ ਦੇ ਮਦਦ ਸ਼ਾਮਲ ਹੈ, ਸਿਆਣਿਆਂ ਦੀ ਔਰ ਖਾਸ ਕਰਕੇ ਸਕਾਲਰਸ ਦੀ ਜਿਹੜੇ ਆਪਣੀ ਇੰਨੀ ਮਸਰੂਫੀਅਤ ਚੋਂ ਟਾਈਮ ਕੱਢਦੇ ਨੇ ਔਰ ਆ ਕੇ ਗੱਲਬਾਤ ਕਰਦੇ ਨੇ। ਔਰ ਸਪੈਸ਼ਲੀ ਅੱਜ ਡਾਕਟਰ ਗੁਨੀਤਾ ਜੀ ਨੇ ਆ ਕੇ ਸਾਡੇ ਨਾਲ ਬਹੁਤ ਹੀ ਮਸਰੂਫ ਹੋਣਗੇ, ਇੰਨਾ ਉਹਨਾਂ ਦੇ ਮਸਰੂਫ ਨੇ ਤੇ ਫਿਰ ਵੀ ਉਹਨਾਂ ਨੇ ਟਾਈਮ ਦਿੱਤਾ। ਤੇ ਗੁਜ਼ਾਰਿਸ਼ ਇਹ ਵੀ ਕਿ ਹੁਣ ਸਾਡੇ ਕੰਜੈਕਟਿਵ ਲੈਕਚਰ ਚੱਲਦੇ ਜਾਣਗੇ ਈਦ ਤੋਂ ਪਹਿਲੇ ਤੱਕ ਤੇ ਸੋ ਸਾਰੇ ਸਾਡੇ ਨਾਲ ਜੁੜੇ ਰਹਿਣਾ। ਕੱਲ ਸਾਡਾ ਤੁਹਾਨੂੰ ਪਤਾ ਹੈ ਕਿ ਬੁੱਕ ਆਫ ਦਾ ਵੀਕ ਹੁੰਦਾ ਹੈ, ਹਰ ਹਫਤੇ ਅਸੀਂ ਇੱਕ ਕਿਤਾਬ ਦੇ ਉੱਤੇ ਰਿਵਿਊ ਕਰਨੇ ਆ ਔਰ ਉਹਦੇ ਵਿੱਚ ਇੱਕ ਰਿਵਿਊਅਰ ਈਸਟ ਸਾਈਡ ਤੋਂ, ਈਸਟ ਪੰਜਾਬ ਤੋਂ ਔਰ ਇੱਕ ਵੈਸਟ ਪੰਜਾਬ ਤੋਂ ਸਾਡੇ ਨਾਲ ਹੁੰਦਾ ਹੈ ਤੇ ਉਹ ਰਿਵਿਊ ਜਿਹੜੇ ਨੇ ਉਹ ਵੀ ਅਸੀਂ ਪੰਜਾਬੀ ਚ ਕਰਨੇ ਆ। ਕਿਤਾਬਾਂ ਅੰਗਰੇਜ਼ੀ ਦੀਆਂ ਵੀ ਹੁੰਦੀਆਂ ਨੇ, ਕਿਤਾਬਾਂ ਉਰਦੂ ਦੀਆਂ ਵੀ ਹੋ ਸਕਦੀਆਂ, ਪੰਜਾਬੀ ਦੀਆਂ ਵੀ ਹੁੰਦੀਆਂ ਨੇ, ਗੁਰਮੁਖੀ ਸ਼ਾਹਮੁਖੀ ਦੋਵੇਂ ਕਿਤਾਬਾਂ ਇਨਕਲੂਡ ਹੁੰਦੀਆਂ ਨੇ। ਪਰ ਉਹਦੇ ਤੇ ਜਿਹੜਾ ਰਿਵਿਊ ਹੈ ਦੋਵਾਂ ਸਾਈਡਾਂ ਦੇ ਸੀਨੀਅਰ ਲੋਕ ਜਿਹੜੇ ਨੇ ਉਹ ਪੰਜਾਬੀ ਚ ਕਰਦੇ ਨੇ। ਆਥਰ ਬੇਸ਼ੱਕ ਆਪਣੀ ਬੋਲੀ ਚ ਗੱਲ ਕਰ ਸਕਦਾ, ਅਸੀਂ ਉਹਨੂੰ ਨਹੀਂ ਰੱਖਦੇ ਉਸ ਪ੍ਰੋਗਰਾਮ ਚ। ਰਿਵਿਊ ਬਹਰਹਾਲ ਇਸ ਤਰ੍ਹਾਂ ਹੁੰਦਾ ਹੈ। ਸੋ ਕੱਲ ਸਾਡੇ ਕੋਲ ਜਿਹੜੀ ਕਿਤਾਬ ਹੈ, ਕੱਲ ਸਾਡੇ ਕੋਲ ਕਿਤਾਬ ਪੰਜਾਬ ਦੀ ਔਰਲ ਟ੍ਰੈਡੀਸ਼ਨ ਦੇ ਉੱਪਰ ਬਹੁਤ ਹੀ ਕਮਾਲ ਕਿਤਾਬ ਹੈ। ਮੈਂ ਸਮਝਣਾ ਕਿ ਉਸ ਤੋਂ ਪਹਿਲੇ ਇਸ ਤਰ੍ਹਾਂ ਦੀ ਔਰਲ ਹਿਸਟਰੀ ਕਿਸੇ ਕਲੈਕਟ ਨਹੀਂ ਕੀਤੀ। ਉਹ ਧਰਤੀ ਪੰਜ ਦਰਿਆਈ ਨੈਣ ਸੁਖ ਹੋਰਾਂ ਦੀ ਕਿਤਾਬ ਹੈ। ਉਹਦੇ ਚ ਸਾਡੇ ਨਾਲ ਪਰਮਜੀਤ ਮਿਸ਼ਾ ਜੀ ਹੋਣਗੇ ਈਸਟ ਪੰਜਾਬ ਤੋਂ ਔਰ ਵੈਸਟ ਪੰਜਾਬ ਤੋਂ ਮਖਦੂਮ ਟੀਪੂ ਹੋਣਗੇ ਔਰ ਮੁਹੰਮਦ ਸ਼ਫੀਕ ਸਾਹਿਬ ਹੋਣਗੇ ਔਰ ਨੈਣ ਸੁਖ ਜੀ ਖੁਦ ਵੀ ਹੋਣਗੇ ਆਪਣੀ ਕਿਤਾਬ ਤੇ ਗੱਲ ਕਰਨ ਵਾਸਤੇ। ਸੋ ਕੱਲ 12 ਵਜੇ ਅਸੀਂ ਮਿਲਦੇ ਹਾਂ ਬੁੱਕ ਆਫ ਦਾ ਵੀਕ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਤੇ ਉਹਦੇ ਤੇ ਗੱਲਬਾਤ ਸਾਂਝੀ ਕਰਾਂਗੇ। ਸਾਰੇ ਦੋਸਤ ਪਲੀਜ਼ ਉਹਦੇ ਤੇ ਆਣਾ ਔਰ ਇਵੈਂਟ ਦੇ ਵਿੱਚ ਵੀ ਲਾਜ਼ਮੀ ਜਾਣਾ। ਉਹਦੇ ਵਿੱਚ ਅਸੀਂ ਉਹਦੇ ਕੰਟੈਂਟ ਪੇਜ, ਉਹਨਾਂ ਦੇ ਮੁਖਤਲਿਫ ਚੀਜ਼ਾਂ ਅਸੀਂ ਸ਼ੇਅਰ ਕੀਤੀਆਂ ਨੇ, ਤੁਸੀਂ ਉੱਥੇ ਜਾ ਕੇ ਗੋਇੰਗ ਤੇ ਜਾਂ ਇੰਟਰਸਟਡ ਤੇ ਕਲਿੱਕ ਕਰੋ ਤਾਂ ਕਿ ਉਹ ਤਾਂ ਚੀਜ਼ਾਂ ਵੀ ਤੁਹਾਨੂੰ ਮਿਲ ਸਕਣ। ਮਿਲਦੇ ਹਾਂ ਜੀ ਕੱਲ 12 ਵਜੇ ਪਾਕਿਸਤਾਨ ਟਾਈਮ ਦੇ ਮੁਤਾਬਕ ਬੁੱਕ ਆਫ ਦਾ ਵੀਕ ਵਿੱਚ।
ਰੱਬ ਰਾਖਾ।